बोले सोने हाल सासरी अकाल। मैं सपाल जाली हमेशा की तरह मनु तो हमेशा बड़ा इंतजार होंगे ट्यूसडे का। तुम्हें पता कि बड़े सालों तो यह शो आता और बहुत लोग इनू वॉच करते हैं। बड़ा अच्छा लगता है जो तुसी कॉल करते हो या तुसी कुछ इलाज करने तो थोड़ा फर्क पैंदा है। दिस इज़ द आइडिया, इस करके असी शो असी डॉक्टर राजी नाल करते हैं। तो अज भी असी बड़ी इंपॉर्टेंट गल करेंगे। पता नहीं डॉक्टर जी निकले मुद्दे पर गल करनी है। पहला मैं उन्होंने स्वागत करते हैं। डॉक्टर जी बहुत बहुत मेहरबानी, स्वागत करते जी थोड़ा जी। वाहिगुरू जी का खालसा, वाहिगुरू जी की फतेह जी। डॉक्टर साहब बहुत बहुत दुनिया जुड़ी हुई। मैं एक चीज़ बड़ा हैरान है कि ਜਿਹੜੇ ਸਾਡੇ यूरोप तो बड़े जुड़े हुए ਸੀਗੇ। अगर मैं यूरोप की गल करा स्पैशली इटली तो फ्रांस ਵਿੱਚੋਂ तो प्लीज़ तुम मैसेज के दूजे ਨੂੰ दवो कि शुरू हो चुका है जिथे ਤੁਹਾਨੂੰ हैल्थ की लाइफ स्टाइल की ਤੁਹਾਨੂੰ एडवाइस मिलती है। होम्योपैथी है ने डॉक्टर राज जी तो बहुत बहुत जुड़े हुए थे। मैं थोड़ी जी क्वाइट था तो शायद मैं लगता लोगों को पता नहीं लग्या। तो प्लीज़ एक दूजे को रिंग करके दसो और अकाल चैनल वॉच करो। इदा का शो का तुम बैठ के फायदा उठाओ अपना। जी डॉक्टर साहब आप बिफोर किसी मुद्दे पर गल करिए। यू नो आप मैं लास्ट टाइम थोड़ा गल की सी आप ये एक बंदे की ना बड़ी गलत आदत कह लो जिदा मर्जी। पहले तो कई दफ़ा दवा आपे ही छड्ड देंगे ने, GP की कंसल्ट नहीं करते। उन्होंने लगता कि मन लगता मैं ठीक हो गया तो मैं एक घटा दा या मैं वधा देवां। तो जो कदों कुछ जासी खा लेंगे ने तो कहता जी मैनू लगता जो मैं ज़्यादा खा लिया, चलो रात को मैं 2 शुगर दी गोलियां लै लाँगा। ये लोग इदा क्यों, इसका नुकसान की है? नुकसान तो है ही है। हाँ जी। सो ਜਿਹੜੀਆਂ अंग्रेजी ਦਵਾਈਆਂ ਇਹ ਬੜੀਆਂ ਸਟਰੋਂਗ ਔਰ ਪਾਵਰਫੁਲ ਚੀਜ਼ਾਂ ਹੈ ਜੀ। ਤੇ ਤੁਹਾਨੂੰ ਪਤਾ ਪਏ ਲੈਬੋਰੇਟਰੀ ਵਿੱਚ ਇੱਕ ਕੈਮੀਕਲ ਬਣਦਾ ਆ ਤੇ ਇਹਨਾਂ ਦਾ ਅਸਰ ਜਿਹੜਾ ਉਹ ਵੀ ਜ਼ਬਰਦਸਤ ਆ। ਸੋ ਮੈਂ ਇਹ ਸਾਰਿਆਂ ਨੂੰ ਕਹੂੰਗਾ ਵੀ ਤੁਸੀਂ ਬੇਨਤੀ ਹੈ ਵੀ ਕਦੇ ਵੀ ਆਪਣੇ ਆਪ ਦਵਾਈ ਨੂੰ ਬਦਲੋ ਨਾ ਆਪਣੇ ਆਪ ਉਹਨੂੰ ਛੱਡੋ। ਜਿੱਦਾਂ ਤੁਹਾਨੂੰ GP ਨੇ ਦੱਸਿਆ ਤੁਸੀਂ ਉਸੇ ਤਰੀਕੇ ਨਾਲ ਖਾਈ ਜਾਓ। ਕਿਉਂਕਿ ਕਈ ਦਵਾਈਆਂ ਹੈਗੀਆਂ ਤੁਸੀਂ ਉਹ ਜੇ ਛੱਡ ਦਿਓ ਕਈ ਵਾਰੀ ਉਹਨਾਂ ਦਾ ਨਹੀਂ ਵੀ ਨੁਕਸਾਨ ਹੁੰਦਾ। ਠੀਕ ਹੈ। ਤੇ ਕੁਝ ਦਵਾਈਆਂ ਹੈਗੀਆਂ ਤੁਸੀਂ ਹੌਲੀ ਹੌਲੀ ਉਹਨੂੰ ਘਟਾਓ ਤਾਂ ਉਹਦਾ ਨੁਕਸਾਨ ਨਾ ਹੋਊਗਾ। ਤੇ ਕਈ ਦਵਾਈਆਂ ਹੈਗੀਆਂ ਤੁਸੀਂ ਜੇ ਉਹਨੂੰ ਛੱਡ ਦਿਓ ਤਾਂ ਤੁਹਾਨੂੰ ਬਹੁਤ ਨੁਕਸਾਨ ਪਹੁੰਚ ਸਕਦਾ ਹੈ। ਖਾਸ ਕਰਕੇ ਜਿਹੜੇ ਸਟੈਰੋਇਡ ਟਾਈਪ ਡਰੱਗਸ ਹੁੰਦੇ ਆ ਨਾ ਤੇ ਉਹ ਬੋਡੀ ਗਿੱਝ ਜਾਂਦੀ ਹੈ, ਉਸ ਨੂੰ ਲੱਗ ਜਾਂਦੀ ਉਹਨਾਂ ਦਵਾਈਆਂ ਤੇ ਜੇ ਤੁਸੀਂ ਉੱਦਾਂ ਦੀ ਦਵਾਈ ਛੱਡ ਦਿਓ ਇੱਕਦਮ ਹੈ ਨਾ ਤੁਸੀਂ ਹਸਪੀਟਲ ਪਹੁੰਚ ਜਾਓਗੇ। ਰੀਅਲੀ? ਹਾਂਜੀ, ਇੰਨਾ ਉਹਦਾ ਖਤਰਾ ਹੈ ਜੀ। ਸੋ ਮੈਂ ਬੇਨਤੀ ਸਾਰਿਆਂ ਨੂੰ ਕਰਦਾ ਪਲੀਜ਼ ਤੁਸੀਂ ਕਦੇ ਵੀ ਇੱਕ ਵਾਰੀ ਹੈ ਨਾ ਕਦੇ ਵੀ ਆਪਣੀ ਦਵਾਈ ਬਿਨਾਂ ਕੰਸਲਟੇਸ਼ਨ ਤੋਂ ਛੱਡੋ ਨਾ। ਤੇ ਮੇਰਾ ਤਾਂ ਹੈਗਾ ਵੀ ਕੁਆਲੀਫਿਕੇਸ਼ਨ ਅੰਗਰੇਜ਼ੀ ਦਵਾਈਆਂ 'ਚ ਵੀ ਆ ਤੇ ਹੋਮਿਓਪੈਥਿਕ ਵਿੱਚ ਵੀ ਆ। ਠੀਕ ਹੈ। ਤੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਮੈਂ ਉਹਨਾਂ ਨੂੰ ਦੇ ਸਕਦਾ ਇਨਫੋਰਮੇਸ਼ਨ ਵੀ ਤੁਸੀਂ ਕਿੱਦਾਂ ਆਪਣੀ ਦਵਾਈਆਂ ਐਡਜਸਟ ਕਰ ਸਕਦੇ ਆ। ਤੇ ਜਿਹੜਾ ਹੈਗਾ ਵੀ ਹੁਣ ਬਹੁਤੀਆਂ ਦਵਾਈਆਂ ਤੁਸੀਂ ਇੱਕ ਡੋਜ਼ ਮਿਸ ਕਰ ਗਏ ਆ ਤੇ ਤੁਸੀਂ ਸ਼ਾਮ ਨੂੰ ਉਹ ਡਬਲ ਲੈ ਲੈਂਦੇ, ਉਹ ਵੀ ਗਲਤ ਹੈ ਜੀ। ਇੱਦਾਂ ਨਹੀਂ ਕਰਨਾ ਚਾਹੀਦਾ। ਜਿਹੜੀ ਤੁਹਾਡੀ ਮਿਸ ਹੋ ਗਈ ਉਹ ਮਿਸ ਹੋ ਗਈ, ਉਹਨੂੰ ਤੁਸੀਂ ਰਹਿਣ ਦਿਓ ਤੇ ਨੋਰਮਲ ਡੋਜ਼ ਸ਼ਾਮ ਨੂੰ ਤੁਸੀਂ ਆਪਣੀ ਲਓ। ਕਿਉਂਕਿ ਤੁਸੀਂ ਡਬਲ ਡੋਜ਼ ਲੈਂਦੇ ਤੁਹਾਡੀ ਓਵਰਡੋਜ਼ ਹੋ ਸਕਦੀ ਆ ਤੇ ਉਹਦੇ ਨਾਲ ਵੀ ਤੁਸੀਂ ਹਸਪੀਟਲ ਪਹੁੰਚ ਸਕਦੇ ਹੋ। ਦੇਖੋ ਡਾਕਟਰ ਸਾਹਿਬ ਦੀ ਦੋਨੇ ਕੁਆਲੀਫਿਕੇਸ਼ਨ ਹੈ, ਹੋਮੋਪੈਥੀ ਹੈਗੀ, ਦੂਸਰੀ ਵੀ ਹੈਗੀ ਹੈ। ਫਿਰ ਵੀ ਉਹ ਤੁਹਾਨੂੰ ਰਿਕਮੈਂਡ ਕਰਦੇ ਨੇ ਜਿਹੜੇ ਤੁਹਾਨੂੰ GP ਨੇ ਦਵਾ ਦਿੱਤੀ ਤੁਸੀਂ ਉਹਨੂੰ ਆਪ ਹੀ ਡਿਸਪੈਂਸ ਕਰਕੇ ਮੈਂ ਘੱਟ ਕਰਦਾ ਵੱਧ ਕਰਦਾ ਉਹ ਤੁਸੀਂ ਨਾ ਕਰੋ। ਜਦੋਂ ਇੱਥੋਂ ਵੀ ਤੁਸੀਂ ਕਿਸੇ ਤਰੀਕੇ ਦਾ ਹੋਮੋਪੈਥੀ ਖਾਂਦੇ ਹੋ ਤਾਂ ਵੀ ਤੁਸੀਂ ਆਪਣੇ GP ਨੂੰ ਪੁੱਛ ਕੇ ਉਹ ਸਟਾਰਟ ਕਰਨੀ ਤਾਂ ਕਿ ਤੁਹਾਨੂੰ ਕੋਈ ਨੁਕਸਾਨ ਨਾ ਪਹੁੰਚੇ ਉਹਦਾ। ਕਿਉਂਕਿ ਅੱਛਾ ਡਾਕਟਰ ਸਾਹਿਬ ਹੁਣ ਤੁਸੀਂ ਸਿੰਪਲ ਇੱਕ ਜਿਹੜੀ ਸਿੰਪਲ ਇਨ ਅ ਸੈਂਸ ਪੈਰਾਸੀਟਾਮੋਲ ਦੀ ਗੱਲ ਕਰੋ ਉਹ ਤਾਂ ਬੜੀ ਆਮ ਮੰਨੀ ਜਾਂਦੀ ਹੈ ਕਿਉਂਕਿ ਲੋਕੀ ਨਾ ਪੁੱਛਦੇ ਨਾ ਲੈਣਾ ਨਾ ਦੇਣਾ ਖਾ ਲੈਂਦੇ ਨੇ। ਉਹਦੀ ਵੀ ਟਾਈਮ ਲਿਮਿਟ ਹੁੰਦੀ ਹੈ ਕਿ ਤੁਸੀਂ 6 ਘੰਟੇ ਬਾਅਦ ਖਾਣੀ ਹੈ ਜਾਂ 4 ਘੰਟੇ ਖਾਣੀ ਹੈ ਤੇ ਦਿਨ 'ਚ ਕਿੰਨੀਆਂ ਖਾਣੀਆਂ? ਹਾਂਜੀ ਦੇਖੋ ਇਦਾਂ ਦੀ ਸਿੰਪਲ ਚੀਜ਼ ਦੀ ਵੀ ਲਿਮਿਟ ਹੁੰਦੀ ਆ ਤੇ ਤੁਸੀਂ 24 ਘੰਟਿਆਂ 'ਚ ਸਿਰਫ 8 ਗੋਲੀਆਂ ਖਾ ਸਕਦੇ ਆ। ਉਹ ਵੀ ਐਟ ਅ ਟਾਈਮ ਤੁਸੀਂ 2 ਗੋਲੀਆਂ ਖਾ ਸਕਦੇ, 2 ਤੋਂ ਵੱਧ ਨਹੀਂ ਐਟ ਅ ਟਾਈਮ। ਤੇ ਉਹ ਵੀ ਤੁਸੀਂ ਸਪੇਸ ਕਰਨਾ ਹੈ 4-4 ਘੰਟੇ ਐਟਲੀਸਟ 4 ਤੋਂ 6 ਘੰਟੇ ਸਪੇਸ ਰੱਖਣਾ ਉਹਦਾ ਜ਼ਰੂਰ। ਤੇ ਨਹੀਂ ਤਾਂ ਫਿਰ ਤੁਹਾਡੀ ਓਵਰਡੋਜ਼ ਹੋ ਜਾਂਦੀ ਆ ਤੇ ਉਹ ਤੁਹਾਡੇ ਲਿਵਰ ਤੇ ਨੁਕਸਾਨ ਕਰ ਸਕਦਾ ਹੈ। ਪਰ ਦੇਖਿਆ ਤੁਸੀਂ ਲਿਵਰ ਦਾ ਤੇ ਬੜੀ ਇਹ ਤਾਂ ਸੋਚਣ ਵਾਲੀ ਗੱਲ ਹੈ। अगर कोई दवा थोड़े लिवर से करती है मैं डॉक्टर साहब तुम हैरान हो जाओगे सुन के। कई लोग कहते यार मैं नहीं पेन च चल मैं 4 खा लेना की हो जाएगा। नहीं ये भाजी बहुत गलत सोच है और गलत सोच है ना, गलत सोच है और खतरनाक सोच है। करके जिदा मैं तुहानूं दस्सिया दवाइयां बड़ियां स्ट्रोंग आ ਤੇ ਇਹਨਾਂ ਦੇ ਸਾਈਡ ਇਫੈਕਟ ਜ਼ਰੂਰ ਕੋਈ ਨਾ ਕੋਈ ਹੁੰਦੇ ਆ।
ਤੇ ਜਦੋਂ ਇਹਨਾਂ ਨੂੰ ਟੈਸਟ ਕਰਦੇ ਉਹਨੇ ਦੱਸਿਆ ਹੁੰਦਾ ਵੀ ਆਹ ਥੈਰੇਪਿਊਟਿਕ ਡੋਜ਼ ਆ ਵੀ ਇੰਨੇ ਚਿਰ ਬਾਅਦ ਤੁਸੀਂ ਇਹ ਦੁਬਾਰਾ ਰਿਪੀਟ ਕਰ ਸਕਦੇ, ਨਹੀਂ ਤਾਂ ਉਹਦਾ ਬੋਡੀ ਝੱਲਦੀ ਨਹੀਂ, ਓਵਰਡੋਸ ਹੋ ਜਾਂਦਾ ਤੇ ਉਹਦਾ ਕੋਈ ਨਾ ਕੋਈ ਰਿਐਕਸ਼ਨ ਜ਼ਰੂਰ ਹੋਊਗਾ। ਤੇ ਦੇਖੋ ਇੱਕ ਕੈਮੀਕਲ ਹੀ ਆ ਇਹ, ਹਾਂਜੀ। ਤੇ ਨਾਰਮਲੀ ਤੁਸੀਂ ਕੈਮੀਕਲ ਕੋਈ ਆਪਣੀ ਬੋਡੀ 'ਚ ਪਾਉਂਦੇ ਆ, ਤੁਹਾਡੀ ਬੋਡੀ ਝੱਲਦੀ ਨਹੀਂ ਹੈਗੀ, ਹਾਂਜੀ। ਤੇ ਇਹ ਦਵਾਈਆਂ ਤਾਂ ਹੈਗੀਆਂ ਤੇ ਥੈਰੇਪਿਊਟਿਕ ਆ, ਪਰ ਫਿਰ ਵੀ ਇਹ ਕੈਮੀਕਲ ਆ, ਤੁਹਾਡੀ ਬੋਡੀ ਐਕਚੁਅਲੀ ਲਾਈਕ ਨਹੀਂ ਕਰਦੀ ਹੈਗੀ ਜੇ ਤੁਸੀਂ ਕੈਮੀਕਲ ਆਪਣੀ ਬੋਡੀ 'ਚ ਪਾਓ। ਬਿਲਕੁਲ। ਡਾਕਟਰ ਸਾਹਿਬ, ਜੇ ਅਸੀਂ ਵਾਈਡਰ ਕਮਿਊਨਿਟੀ ਦੀ ਗੱਲ ਕਰੀਏ, ਜਿਹੜੇ ਸ਼ਰਾਬ ਵਗੈਰਾ ਤੇ ਮੀਟ ਵਗੈਰਾ ਖਾਂਦੇ ਨੇ, ਜਾਂ ਉਹ ਮੈਂ ਜ਼ਿਆਦਾ ਸ਼ਰਾਬ ਦੀ ਗੱਲ ਕਰਾਂ ਜਾਂ ਸਮੋਕ ਦੀ ਗੱਲ ਕਰਾਂ, ਉਹ ਵੀ ਜਦੋਂ ਉਹਨਾਂ ਨੇ ਬੰਦ ਕਰਨੀ ਹੋਵੇ, ਉਹਨਾਂ ਨੂੰ ਰੀਹੈਬ 'ਚ ਜਾਣਾ ਪੈਂਦਾ ਹੈ ਤਾਂ ਕਿ ਉਹਨੂੰ ਹੌਲੀ 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 ਉਹਦੀ ਬੋਡੀ ਨੂੰ ਟ੍ਰੇਨ ਕੀਤਾ ਜਾਵੇ। ਉਹ ਵੀ ਇੱਕਦਮ ਨਹੀਂ ਬੰਦ ਕਰ ਸਕਦੇ। ਦੈਟਸ ਰਾਈਟ। ਜਿਹੜੀ ਐਡਿਕਸ਼ਨ ਹੋ ਜਾਂਦੀ ਆ, ਉਹ ਤੁਹਾਡੀ ਬੋਡੀ ਦੇ ਸੈੱਲ ਜਿਹੜੇ ਆ ਫਿਜ਼ੀਕਲੀ ਤੇ ਮੈਂਟਲੀ ਵੀ, ਇਮੋਸ਼ਨਲੀ ਵੀ, ਤੇ ਉਹ ਗਿੱਝ ਜਾਂਦੇ ਆ ਉਸ ਸਬਸਟੈਂਸ ਵੀ, ਉਹ ਤੇ ਹਰ ਵੇਲੇ ਚਾਹੀਦਾ ਹੀ ਆ। ਤੇ ਜਦੋਂ ਤੁਸੀਂ ਵਿਦਡਰੋ ਕਰਦੇ ਆ ਤੇ ਫਿਰ ਤੁਹਾਡੀ ਬੋਡੀ ਟੁੱਟਣ ਲੱਗ ਪੈਂਦੀ ਆ, ਉਹ ਸੈੱਲ ਮੰਗਦੇ ਆ। ਇਸੇ ਕਰਕੇ ਜਿਹੜੇ ਐਡਿਕਟ ਹੋ ਜਾਂਦੇ ਆ ਉਹ ਛੱਡ ਨਹੀਂ ਸਕਦੇ। ਇਸ ਕਰਕੇ ਫਿਰ ਜਿਹੜੇ ਰੀਹੈਬ ਕਲੀਨਿਕ ਆ ਉਹ ਤੁਹਾਨੂੰ ਹੌਲੀ 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 ਛਡਾਉਣਗੇ, ਘਟਾਉਣਗੇ ਤੁਹਾਡੀ ਡੋਜ਼, ਤੇ ਨਾਲ ਉਹ ਤੁਹਾਨੂੰ ਇਹ ਸਬਸਟੀਟਿਊਟ ਦੇਣਗੇ ਵੀ ਤੁਹਾਡਾ ਉਹ ਰਿਐਕਸ਼ਨ ਨਾ ਹੋਵੇ, ਵਿਦਡਰੋਲ ਸਿੰਪਟਮਸ ਘੱਟ ਹੋਣ। ਜਦੋਂ ਨਾ ਬੜਾ ਸਿੰਪਲ ਲਫ਼ਜ਼ ਹੈ, ਹਰ ਸਾਰਿਆਂ ਨੂੰ ਪਤਾ ਵਿਦਡਰੋਲ ਸਿੰਪਟਮ ਉਹ ਕੀ ਹੁੰਦਾ। ਵਿਦਡਰੋਲ ਸਿੰਪਟਮਸ ਇਹੀ ਹੈ ਜਦੋਂ ਤੁਹਾਨੂੰ ਉਹ ਨਸ਼ੇ ਵਾਲੀ ਚੀਜ਼ ਨਹੀਂ ਮਿਲਦੀ ਹੈਗੀ, ਤੁਹਾਡਾ ਸਰੀਰ ਮੰਗਦਾ ਹੈ, ਟੁੱਟਣ ਲੱਗ ਪੈਂਦਾ ਹੈ, ਤੇ ਜਾਂ ਛੁੱਟਣ ਲੱਗ ਜਾਂਦਾ। ਹਾਂ, ਤੁਹਾਡੇ ਏਕਸ ਐਂਡ ਪੇਨਸ ਹੋਣ ਲੱਗ ਪੈਂਦੇ ਆ, ਵੋਮਿਟਿੰਗ ਹੋ ਜਾਂਦੀ ਜਾਂ ਡਾਇਰੀਆ ਹੋ ਜਾਂਦਾ ਆ, ਹਾਂਜੀ। ਤੇ ਬੁਰਾ ਹਾਲ ਹੁੰਦਾ ਬੰਦੇ ਦਾ ਬਹੁਤ। ਇਸੇ ਕਰਕੇ ਉਹ ਐਡਿਕਟ ਚੱਲ ਨਹੀਂ ਸਕਦੇ ਹੈਗੇ। ਤੇ ਸਿਰਫ ਇਹੀ ਫਿਜ਼ੀਕਲ ਸਿੰਪਟਮ ਵੀ ਨਹੀਂ ਹੈਗੇ, ਤੇ ਇਮੋਸ਼ਨਲੀ ਵੀ, ਮੈਂਟਲੀ ਵੀ ਉਹਨਾਂ ਦੇ ਅਸਰ ਹੁੰਦਾ ਬ੍ਰੇਨ ਤੇ ਵੀ ਸਾਨੂੰ ਉਹ ਚੀਜ਼ ਚਾਹੀਦੀ ਆ। ਉਹਨਾਂ ਨੂੰ ਪੈਨਿਕ ਅਟੈਕ ਹੋਣ ਲੱਗ ਪੈਂਦੇ ਆ, ਐਂਗਜ਼ਾਇਟੀ ਹੋਣ ਲੱਗ ਪੈਂਦੀ ਆ, ਹਾਂਜੀ। ਸੋ ਇਸੇ ਕਰਕੇ ਜਿਹੜੇ ਐਡਿਕਟ ਹੋ ਜਾਂਦੇ ਉਹ ਕੁਝ ਵੀ ਕਰਨ ਨੂੰ ਤਿਆਰ ਹੈ ਆਪਣਾ ਨਸ਼ਾ ਲੈਣ ਨੂੰ, ਹਨਾ। ਜੇ ਉਹਨਾਂ ਨੂੰ ਚੋਰੀ ਵੀ ਕਰਨੀ ਪਵੇ ਉਹ ਚੋਰੀ ਵੀ ਕਰਨ ਨੂੰ ਤਿਆਰ ਹੋ ਜਾਂਦੇ ਆ, ਹਾਂਜੀ। ਪਰ ਡਾਕਟਰ, ਬੜੀ ਕਮਾਲ ਦੀ ਗੱਲ ਹੈ, ਲੋਕੀ ਆਪਣੀ ਕਾਰ ਦੀ ਜ਼ਿਆਦਾ ਪਰਵਾਹ ਕਰਦੇ ਆਪਣੇ ਜਿਸਮ ਨਾਲੋਂ। ਜਿੰਨੀ ਕਾਰ ਦੀ ਕਰਦੇ, ਕਦੇ ਆਪਣੀ ਕਰਨ ਤੇ ਕਦੇ ਬਿਮਾਰ ਨਹੀਂ ਹੋਣ। ਹਾਂਜੀ। ਦੇਖੋ ਜੀ, ਆਪਣੀ ਸਿਹਤ ਦਾ ਸਭ ਤੋਂ ਵੱਧ ਖਿਆਲ ਰੱਖਣਾ ਚਾਹੀਦਾ, ਸ਼ੁੱਡ ਬੀ ਨੰਬਰ 1, ਕਿ ਉਹ ਸਿਹਤ ਤੋਂ ਬਿਨਾਂ ਤੁਹਾਡੇ ਕੁਝ ਵੀ ਨਹੀਂ ਹੈਗਾ, ਹਾਂਜੀ। ਹੈਲਥ ਇਜ਼ ਵੈਲਥ, ਹਾਂਜੀ। ਪੈਸਾ ਤੁਹਾਡਾ ਲੂਜ਼ ਹੋ ਜਾਓਗੇ, ਉਹ ਤਾਂ ਤੁਸੀਂ ਪੈਸਾ ਫੇਰ ਕਮਾ ਸਕਦੇ ਆ, ਹਨਾ। ਪਰ ਹੈਲਥ ਤੁਹਾਡੀ ਜਾਂਦੀ ਲੱਗਦੀ ਹੈ ਤਾਂ ਕੁਝ ਵੀ ਨਹੀਂ ਰਹਿੰਦਾ। ਹੈਲਥ ਤੋਂ ਬਿਨਾਂ ਤੁਹਾਡੇ ਲਾਈਫ ਕੀ ਰਹਿੰਦਾ ਹੈ? ਕੁਆਲਿਟੀ ਆਫ ਲਾਈਫ ਸਾਰਾ ਖਰਾਬ ਹੋ ਜਾਂਦਾ ਹੈ। ਆਈ ਥਿੰਕ ਸਾਰਾ ਨੂੰ ਇੰਪੋਰਟੈਂਟ ਗੱਲ ਹੈ ਨਾ, ਬਹੁਤ ਵੱਡੀ ਗੱਲ। ਜਿਹੜੀ ਅਸੀਂ ਮੈਡੀਸਿਨ ਦੀ ਵੀ ਗੱਲ ਕਰਦੇ, ਉਹਦੇ ਜਰਨਲ ਵੀ ਗੱਲ ਕਰਦੇ ਨਾ, ਥੋੜਾ ਅਵੇਅਰਨੈਸ ਲੈ ਕੇ ਆ ਰਹੇ। ਮੈਂ ਤੇ ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ, ਗੱਲਾਂ ਚੋਂ ਗੱਲ ਨਿਕਲਦੀ ਹੈ, ਅਸੀਂ ਨਾ ਆਪਣੀ ਇਨਸਾਨ ਦੀ ਜੂੰਝ ਪੇ ਅਸੀਂ ਉਹਦੀ ਕਦਰ ਨਹੀਂ ਕਰਦੇ। ਹਾਂਜੀ, ਹਾਂ। ਦੇਖੋ, ਪਰਮਾਤਮਾ ਨੇ ਸਾਨੂੰ ਇਹ ਜਿਹੜੀ ਜੂਨ ਦਿੱਤੀ ਹੈ, ਹਾਂ, ਇਹ ਬੜੀ ਅਲੱਗ ਆ। ਤੁਸੀਂ ਬਾਕੀ ਦੇ ਪਸ਼ੂਆਂ ਨੂੰ ਦੇਖ ਲਓ, ਚਲੋ ਉਹ ਵੀ ਜੀਂਦੇ ਆ, ਬਿਲਕੁਲ। ਪਰ ਜਿਹੜੀ ਮਨੁੱਖੀ ਇਹ ਜੀਵਨ ਆ, ਇਹ ਬਿਲਕੁਲ ਅਲੱਗ ਆ, ਹਾਂਜੀ। ਇਹ ਬਹੁਤ ਵੱਡੇ ਲੈਵਲ ਤੇ ਆ, ਪਰ ਫਿਰ ਵੀ ਆਪਾਂ ਸੋਚਦੇ ਨਹੀਂ ਹੈਗੇ ਕਿ ਪਰਮਾਤਮਾ ਨੇ ਸਾਨੂੰ ਇਸ ਲੈਵਲ ਤੇ ਪਹੁੰਚਾਇਆ ਵੀ ਇਹ ਸਾਡੀ ਹੋਰ ਇਵੋਲੂਸ਼ਨ, ਸਪਿਰਿਚੁਅਲ ਡਿਵੈਲਪਮੈਂਟ ਹੋ ਸਕੇ। ਅਸੀਂ ਫਿਰ ਵੀ ਉਹ ਪਸ਼ੂਆਂ ਵਾਂਗ ਬਿਹੇਵ ਕਰਨਾ ਲਾਈਕ ਕਰਦੇ ਹਾਂ ਜੀ। ਚਲੋ, ਅਸੀਂ ਥੋੜੇ ਜਿਹਾ ਇੱਧਰ ਉੱਧਰ ਚਲੇ ਗਏ, ਗੱਲਾਂ ਕਰਦੇ, ਉਹ ਵੀ ਜ਼ਰੂਰੀ ਹੁੰਦੀਆਂ ਕਿ ਤਾਂ ਕਿ ਬੰਦਾ ਆਪਣੇ ਜਿਹੜਾ ਇਨਸਾਨ ਦੀ ਜੂਨ ਪਿਆ ਉਹਦੀ ਕਦਰ ਕਰੇ, ਸ਼ੁਕਰਾਨਾ ਕਰੇ ਰੱਬ ਦਾ ਕਿ ਮੈਂ ਇੱਕ ਆਦਮੀ ਜਾਂ ਮੈਂ ਔਰਤ ਬਣ ਕੇ ਆਇਆ, ਦੁਨੀਆ ਦੇ ਵਿੱਚ ਇਨਸਾਨ ਬਣ ਕੇ ਆਇਆ। ਮੈਂ ਪਹਿਲਾਂ ਨੰਬਰ ਰਿਪੀਟ ਕਰ ਦੇਣਾ, 0121551101 ਤੇ ਕਾਲ ਕਰੋ। ਅਗਰ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਆ, ਪਲੀਜ਼ ਮੇਕ ਸ਼ੋਰ ਤੁਸੀਂ ਸ਼ੋਅ ਦੇ ਦਰਮਿਆਨ ਕਾਲ ਕਰੋ। ਜਦੋਂ ਸਾਡੇ ਕਾਲ ਸੈਂਟਰ ਨੂੰ ਕਾਲ ਕਰਦੇ ਹੋ, ਤੁਸੀਂ ਉਹਨਾਂ ਨੂੰ ਦੱਸ ਦੇਵੋ ਕਿ ਅਸੀਂ ਗੱਲ ਨਹੀਂ ਕਰਨੀ, ਡਾਕਟਰ ਨੂੰ ਨੰਬਰ ਦੇ ਦਿਓ ਕੱਲਾ। ਜੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤਾਂ ਉਹਨਾਂ ਨੂੰ ਇਹ ਵੀ ਦੱਸ ਦੇਣਾ। ਸਾਡੀਆਂ ਲਾਈਨਾਂ ਖੁੱਲ੍ਹੀਆਂ, ਕਾਲ ਸੈਂਟਰ ਬੈਠੇ ਨੇ, ਤੁਹਾਡਾ ਇੰਤਜ਼ਾਰ ਕਰਦੇ ਨੇ ਕਾਲ ਦਾ। ਬਹੁਤ ਲਾਈਨਾਂ ਦੇ, ਕਈ ਦਫਾ ਜੇ ਬਿਜ਼ੀ ਹੋਏ, ਪਲੀਜ਼ ਕੀਪ ਟਰਾਈਂਗ। ਤੁਸੀਂ ਰਾਤ ਨੂੰ 10 ਵਜੇ ਤੱਕ ਕਾਲ ਕਰ ਸਕਦੇ ਹੋ, ਸਾਡਾ ਕਾਲ ਸੈਂਟਰ ਖੁੱਲ੍ਹਾ ਹੁੰਦਾ। ਇਨਫੈਕਟ ਤੁਸੀਂ ਅੱਜ ਮਿਸ ਕਰ ਦਿਓ ਤਾਂ ਤੁਸੀਂ ਕੱਲ੍ਹ ਵੀ ਕਰ ਸਕਦੇ ਹੋ। ਕੀਪ ਕਾਲਿੰਗ 0121551001। ਡਾਕਟਰ ਜੀ, ਆਪ ਕਿਹੜੇ ਮੁੱਦੇ ਤੇ ਗੱਲ ਕਰਨੀ ਹੈ? ਹਾਂਜੀ ਭਾਜੀ, ਅੱਜ ਆਪਾਂ ਐਸਥਮਾ ਤੇ ਕਰਨੀ ਆ, ਤੇ ਜਿਹਨੂੰ ਪੰਜਾਬੀ ਵਿੱਚ ਆਪਾਂ ਦਮਾ ਕਹਿੰਦੇ ਆ। ਦਮਾ ਕਹਿੰਦੇ ਆ, ਹਾਂਜੀ। ਸੋ ਇਹ ਬਹੁਤ ਹੀ ਕਾਮਨ ਬਿਮਾਰੀ ਹੈ ਅੱਜ ਕੱਲ੍ਹ, ਤੇ ਖਾਸ ਕਰ ਬੱਚਿਆਂ ਨੂੰ ਬਹੁਤ ਹੁੰਦੀ ਹੈ। ਬੱਚਿਆਂ ਨੂੰ ਬਹੁਤ ਹੁੰਦੀ, ਹਾਂਜੀ। ਤੇ ਇਹਦੇ ਸਾਈਨ ਸਿੰਪਟਮਸ ਹੁੰਦੇ ਪਈ, ਪਹਿਲਾਂ ਤਾਂ ਤੁਹਾਡਾ ਸਾਹ ਰੁਕਣ ਲੱਗ ਪੈਂਦਾ ਆ, ਹਾਂਜੀ। ਬ੍ਰੈਥਲੈਸਨੈਸ ਹੋ ਜਾਂਦੀ ਆ, ਤੇ ਜਦੋਂ ਤੁਸੀਂ ਸਾਹ ਲੈਂਦੇ ਆ, ਚੈਸਟ ਵਿੱਚ ਸੀਟੀ ਵੱਜਣ ਲੱਗ ਪੈਂਦੀ, ਵੀਜ਼ਿੰਗ ਹੋਣ ਲੱਗ ਪੈਂਦੀ ਆ, ਅੱਛਾ, ਹਾਂਜੀ। ਤੇ ਤੁਹਾਡੀ ਚੈਸਟ ਜਿਹੜੀ ਥੋੜੀ ਟਾਈਟ ਫੀਲ ਹੁੰਦੀ ਆ, ਤੇ ਖੰਘ ਵੀ ਆਉਂਦੀ ਰਹਿੰਦੀ ਕਈ ਵਾਰੀ। ਤੇ ਇਹ ਜਿਹੜੇ ਸਿੰਪਟਮ ਆ, ਇਹ ਤੁਹਾਨੂੰ ਵੇਟ ਨਹੀਂ ਕਰਨੀ ਚਾਹੀਦੀ, ਉਸੇ ਵੇਲੇ ਤੁਸੀਂ ਟ੍ਰੀਟਮੈਂਟ ਲਓ ਇਹਦੇ ਵਾਸਤੇ,
ਕਿਉਂਕਿ ਇਹ ਬਿਮਾਰੀ ਜਿਹੜੀ ਆ ਜੇ ਤੁਹਾਨੂੰ ਸਵੇਰ ਐਸਥਮਾ ਅਟੈਕ ਹੋ ਜਾਂਦਾ ਹੈ ਇਹ ਬੜਾ ਖਤਰਨਾਕ ਹੋ ਸਕਦਾ। ਅੱਛਾ। ਹਾਂਜੀ, ਤੇ ਕਈ ਵਾਰੀ ਚੈਸਟ ਵਿੱਚ ਇਨਫੈਕਸ਼ਨ ਹੋ ਜਾਂਦਾ। ਇਨਫੈਕਸ਼ਨ ਦੇ ਨਾਲ ਇਹ ਐਸਥਮਾ ਜਿਹਨੂੰ ਹੈਗਾ ਉਹਦਾ ਵੱਧ ਜਾਂਦਾ, ਬਹੁਤ ਜ਼ਿਆਦਾ ਸਵੇਰ ਹੋ ਜਾਂਦਾ, ਤੇ ਜੇ ਇਹਨੂੰ ਇੱਕਦਮ ਤੁਸੀਂ ਨਾ ਕੰਟਰੋਲ ਕਰੋ ਤੇ ਮੌਤ ਵੀ ਹੋ ਸਕਦੀ ਆ। ਹਾਂਜੀ ਡਾਕਟਰ ਸਾਹਿਬ ਵੱਡੀ ਏਜ ਨੂੰ ਹੋ ਸਕਦਾ? ਵੱਡੀ ਏਜ ਵੀ ਹੋ ਸਕਦਾ ਹੈ ਕਿਉਂਕਿ ਇਹਦੇ ਕਈ ਕਾਜ਼ਸ ਆ ਜੀ। ਹਾਂਜੀ, ਤੇ ਜਿਹੜੇ ਹੁਣ ਪੇਂਟ ਸਪਰੇਇੰਗ ਕਰਦੇ ਆ ਜਾਂ ਬੇਕਰੀ ਵਿੱਚ ਕੰਮ ਕਰਦੇ ਆ, ਉੱਥੇ ਆਟਾ ਹੁੰਦਾ ਨਾ, ਬਰੀਕ ਬਰੀਕ ਆਟਾ, ਤੇ ਜਾਂ ਕੋਈ ਸਟੋਨ ਦਾ ਕੰਮ ਕਰਦੇ ਆ ਬਿਲਡਿੰਗ ਸਾਈਟ ਤੇ, ਜਿਹੜਾ ਹਵਾ ਦੇ ਵਿੱਚ ਹੁੰਦੀ ਚੀਜ਼। ਹਾਂ, ਤੇ ਉੱਥੇ ਬਰੀਕ ਬਰੀਕ ਜਿਹੜਾ ਡਸਟ ਹੁੰਦਾ ਆ, ਤੇ ਉਹ ਤੁਹਾਡੇ ਅੰਦਰ ਜਾ ਕੇ ਉਹਦੇ ਨਾਲ ਵੀ ਅਸਥਮਾ ਹੋ ਸਕਦਾ ਹੈ। ਹਾਂਜੀ, ਕਈ ਮੈਂ ਦੇਖੇ ਪੇਪਰ ਇੰਡਸਟਰੀ ਵਿੱਚ ਕੰਮ ਕਰਦੇ ਆ, ਉੱਥੇ ਬਰੀਕ ਬਰੀਕ ਫਾਈਬਰ ਹੁੰਦੇ ਪੇਪਰ ਦੇ, ਉਹਨਾਂ ਨੂੰ ਸਾਹ ਦਾ ਪ੍ਰੋਬਲਮ ਹੋ ਜਾਂਦਾ ਹੈ। ਤੇ ਬੱਚਿਆਂ ਨੂੰ ਖਾਸ ਕਰਕੇ ਹੁੰਦਾ ਹੈ, ਕਈ ਵਾਰੀ ਫੈਮਿਲੀ ਵਿੱਚ ਵੀ ਇਹ ਜੈਨੇਟਿਕ ਲਿੰਕ ਹੈਗਾ ਮੈਂ ਹੈ। ਤੁਹਾਨੂੰ ਪੁੱਛਣ ਹੀ ਲੱਗਾ ਸੀਗਾ ਵੈਸੇ। ਹਾਂਜੀ, ਅੱਛਾ, ਫੈਮਿਲੀ 'ਚ ਹੈਗਾ ਲਿੰਕ? ਹੈਰੀਡਿਟਰੀ ਲਿੰਕ ਹੈਗਾ ਆ। ਜੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਐਸਥਮਾ ਹੈਗਾ ਆ ਤਾਂ ਬੱਚੇ ਦਾ ਐਸਥਮਾ ਹੋਣ ਦਾ ਚਾਂਸ ਵੱਧ ਜਾਂਦਾ ਹੈ। ਰੀਅਲੀ? ਹਾਂਜੀ, ਇਟ ਇਨਕਰੀਸਿਸ। ਤੇ ਕਈ ਬੱਚਿਆਂ ਨੂੰ ਛੋਟੀ ਉਮਰ ਵਿੱਚ ਇਨਫੈਕਸ਼ਨ ਹੋ ਕੇ, ਲੰਗ ਇਨਫੈਕਸ਼ਨ ਹੋ ਕੇ ਉੱਥੋਂ ਐਸਥਮਾ ਸ਼ੁਰੂ ਹੋ ਜਾਂਦਾ ਹੈ। ਤੇ ਕਈ ਬੱਚਿਆਂ ਨੂੰ ਇਹ ਮੈਂ ਦੇਖਿਆ ਪਏ, ਹੁਣ 40 ਸਾਲ ਹੋ ਗਏ ਮੈਨੂੰ ਇਦਾਂ ਦੇ ਕੇਸ ਦੇਖਦਿਆਂ ਨੂੰ, ਤੇ ਬਹੁਤ ਬੱਚਿਆਂ ਨੂੰ ਉਹ ਕੋਲਡ ਐਂਡ ਫਲੂ ਹੋਇਆ ਰਹਿੰਦਾ ਹੈ। ਹਾਂਜੀ ਹਾਂਜੀ, ਇਮਿਊਨ ਸਿਸਟਮ ਥੋੜ੍ਹਾ ਜਿਹਾ ਵੀਕ ਹੁੰਦਾ ਉਹਨਾਂ ਦਾ, ਤੇ ਉਹਨਾਂ ਨੂੰ GP ਕੇ ਲੈ ਜਾਂਦੇ ਮਾਪੇ, ਉਹ ਹਰ ਵੇਲੇ ਉਹਨਾਂ ਨੂੰ ਦੇ ਦਿੰਦੇ ਆ ਐਂਟੀਬਾਇਓਟਿਕ। ਹਾਂਜੀ, ਐਂਟੀਬਾਇਓਟਿਕ ਦੇਣੇ ਤਾਂ ਨਹੀਂ ਚਾਹੀਦੇ ਕਿਉਂਕਿ ਹੁਣ ਤਾਂ ਗਵਰਨਮੈਂਟ ਨੇ ਵੀ GPs ਨੂੰ ਕਿਹਾ ਹੈ ਕਿ ਤੁਸੀਂ ਓਵਰ ਪ੍ਰਿਸਕ੍ਰਾਈਬਿੰਗ ਕਰ ਰਹੇ ਆ ਐਂਟੀਬਾਇਓਟਿਕਸ ਦੇ। ਜਿੱਦਾਂ ਤੋਂ ਜ਼ਿਆਦਾ ਉਹ ਐਂਟੀਬਾਇਓਟਿਕਸ ਵਾਰ-ਵਾਰ ਦੇਈ ਜਾਂਦੇ ਆ, ਉਹ ਜਿਹੜੇ ਬੈਕਟੀਰੀਆ ਉਹ ਰੈਜ਼ਿਸਟੈਂਟ ਹੋ ਜਾਂਦੇ ਭਾਜੀ। ਹਾਂਜੀ, ਹੁਣ ਇੱਦਾਂ ਨਵੇਂ ਸਟ੍ਰੇਨਸ ਆ ਰਹੇ ਆ, ਉਹਨਾਂ ਤੇ ਐਂਟੀਬਾਇਓਟਿਕ ਕੰਮ ਨਹੀਂ ਕਰ ਰਹੇ। ਇਸੇ ਕਰਕੇ GPs ਨੇ ਬਹੁਤ ਓਵਰ ਪ੍ਰਿਸਕ੍ਰਾਈਬਿੰਗ ਕੀਤਾ, ਵਾਰ-ਵਾਰ ਐਂਟੀਬਾਇਓਟਿਕ ਸਾਰਿਆਂ ਨੂੰ ਐਵੇਂ ਦਿੰਦੇ ਰਹੇ। ਜਿਹਨੂੰ ਨਹੀਂ ਵੀ ਲੋੜ ਸੀ ਉਹਨੂੰ ਵੀ ਦੇ ਦੇਣਾ, ਉਹਨੇ ਵੀ ਮਰੀਜ਼ ਆਇਆ ਇਹਨੂੰ ਗਲੋਂ ਲਾਓ ਐਂਟੀਬਾਇਓਟਿਕ ਦੇ ਦਿਓ। ਰੀਅਲੀ? ਹਾਂਜੀ, ਤੇ ਸੋ ਇਹ ਬੱਚਿਆਂ ਦਾ ਕੀ ਹੁੰਦਾ, ਉਹ ਐਂਟੀਬਾਇਓਟਿਕ ਲੈਂਦੇ ਰਹਿੰਦੇ ਆ, ਨਾਲ ਉਹਨਾਂ ਨੂੰ ਐਂਟੀਹਿਸਟਾਮਿਨ ਸਿਰਪ ਦੇ ਦਿੰਦੇ ਆ ਵੀ ਉਹ ਰੇਸ਼ਾ ਰੂਸ਼ਾ ਸੁੱਕ ਜਾਵੇ, ਤੇ ਉਹ ਬਿਮਾਰੀ ਜਿਹੜੀ ਆ ਉਹ ਦਬਾ ਹੋ ਜਾਂਦੀ ਆ। ਤੇ ਜਦੋਂ ਦਬਾ ਹੋ ਜਾਂਦੀ ਉਹ ਫਿਰ ਛਾਤੀ 'ਚ ਪਹੁੰਚ ਜਾਂਦੀ, ਰਾਈਟ। ਸੋ ਉਹਨਾਂ ਨੂੰ ਕੋਲਡ ਹੋਣ ਤੋਂ, ਨਜ਼ਲਾ ਹੋਣ ਤੋਂ ਹਟ ਜਾਂਦਾ, ਪਰ ਸਾਹ ਹੋ ਜਾਂਦਾ। ਸੋ ਕਈ ਕੇਸ ਇੱਦਾਂ ਦੇ ਮੈਂ ਦੇਖੇ ਆ, ਜੇ ਉਹਨਾਂ ਨੂੰ ਫਿਰ ਜੇ ਅਸੀਂ ਹੋਮਿਓਪੈਥਿਕ ਦਵਾਈ ਦੇ ਦੀ ਆ ਤੇ ਉਹਨਾਂ ਦੀ ਫਿਰ ਉਹ ਸਾਹ ਠੀਕ ਹੋ ਜਾਂਦਾ ਹੈ, ਤੇ ਵਾਪਸ ਮੁੜ ਕੇ ਉਹਨਾਂ ਦਾ ਨੱਕ ਵਗਣ ਲੱਗ ਪੈਂਦਾ ਜੀ। ਅੱਛਾ, ਰਿਵਰਸ ਜਾਣਾ ਪੈਂਦਾ ਹੈ ਕਿਉਰ ਕਰਨ ਲਈ। ਤੇ ਹੋਮੋਪੈਥਿਕ ਦਾ ਹੈ ਉਹਦਾ ਇਲਾਜ? ਹਾਂਜੀ, ਹੋਮਿਓਪੈਥਿਕ ਦਾ ਇਲਾਜ ਬਹੁਤ ਵਧੀਆ ਹੈ ਤੇ ਬਿਲਕੁਲ ਸੇਫ ਆ ਉਹ। ਤੇ ਇਹ ਬੱਚਿਆਂ 'ਚ ਖਾਸ ਕਰਕੇ ਪ੍ਰੋਬਲਮ ਹੈਗਾ, ਇਹਨਾਂ ਨੂੰ ਅਸੀਂ ਬਹੁਤ ਇੱਦਾਂ ਦੇ ਕੇਸ ਟ੍ਰੀਟ ਕਰੀਦੇ ਆ। ਤੇ ਜਿਹੜਾ ਇਹ ਜੈਨੇਟਿਕ ਹੈਰੀਡਿਟਰੀ ਲਿੰਕ ਵੀ ਹੈਗਾ ਆ, ਵੀ ਉਹਨਾਂ ਦਾ ਵੀਕਨੈਸ ਬਣ ਜਾਂਦਾ ਹੈ ਵੀ ਬੱਚਿਆਂ ਦਾ ਜਿਨ੍ਹਾਂ ਦੇ ਫੈਮਿਲੀ ਵਿੱਚ ਹੈਗਾ ਇਸਤੇਮਾਲ, ਉਸ ਲਈ ਵੀ ਸਾਡੇ ਕੋਲ ਸਪੈਸੀਫਿਕ ਦਵਾਈ ਹੈ ਜਿਹੜਾ ਉਹ ਲਿੰਕ ਕੱਟ ਦਿੰਦੀ ਜੀ। ਸੋ ਉਹਨਾਂ ਨੂੰ ਘੱਟ ਚਾਂਸ ਹੋਵੇ ਬੱਚਿਆਂ ਨੂੰ ਉਹ ਇਦਾਂ ਦੀ ਬਿਮਾਰੀ ਹੋਣ ਦਾ। ਡਾਕਟਰ ਸਾਹਿਬ, ਇਹ ਤੁਸੀਂ ਦੱਸਿਆ ਕਿ ਫੈਮਿਲੀ ਵੀ ਇਨਹੈਰਿਟ ਹੋ ਜਾਂਦਾ, ਉਹਦੇ ਵਿੱਚੋਂ ਫੈਮਿਲੀ ਵਿੱਚੋਂ ਦੇ ਦਾਦੇ ਕਿਸੇ ਨੂੰ ਹੋਵੇ, ਤੇ ਕਈ ਦਫਾ ਕਿਸੇ ਫੈਮਿਲੀ ਦੀ ਹਿਸਟਰੀ ਨਾ ਹੋਵੇ ਤੇ ਇੱਕ ਬੱਚੇ ਨੂੰ ਹੋ ਜਾਵੇ। ਹਾਂਜੀ, ਉਹ ਕਿਉਂ ਹੋ ਜਾਂਦਾ? ਹਾਂਜੀ, ਉਹ ਹੋ ਸੌਰੀ, ਪਹਿਲਾਂ ਤੁਸੀਂ ਜਵਾਬ ਦੇ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ, ਮੈਂ ਯਾਦ ਰੱਖਾਂਗਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਡਾਕਟਰ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਮੈਂ ਹੋ? ਜੀ ਬਲਵੰਤ ਸਿੰਘ ਰਾਏ ਬੋਲਦਾ ਇੱਥੋਂ ਬਰੋਰੰਟਨ ਤੋਂ। ਭਾਜੀ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸੁਣ ਰਹੇ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਪੁੱਛਣਾ ਜੀ ਗਾਊਟ ਬਾਰੇ, ਜਿਹਦਾ ਯੂਰਿਕ ਐਸਿਡ ਵੱਧ ਜਾਂਦਾ ਜੀ ਕਾਫੀ। ਹਾਂਜੀ ਹਾਂਜੀ, ਇਹਦੇ ਬਾਰੇ ਦੱਸੋ, ਇਹਦਾ ਕੋਈ ਖਾਣਾ ਪੀਣਾ ਇਲਾਜ ਰੋਜ਼? ਹਾਂਜੀ, ਇਹ ਯੂਰਿਕ ਐਸਿਡ ਕ੍ਰਿਸਟਲ ਭਾਜੀ ਬਣਦੇ ਹੈਗੇ ਜ਼ਿਆਦਾ ਪ੍ਰੋਟੀਨ ਤੋਂ, ਹਾਂਜੀ, ਤੇ ਜੇ ਤੁਸੀਂ ਮੀਟ ਖਾਂਦੇ ਉਹ ਤੋਂ ਵੱਧਦੇ ਆ, ਤੇ ਜੇ ਤੁਸੀਂ ਡਰਿੰਕ ਸ਼ਰਾਬ ਪੀਂਦੇ ਆ ਉਹਦਾ ਵੀ ਫੈਕਟਰੀ ਲਿੰਕ ਹੁੰਦਾ ਵਿੱਚ। ਇਹ ਮੈਂ ਦੋਨੋਂ ਨਹੀਂ ਖਾਂਦਾ ਜੀ। ਦੋਨੋਂ ਨਹੀਂ ਖਾਂਦੇ ਹੈਗੇ? ਹਾਂ। ਫਿਰ ਤੁਹਾਡੀ ਹੋਰ ਕੋਈ ਡਾਈਟ ਹੈਗੀ ਜਿਹੜੀ ਚੇਂਜ ਕਰਨ ਵਾਲੀ ਆ? ਡਾਈਟ ਦਾ ਗੱਲ ਹੈ, ਆਪਾਂ ਰੋਟੀ ਖਾਈਦੀ ਆ, ਉਹ ਵੀ ਜਿੱਦਾਂ। ਹਾਂਜੀ, ਫਿਰ ਕਈਆਂ ਨੂੰ ਰੋਟੀ ਵੀ ਨਹੀਂ ਪਚਦੀ ਹੈ ਨਾ, ਉਹ ਵੀ ਐਸਿਡਿਕ ਹੁੰਦੀ ਆ। ਐਸਿਡ ਜਦੋਂ ਐਸਿਡ ਪੈਦਾ ਕਰਦੀ ਆ ਤੇ ਉਹਦਾ ਵੀ ਕੋਈ ਨਾ ਕੋਈ ਮੈਟਾਬੋਲਿਜ਼ਮ ਹੁੰਦਾ ਹੈ। ਇਹ ਆਟੇ ਵਿੱਚ ਵੀ ਇੱਕ ਪ੍ਰੋਟੀਨ ਹੁੰਦੀ, ਗਲੂਟਨ ਉਹਨੂੰ ਕਹਿੰਦੇ ਆ। ਹਾਂਜੀ, ਸੋ ਹੋਰ ਕਈ ਖੁਰਾਕ ਹੈਗੀਆਂ ਜਿਨ੍ਹਾਂ ਵਿੱਚ ਹੋਰ ਤਰ੍ਹਾਂ ਦੀ ਪ੍ਰੋਟੀਨ ਹੁੰਦੀ ਆ, ਤੇ ਬੋਡੀ ਜਦੋਂ ਨਹੀਂ ਚੰਗੀ ਤਰ੍ਹਾਂ ਪ੍ਰੋਸੈਸ ਕਰਦੀ ਉਹਦੇ ਯੂਰਿਕ ਐਸਿਡ ਬਣ ਜਾਂਦੀ ਆ। ਤੇ ਅਸੀਂ ਤੁਹਾਨੂੰ ਐਡਵਾਈਸ ਕਰ ਸਕਦੇ ਕਿ ਉਹ ਯੂਰਿਕ ਐਸਿਡ ਬਣਨੇ ਤੋਂ ਕਿੱਦਾਂ ਹਟਾਉਣੀ ਆ, ਤੇ ਉਹ ਜਿਹੜੀ ਬਣ ਚੁੱਕੀ ਹੈ ਉਹਨੂੰ ਕਿੱਦਾਂ ਬੋਡੀ ਚੋਂ ਕੱਢਣਾ ਹੈ। ਭਾਜੀ ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਤੇ ਤੁਸੀਂ ਬਾਅਦ ਵਿੱਚ ਨਾ, ਕਿਉਂਕਿ ਮੈਂ ਦੱਸਿਆ ਔਨ 에ਅਰ ਖੁੱਲ ਕੇ ਗੱਲ ਨਹੀਂ ਹੁੰਦੀ। ਨਹੀਂ, ਠੀਕ ਹੈ ਜੀ। ਹਾਂ, ਡਾਕਟਰ ਸਾਹਿਬ ਤੁਹਾਨੂੰ ਕੁਝ ਸਵਾਲ ਪੁੱਛਣਗੇ, ਉਹਦੇ ਮੁਤਾਬਿਕ ਤੁਹਾਨੂੰ ਇਲਾਜ ਦੱਸ ਸਕਦੇ ਨੇ।
ਤੁਹਾਨੂੰ ਬਾਅਦ ਵਿੱਚ ਕਾਲ ਕਰਾਂਗੇ। ਇਹਨਾਂ ਤੁਹਾਡਾ ਨੰਬਰ ਇਹਨਾਂ ਨੂੰ ਦਿੱਤਾ ਜਾਏਗਾ। ਬਹੁਤ ਮਿਹਰਬਾਨੀ ਤੁਹਾਡੇ ਕਾਲ ਕਰਨ ਦਾ। ਤੁਸੀਂ ਦੇਖੋ ਮੈਂ ਤੁਹਾਨੂੰ ਮੁੜ ਕੇ ਇਹਨਾਂ ਦਾ ਨੰਬਰ ਜੇ ਹੋਵੇ ਤਾਂ ਉੱਤੇ ਹੀ ਕਰ ਸਕਦਾ ਗੱਲ ਜਦੋਂ ਟਾਈਮ ਹੋਵੇ ਮੇਰੇ ਕੋਲ। ਨਹੀਂ ਠੀਕ ਹੈ, ਸਾਨੂੰ ਤੁਹਾਡਾ ਨੰਬਰ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ। ਇਹ ਤੁਹਾਡੇ ਗਾਰਡ ਪਿੱਛੇ ਅਸੀਂ ਥੋੜੀ ਜਿਹੀ ਹੋਰ ਗੱਲ ਕਰਦੇ ਹਾਂ, ਤੁਸੀਂ ਟੀਵੀ ਦੇਖੋ ਜ਼ਰਾ ਫੋਨ ਰੱਖ ਕੇ। ਥੈਂਕ ਯੂ ਜੀ, ਤੁਹਾਡਾ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਇਹ ਇਹਨਾਂ ਦਾ ਬੜਾ ਅੱਛਾ ਇੰਟਰਸਟਿੰਗ ਸਵਾਲ ਹੈਗਾ। ਮੇਰੇ ਹਿਸਾਬ ਨਾਲ ਸੀਗਾ ਜੋ ਮੈਨੂੰ ਸੈਂਸ ਕਿ ਮੀਟ ਖਾਣ ਵਾਲੇ ਨੂੰ ਜਾਂ ਸ਼ਰਾਬ ਪੀਣ ਵਾਲੇ ਨੂੰ ਹੁੰਦਾ ਹੈ, ਵੈਜੀਟੇਬਲ ਵਾਲੇ ਨੂੰ ਨਹੀਂ ਹੋ ਸਕਦਾ ਕੰਮ। ਨਹੀਂ ਹੋ ਸਕਦਾ, ਮੈਨੂੰ ਅੱਜ ਪਹਿਲੀ ਦਫਾ ਪਤਾ ਲੱਗਿਆ। ਨਹੀਂ ਹੋ ਜਾਂਦਾ ਹੈ। ਤੇ ਇਹ ਆਰਥੋਡਾਕਸ ਮੈਥਡ ਇਹੀ ਹੈ, ਉਹੀ ਇਹਨੂੰ ਕਹਿਣਗੇ ਵੀ ਤੁਸੀਂ ਮੀਟ ਬੰਦ ਕਰ ਦਿਓ, ਸ਼ਰਾਬ ਬੰਦ ਕਰ ਦਿਓ। ਪਰ ਇਹ ਮੈਂ ਦੇਖਿਆ ਐਕਸਪੀਰੀਅੰਸ ਵਿੱਚ ਵੀ ਹੋਰਨਾਂ ਲੋਕਾਂ ਨੂੰ ਜਿਹੜੇ ਨਹੀਂ ਇਸਤੇਮਾਲ ਕਰਦੇ ਇਹ ਚੀਜ਼ਾਂ, ਉਹਨਾਂ ਨੂੰ ਵੀ ਗਾਊਟ ਹੋ ਜਾਂਦਾ ਹੈ। Really? ਹਾਂਜੀ ਹਾਂਜੀ ਯਾ ਮੈਂ ਫਸਟ ਟਾਈਮ ਸੁਣੀ ਗੱਲ। ਰੀਅਲੀ ਹਾਂਜੀ, ਨਹੀਂ ਇਟਸ ਟਰੂ। ਬੜੀ ਅੱਛੀ ਗੱਲ ਹੈ ਜਦੋਂ ਤੁਸੀਂ ਭਾਈ ਸਾਹਿਬ ਨੇ ਬੰਦੇ ਸਾਹਿਬ ਨੇ ਕਾਲ ਕੀਤਾ। ਦੇਖੋ ਇਹ ਐਜੂਕੇਸ਼ਨਲ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਮੀਟ ਖਾਣੇ ਤਾਂ ਹੋਏਗਾ, ਉਹ ਤੋਂ ਬਿਨਾਂ ਵੀ ਹੋ ਸਕਦਾ ਹੈ। ਡਾਕਟਰ ਸਾਹਿਬ ਮੈਂ ਸੌਰੀ ਆਪਾਂ ਦੂਰ ਨਹੀਂ ਜਾਣਾ, ਮੈਂ ਥੋੜੀ ਖੋਜ ਕਰਦਾ। ਇਹ ਜਾ ਕੇ ਅੰਗੂਠੇ 'ਚ ਜਾਂ ਕਿਤੇ ਜਾ ਕੇ ਕਿ ਉੱਥੇ ਕਿਉਂ ਪੇਨ ਹੁੰਦੀ, ਹੋਰ ਕਿਤੇ ਕਿਉਂ ਨਹੀਂ ਇਹਦੇ ਨਾਲ ਹਾਂਜੀ ਕੰਮ? ਹਾਂਜੀ। ਸੋ ਜਿੱਥੇ ਸਰਕੂਲੇਸ਼ਨ ਘੱਟ ਹੁੰਦੀ ਹੈ ਨਾ, ਉੱਥੇ ਜਾ ਕੇ ਹਾਂਜੀ ਪੈਂਦਾ ਉੱਥੇ ਜਾ ਕੇ ਪਹਿਲਾਂ ਇਹ ਸ਼ੁਰੂ ਹੁੰਦੀ ਹੈ। ਕਿਉਂਕਿ ਤੁਹਾਡੇ ਸਰਕੂਲੇਸ਼ਨ ਖੂਨ ਯੂਰਿਕ ਐਸਿਡ ਖੂਨ ਵਿੱਚ ਹੁੰਦਾ ਨਾ, ਤੇ ਜਾਂਦਾ ਜਾਂਦਾ ਉੱਥੇ ਵੀ ਡਿਪੋਜ਼ਿਟ ਹੋ ਜਾਂਦਾ ਕਿ ਉੱਥੇ ਬਰੀਕ ਬਲੱਡ ਵੈਸਲ ਹੁੰਦੇ ਤੁਹਾਡੇ ਪੈਰਾਂ ਵਿੱਚ। ਹਾਂਜੀ, ਸੋ ਉੱਥੇ ਪਹਿਲਾਂ ਡਿਪੋਜ਼ਿਟ ਹੋ ਜਾਂਦਾ ਜਾ ਕੇ, ਤੇ ਉਹ ਫਿਰ ਖੂਨ ਦੀਆਂ ਨਾੜਾਂ ਵਾਪਸ ਨਹੀਂ ਇਹਨੂੰ ਲਿਆ ਸਕਦੀਆਂ। ਦੈਟਸ ਵਾਈ ਉੱਥੇ ਬਿਗ ਟੋ ਵਿੱਚ ਪਹਿਲਾਂ ਪੇਨ ਹੋਣ ਜਾਂਦਾ। ਅੱਛਾ, ਹੋਮੋਪੈਥੀ ਤਾਂ ਤੁਹਾਡੇ ਪਾਸ ਇਲਾਜ ਹੈ ਖਾਸ ਤੇ ਜੀਪੀ ਕੀ ਕਰਦੇ ਨੇ ਇਹਦੇ ਨਾਲ? ਉਹਨੂੰ ਸਪਰੈਸ ਕਰ ਦਿੰਦੇ ਨੇ ਬਸ? ਉਹਨੇ ਤਾਂ ਤੁਹਾਨੂੰ ਉਹ ਐਲੋਪਿਰੀਨੋਲ ਦੇ ਹੀ ਜਾਣਾ ਵੀ ਤੁਹਾਡੀ ਬਾਡੀ ਵਿੱਚ ਘੱਟ ਬਣੇ ਯੂਰਿਕ ਐਸਿਡ, ਉਹ ਜਿਹੜਾ ਕੈਮੀਕਲ ਰਿਐਕਸ਼ਨ ਉਹਨੂੰ ਬਲੌਕ ਕਰ ਦੇ, ਜਾਣੀ ਕਿ ਵੀ ਯੂਰਿਕ ਐਸਿਡ ਘੱਟ ਬਣੇ। ਉਹ ਫਿਰ ਤੁਹਾਨੂੰ ਫੋਰ ਲਾਈਫ ਖਾਣਾ ਪੈਂਦਾ, ਸਾਰੀ ਉਮਰ ਖਾਈ ਜਾਓ ਐਲੋਪਿਰੀਨੋਲ। ਹਾਂਜੀ, ਉਹ ਕੋਈ ਇਲਾਜ ਨਹੀਂ ਹੈਗਾ। ਇਲਾਜ ਨਹੀਂ ਹੈਗਾ, ਤੇ ਉਹਦੇ ਵੀ ਕੋਈ ਨਾ ਕੋਈ ਸਾਈਡ ਇਫੈਕਟ ਹੋ ਸਕਦੇ। ਥੈਂਕ ਯੂ ਜੀ, ਤੁਸੀਂ ਕਾਲ ਕੀਤਾ। ਬਾਅਦ ਵਿੱਚ ਤੁਹਾਡੇ ਨਾਲ ਡਾਕਟਰ ਸਾਹਿਬ ਗੱਲ ਕਰਨਗੇ। ਬਹੁਤ ਮਿਹਰਬਾਨੀ ਤੁਹਾਡੇ ਕਾਲ ਕਰਨ ਦਾ ਜੀ। ਆਪਾਂ ਗੱਲ ਕਰਦੇ ਸੀ ਕਿ ਬੱਚੇ ਛੋਟੇ ਨੂੰ ਹੋ ਜਾਏ ਵਿਦਆਊਟ ਫੈਮਿਲੀ 'ਚ ਹਿਸਟਰੀ ਨਾ ਹੋਵੇ। ਹਾਂਜੀ, ਸੋ ਇਦਾਂ ਵੀ ਇਮਿਊਨ ਸਿਸਟਮ ਕਈ ਵਾਰੀ ਵੀਕ ਹੁੰਦਾ ਹੈ ਕੋਈ ਨਾ ਕੋਈ ਰੀਜ਼ਨ ਤੇ, ਜਾਂ ਕੋਈ ਇਨਫੈਕਸ਼ਨ ਹੋ ਜਾਂਦਾ ਬੱਚੇ ਨੂੰ ਛੋਟੀ ਉਮਰ ਵਿੱਚ, ਤੇ ਜਾਂ ਇਹ ਵੀ ਅਸੀਂ ਦੇਖਿਆ ਵੀ ਜਦੋਂ ਵੈਕਸੀਨੇਸ਼ਨ ਦੇ ਟੀਕੇ ਲੱਗਦੇ ਆ ਤੇ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਉਹ ਜਿੱਦਾਂ ਦੀਆਂ ਪਾਉਂਦੇ ਆ ਹਨਾ, ਉਹ ਤੋਂ ਬਾਡੀ ਰਿਐਕਸ਼ਨ ਹੋ ਕੇ ਐਸਥਮਾ ਬਣ ਜਾਂਦਾ, ਕਈਆਂ ਨੂੰ ਐਕਸਮਾ ਬਣ ਜਾਂਦਾ। ਹਾਂਜੀ, ਸੋ ਐਕਸਮਾ ਤੇ ਐਸਥਮਾ ਜਿਹੜੇ ਆ ਉਹ ਉਹਨਾਂ ਰਿਲੇਟਡ ਆ ਚੀਜ਼। ਹਾਂਜੀ, ਬਿਗ ਰਿਲੇਸ਼ਨਸ਼ਿਪ ਬਿਟਵੀਨ ਦ ਟੂ। ਤੇ ਇਹ ਸਾਡੀਆਂ ਹੋਮਿਓਪੈਥੀ ਦਵਾਈਆਂ ਇਹ ਖਾਸ ਦੱਸਦੀਆਂ ਤੇ ਸਾਡੀ ਬੁੱਕਾਂ ਵਿੱਚ ਵੀ ਲਿਖਿਆ ਹੈਗਾ ਵੀ ਜਿਹਦੇ ਚਮੜੀ ਤੇ ਐਕਸਮਾ ਹੁੰਦਾ ਹੈ ਨਾ, ਇਚਿੰਗ ਸਕਿਨ ਹੋ ਜਾਂਦਾ ਆ ਤੇ ਚਮੜੀ ਖਰਾਬ ਹੋ ਜਾਂਦੀ ਆ, ਤੁਸੀਂ ਉਹਨੂੰ ਸਟੀਰੋਇਡ ਓਇੰਟਮੈਂਟ ਲਾ ਕੇ ਸਪਰੈਸ ਕਰ ਦਿਓ। ਇੰਨੀ ਸਟਰੋਂਗ ਲਾਓ ਨਾ ਸਟੀਰੋਇਡ ਕਰੀਮ, ਉਹ ਸਪਰੈਸ ਹੋ ਜਾਂਦਾ। ਉਹ ਕਈ ਲੋਕਾਂ ਦੇ ਉਹ ਛਾਤੀ ਫੇਫੜਿਆਂ ਵਿੱਚ ਪਹੁੰਚ ਜਾਂਦਾ, ਉਹਨਾਂ ਨੂੰ ਫਿਰ ਐਸਥਮਾ ਬਣ ਜਾਂਦਾ ਜੀ। ਓ ਮਾਈ ਗॉड। ਹਾਂਜੀ, ਤੇ ਇਹ ਮੈਂ ਖਾਸ ਦੇਖਿਆ ਤੇ ਮੈਂ ਟ੍ਰੀਟਮੈਂਟ ਵੀ ਕੀਤੀ ਆ ਇੱਕ ਲੇਡੀ ਦੀ, ਤੇ ਉਹਨੂੰ ਹੁੰਦਾ ਸੀਗਾ ਐਸਥਮਾ ਜਦੋਂ ਫੌਗ ਹੁੰਦੀ ਸੀ ਬਾਹਰ। ਕਈਆਂ ਨੂੰ ਇਹਦਾ ਮੌਸਮ ਤੋਂ ਐਸਥਮਾ ਹੁੰਦਾ ਹੈ, ਤੇ ਜਦੋਂ ਧੁੰਦ ਹੋਣੀ ਉਹਨੂੰ ਐਸਥਮਾ ਹੋ ਜਾਣਾ ਜੀ। ਤੇ ਉਹਨੂੰ ਫਿਰ ਜਦੋਂ ਦਵਾਈ ਦਿੱਤੀ, ਖਾਸ ਸਪੈਸੀਫਿਕ ਦਵਾਈ ਹੈ ਸਾਡੇ ਕੋਲ ਇੱਕ ਜਿਹੜੀ ਧੁੰਦ ਵਿੱਚ ਕਵਰ ਕਰਦੀ ਹੈ ਐਸਥਮਾ ਨੂੰ। ਹਾਂਜੀ, ਤੇ ਉਹਦਾ ਐਸਥਮਾ ਠੀਕ ਹੋ ਗਿਆ, ਉਹਦੇ ਸਕਿਨ ਤੇ ਐਕਸਮਾ ਨਿਕਲਿਆ ਜੀ। ਅੱਛਾ, ਹਾਂ, ਸਾਹ ਠੀਕ ਹੋ ਗਿਆ ਤੇ ਸਕਿਨ ਤੇ ਇਚਿੰਗ ਹੋਣ ਲੱਗ ਪਈ। ਤੇ ਫਿਰ ਉਹਨੂੰ ਨੈਕਸਟ ਦਵਾਈ ਦਿੱਤੀ ਇਚਿੰਗ ਵਾਸਤੇ, ਤਾਂ ਉਹ ਫਿਰ ਡਿਸਅਪੀਅਰ ਹੋ ਗਿਆ, ਇਚਿੰਗ ਵੀ ਬਿਲਕੁਲ ਠੀਕ ਹੋ ਗਈ ਜੀ। ਤੇ ਜਿਹੜਾ ਅਸਥਮਾ ਹੈਗਾ, ਅਗਰ अर्ਲੀ ਸਟੇਜ ਤੇ ਪਕੜਿਆ ਜਾਵੇ ਰਿਵਰਸ ਹੋ ਸਕਦਾ? ਹਾਂ ਬਿਲਕੁਲ ਜੀ, ਰੀਅਲੀ ਬਿਲਕੁਲ ਰਿਵਰਸ ਹੋ ਸਕਦਾ ਹੈ, ਐਕਸਮਾ ਵੀ ਐਸਥਮਾ ਵੀ। ਸੋ ਇਹ ਖਾਸ ਹੋਮਿਓਪੈਥਿਕ ਇਲਾਜ ਹੈ ਜਿਹੜਾ ਇਹਨਾਂ ਦੇ ਕਾਮਯਾਬ ਹੈ। ਹਾਂਜੀ, ਤੇ ਭਾਜੀ ਜਾਸਤੀ ਇਹੀ ਐਮ ਆਈ ਰਾਈਟ ਟੂ ਸੇ ਕਿ ਮੈਂ ਬਹੁਤੀ ਸਰਵੇ ਨਹੀਂ ਕੀਤੀ, ਜ਼ਰਾ ਸਾਲ ਹੋ ਗਏ, ਮੈਂ ਥੋੜਾ ਬਹੁਤਾ ਪਰ ਦੇਖਿਆ ਸੀ ਇਹਦੇ ਬਾਰੇ ਕਿ ਜਿੱਦਾਂ ਮੈਂ ਇਹਦੀ ਗੱਲ ਕਰਾਂ, ਵਰੀ ਨਾ ਕਰਿਓ ਪਲੀਜ਼, ਮੈਂ ਤਾਂ ਉਹਦਾ ਗੱਲ ਕਰਦਾ, ਤੁਸੀਂ ਆਪਣਾ ਵੀ ਰਿਸਰਚ ਕਰਿਓ। ਜੇ ਤੁਸੀਂ ਰਹਿੰਦੇ ਹੋ ਅਰਾਊਂਡ ਦੀ 에ਅਰਪੋਰਟ ਜਿੱਥੇ ਪੋਲੂਸ਼ਨ ਜਾਸਤੀ ਹੈ, ਉੱਥੇ ਜਾਸਤੀ ਚਾਂਸਸ ਹੈ ਬੱਚਿਆਂ ਦੇ ਅਸਥਮੈਟਿਕ ਹੁੰਦੇ? ਡੈਫੀਨਿਟਲੀ ਜ਼ਿਆਦਾ ਹੈ ਜੀ। ਇਹ ਸਟੱਡੀ ਕੀਤੀ ਗਈ, ਸਾਇੰਟੀਫਿਕ ਸਟੱਡੀ ਕੀਤੀ ਗਈ ਆ ਵੀ ਜਿਹੜੇ ਬੱਚੇ ਸ਼ਹਿਰਾਂ ਵਿੱਚ ਰਹਿੰਦੇ ਆ, ਬਿਜ਼ੀ ਸਿਟੀਜ਼ ਵਿੱਚ ਰਹਿੰਦੇ ਹਨ, ਉਹਨਾਂ ਦਾ ਇਨਸੀਡੈਂਸ ਜ਼ਿਆਦਾ ਹੈ ਅਸਥਮਾ ਦਾ, ਤੇ ਜਿਹੜੇ ਬਾਹਰ ਪਿੰਡਾਂ ਵਿੱਚ ਰਹਿੰਦੇ ਜਾਂ ਕੰਟਰੀ ਸਾਈਡ ਵਿੱਚ ਰਹਿੰਦੇ, ਹਾਂਜੀ, ਉਹਨਾਂ ਨੂੰ ਘੱਟ ਅਸਥਮਾ ਹੁੰਦਾ ਹੈ। ਇਹ 100% ਸਹੀ ਗੱਲ ਹੈ ਜੀ। ਅੱਛਾ, ਜਾਂ ਪੋਲੂਸ਼ਨ ਨਾਲ ਜ਼ਿਆਦਾ ਹੁੰਦਾ ਹੈ। ਹਾਂਜੀ, ਤੇ ਖਾਸ ਕਰਕੇ ਇਟਸ ਲਾਈਕ ਐਨ ਐਲਰਜੀ ਕੰਡੀਸ਼ਨ ਆ। ਤੇ ਜਿਹੜਾ ਡਸਟ ਮਾਈਟ ਹੁੰਦਾ, ਹਾਊਸ ਡਸਟ ਮਾਈਟ ਉਹਨੂੰ ਕਹਿੰਦੇ ਆ, ਤੋ ਇੰਨਾ ਬਰੀਕ ਉਹ ਜੀਵ ਆ, ਉਹ ਤੁਹਾਨੂੰ ਅੱਖਾਂ ਨਾਲ ਦੀਦਾ ਨਹੀਂ ਗਾ, ਮਾਈਕਰੋਸਕੋਪ ਨਾਲ ਹੀ ਸਿਰਫ ਦੀਦਾ। ਤੇ ਉਹਦੇ ਜਿਹੜੇ ਡ੍ਰੌਪਿੰਗਸ ਹੁੰਦੇ, ਵੇਸਟ ਪ੍ਰੋਡਕਟ ਹੁੰਦੇ ਆ, ਉਹ ਤੋਂ ਖਾਸ ਐਲਰਜੀ ਹੁੰਦੀ ਜਿਹੜੀ ਅਸਥਮਾ ਵਾਲਿਆਂ ਨੂੰ ਹੁੰਦੀ ਆ।
ਤੇ ਇਹ ਜਿਹੜਾ ਜੀਵ ਆ ਇਹ ਕਾਰਪੇਟ ਵਿੱਚ ਹੁੰਦਾ ਹੈ, ਤੁਹਾਡੇ ਮੈਟਰਸ ਵਿੱਚ ਵੀ ਹੋ ਸਕਦਾ, ਕਰਟਨਸ ਜਾਂ ਸੌਫਟ ਟੋਇਜ਼ ਬੱਚਿਆਂ ਦੇ ਹੁੰਦੇ ਮੈਂ ਉਹਨਾਂ 'ਚ। ਤੁਹਾਨੂੰ ਚੀਜ਼ਾਂ ਦਾ ਪੁੱਛਣਾ, ਤੁਸੀਂ ਆਪ ਹੀ ਜਵਾਬ ਦਿੱਤਾ, ਆਪਾਂ ਪਹਿਲਾਂ ਕਾਲ ਲੈ ਲਈਏ। ਹਾਂਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਮੈਂ ਪਰਮੇਸ਼ਰ ਸਿੰਘ ਬੋਲ ਰਿਹਾ ਜੀ। ਭਾਜੀ ਤੁਹਾਡਾ ਸਵਾਗਤ ਕਰਦੇ ਹਾਂ। ਕੀ ਪੁੱਛਣਾ ਚਾਹੁੰਦੇ? ਡਾਕਟਰ ਸਾਹਿਬ ਸੁਣ ਰਹੇ ਨੇ। ਡਾਕਟਰ ਸਾਹਿਬ ਨੂੰ ਪੁੱਛਣਾ ਜੀ, ਮੈਂ ਤਾਂ ਸਿਰਫ ਇਹਨਾਂ ਦੀ ਹੌਸਲਾ ਅਫਜ਼ਾਈ ਕਰਦੀ ਹਾਂ ਜੀ ਹਾਂਜੀ, ਕਿ ਜਿਹੜਾ ਤੁਹਾਡਾ ਪ੍ਰੋਗਰਾਮ ਬਹੁਤ ਬਹੁਤ ਵਧੀਆ, ਥੈਂਕ ਯੂ ਜੀ। ਇਹ ਬੜਾ ਜਾਗਰੂਕ ਪ੍ਰੋਗਰਾਮ ਹੈ ਜੀ। ਬਿਲਕੁਲ। ਤੇ ਲੋਕੀ ਅਸੀਂ ਤਕਰੀਬਨ ਬਾਹਰ ਨੂੰ ਸੁਣੀਦਾ ਜੀ ਪ੍ਰੋਗਰਾਮ। ਡਾਕਟਰ ਸਾਹਿਬ ਤੋਂ ਸਾਡੇ ਵੱਡੇ ਭਾਈ ਸਾਹਿਬ ਜੀ, ਇਹਨਾਂ ਦੀ ਇੱਕ ਤਾਂ ਇਹ ਲੋਕਾਂ ਦੀ ਸੇਵਾ ਕਰ ਰਹੇ ਜੀ ਹਾਂਜੀ, ਸੰਗਤ ਦੀ, ਕਿ ਇਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰਕੇ। ਠੀਕ ਹੈ। ਤੇ ਦੂਸਰਾ ਇਹ ਸਾਡੀ ਸੰਸਥਾ, ਉਹਦੇ ਵਿੱਚ ਵੀ ਇਹ ਕਾਫੀ ਐਕਟਿਵ ਨੇ ਜੀ ਹਾਂ, ਲੋਕ ਹਾਂ। ਭਲਾਈ ਲਈ। ਅੱਛਾ, ਇਹਨਾਂ ਨਾਲ ਗੱਲ ਕਰਕੇ ਬੰਦਾ ਜੀ ਸੰਤੁਸ਼ਟ ਹੋ ਜਾਂਦਾ। ਬਿਲਕੁਲ ਬਿਲਕੁਲ। ਸਲਾਹ ਇਹਨਾਂ ਦੀ ਬੜੀ ਕੀਮਤੀ ਹੁੰਦੀ ਸੀ ਸਦਾ। ਭਾਜੀ ਤੁਹਾਨੂੰ ਉਹਦੀ ਮੈਂ ਸਾਰੀ ਤੁਹਾਡੀ ਟੀਮ ਦਾ ਧੰਨਵਾਦ ਕਰਦਾ। ਗੱਲ ਚਲਾਉਣ ਦਾ ਤੁਸੀਂ ਬਹੁਤ ਵਧੀਆ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਹੋ। ਭਾਜੀ ਜਦੋਂ ਤੁਸੀਂ ਕਾਲ ਕਰਦੇ ਹੋ, ਸੱਚੀ ਓਨੈਸਟਲੀ ਕਹਿ ਰਿਹਾ ਪਿਆ, ਬਹੁਤ ਅੱਛਾ ਲੱਗਦਾ ਹੈ, ਹੌਸਲਾ ਹੁੰਦਾ ਹੈ, ਪਤਾ ਲੱਗਦਾ ਕਿ ਅਸੀਂ ਜੋ ਕੰਮ ਕਰਦੇ ਸਹੀ ਕਰਦੇ ਆ। ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਜਿਹੜੇ ਸਾਡੇ ਪ੍ਰੋਗਰਾਮ ਅਸੀਂ ਲੈ ਕੇ ਆਉਂਦੇ ਹਾਂ, ਐਜੂਕੇਸ਼ਨਲ ਹੈਗੇ, ਇਨਫੋਰਮੇਟਿਵ ਹੈਗੇ ਆ, ਤਾਂ ਕਿ ਜਿਹੜੀ ਸੰਗਤ ਹੈਗੀ ਉਹਨਾਂ ਦਾ ਉਹ ਨਹੀਂ ਕਿ ਜ਼ਰੂਰੀ ਜਿਹੜੇ ਸਾਨੂੰ ਸਪੋਰਟ ਕਰਦੇ ਨੇ, ਕੋਈ ਵੀ ਆਪਣੀ ਕਮਿਊਨਿਟੀ ਹੈਗੀ ਉਹਨਾਂ ਦੀ ਮਦਦ ਹੋ ਸਕੇ। ਬਿਲਕੁਲ ਜੀ, ਬਿਲਕੁਲ। ਕਿਉਂਕਿ ਦੇਖੋ ਕਿੰਨੀ ਵੱਡੀ ਗੱਲ ਆ ਕਿ ਕਿਸੇ ਦੁਖੀ ਬੰਦੇ ਦਾ ਦੁੱਖ ਜਿਹੜਾ ਹਰ ਦੇਣਾ ਤੇ ਉਹਨੂੰ ਸਲਾਹ ਦੇ ਕੇ, ਦਵਾਈ ਦੇ ਕੇ ਸੁੱਖ ਦੇ ਵਿੱਚ ਲੈ ਜਾਣਾ, ਇਹ ਬਹੁਤ ਵੱਡੀ ਸੇਵਾ ਆਪੋ ਜੀ। ਬਿਲਕੁਲ, ਥੈਂਕ ਯੂ ਭਾਜੀ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਇਸੇ ਤਰ੍ਹਾਂ ਤੁਸੀਂ ਕਾਲ ਚੈਨਲ ਦੇਖਦੇ ਰਹੋ, ਆਪਣੀ ਫੀਡਬੈਕ ਦਿੰਦੇ ਰਹੋ, ਸਾਨੂੰ ਸਾਡੇ ਦੀ ਅਰਦਾਸ ਕਰੋ ਤਾਂ ਕਿ ਅਸੀਂ ਤੰਦਰੁਸਤ ਰਹੀਏ, ਚੰਗੇ ਚੰਗੇ ਪ੍ਰੋਗਰਾਮ ਲੈ ਕੇ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਦੇਖੋ, ਇੱਕ ਨਾ ਇਹ ਬੜੀ ਵੱਡੀ ਗੱਲ ਹੈਗੀ ਆ ਕਾਲ ਚੈਨਲ ਦੀ, ਕਿਉਂਕਿ ਅਸੀਂ ਹਮੇਸ਼ਾ ਕੋਸ਼ਿਸ਼ ਕਰੀਦੀ ਹੈ ਕਿ ਦੇਖੋ ਸਾਨੂੰ, ਮੈਂ ਹਮੇਸ਼ਾ ਲਫ਼ਜ਼ ਰਿਪੀਟ ਕਰਦਾ, ਐਵਰੀ ਟਾਈਮ ਕਹਿੰਦਾ ਕਿ ਬਹੁਤ ਸਪੋਰਟ ਕਰਦੀ ਹੈ ਸੰਗਤ ਅਕਾਲ ਚੈਨਲ ਨੂੰ, ਬਹੁਤ ਜ਼ਿਆਦਾ ਹਰ ਤਰੀਕੇ ਨਾਲ ਜੁੜਦੀ ਹੈ ਸਾਡੇ। ਜਦੋਂ ਵੀ ਲੋੜ ਪਈ ਮੋਢੇ ਨਾਲ ਮੋਢਾ ਲਾ ਕੇ ਖੜੀ ਹੁੰਦੀ ਹੈ। ਫਿਰ ਅਕਾਲ ਚੈਨਲ ਦਾ ਫਰਜ਼ ਬਣਦਾ ਕਿ ਅਸੀਂ ਕੁਝ ਉਹਨਾਂ ਨੂੰ ਰਿਟਰਨ 'ਚ ਦਿੱਤਾ ਜਾਵੇ। ਹੁਣ ਇਹ ਜਿਹੜਾ ਕਾਲ ਹੈਗੇ ਨੇ, ਜਿਹੜਾ ਅਸੀਂ ਸ਼ੋਅ ਕਰਦੇ ਆ, ਬਿਲਕੁਲ ਤੁਸੀਂ ਮੁਫਤ ਦੇਖਦੇ ਹੋ, ਤੁਹਾਡੀ ਪੈਨੀ ਨਹੀਂ ਕਾਸਟ ਕਰਦੀ। ਜਦ ਤੱਕ ਤੁਸੀਂ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਹੋਵੇ, ਲਾਅ ਦਾ ਹੋਵੇ, ਫੈਮਿਲੀ ਲਾਅ ਹੋਵੇ, ਵਿਲਸ ਐਂਡ ਦਾ ਪ੍ਰੋਬੇਟ ਦਾ ਹੁੰਦਾ, ਜਦੋਂ ਤੁਸੀਂ ਉਹਨਾਂ ਦੀ ਸਰਵਿਸ ਲੈਣੀ ਤਾਂ ਨੈਚੁਰਲੀ ਉਹਨਾਂ ਦੇ ਤਾਂ ਕਾਸਟ ਹੁੰਦੇ ਨੇ, ਬਿਕੋਜ਼ ਪੈਸੇ ਨਾਲ ਹੀ ਸਭ ਕੁਝ ਚੱਲਦਾ, ਉਹਦੇ ਬਿਨਾਂ ਮੁਫਤ ਤਾਂ ਕੋਈ ਨਹੀਂ ਕਰੇਗਾ। ਸੋ ਦਿਸ ਇਜ਼ ਹਾਊ ਇਟ ਵਰਕਸ। ਪਰ ਐਟਲੀਸਟ ਤੁਹਾਨੂੰ ਅਕਾਲ ਚੈਨਲ ਦੇ ਉੱਪਰ ਪ੍ਰੋਗਰਾਮ ਦੇਖਣ ਨੂੰ ਮਿਲਦਾ। ਤੁਸੀਂ ਇਹਨੂੰ ਹਮੇਸ਼ਾ ਦੇਖਿਆ ਕਰੋ, ਯਾਰਾਂ ਦੋਸਤਾਂ ਨੂੰ ਦੱਸੋ ਕਿ ਅਕਾਲ ਚੈਨਲ ਨੂੰ ਵਾਚ ਕਰੋ। ਟਾਈਮ ਬੜਾ ਥੋੜ੍ਹਾ ਹੁੰਦਾ ਜੀ, ਆਪਾਂ ਹਜੇ ਗੱਲ ਕਰ ਰਹੇ ਸੀਗੇ ਉਹਦੀ ਜਿਹੜੀ ਹੈਗੀ ਆ ਚੀਜ਼ਾਂ ਦੀ ਗੱਲ, ਤੁਸੀਂ ਬੜੇ ਨਾਮ ਲੈ ਲਿੱਤੇ। ਇਹ ਕੋਈ ਬੰਦਾ ਉਹਨੂੰ ਡਾਇਗਨੋਜ਼ ਖੁਦ ਕਰ ਸਕਦਾ ਕਿ ਮੈਨੂੰ ਕਿਹੜੀ ਚੀਜ਼ ਤੋਂ ਜ਼ਿਆਦਾ ਹੁੰਦੀ ਹੈ, ਕਿ ਸਾਰੀ ਤੋਂ ਹੋ ਸਕਦੀ ਹੈ? ਇਹ ਨਹੀਂ, ਇਹ ਪਹਿਲਾਂ ਮੈਂ ਭਾਜੀ ਦਾ ਧੰਨਵਾਦ ਕਰਦਾ ਫੋਨ ਕਰਨ ਦਾ। ਬਿਲਕੁਲ, ਥੈਂਕ ਯੂ। ਹਾਂਜੀ, ਥੈਂਕ ਯੂ ਵੈਰੀ ਮਚ ਭਾਜੀ। ਤੇ ਬੜੀ ਤਾਰੀਫ ਕਰ ਰਹੇ ਸੀ ਤੁਹਾਡੀ। ਹਾਂਜੀ, ਤਾਂ ਸਾਨੂੰ ਵੀ ਇਨਕਰੇਜਮੈਂਟ ਮਿਲਦੀ ਹੈ ਜੇ ਬੰਦੇ ਅਪਰੀਸ਼ੀਏਟ ਕਰਦੇ ਆ। ਨਹੀਂ ਭਾਜੀ, ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ, ਵੈਰੀ ਨਾਈਸ। ਠੀਕ ਹੈ। ਤੇ ਇਹਦਾ ਡਾਇਗਨੋਸਿਸ ਭਾਜੀ ਇਦਾਂ ਹੁੰਦਾ ਪਏ, ਤੁਹਾਨੂੰ ਆਪਣੇ ਆਪ ਪਤਾ ਤਾਂ ਲੱਗ ਜਾਂਦਾ ਹੈ ਨਾ ਵੀ ਮੈਨੂੰ ਕਿਸੇ ਚੀਜ਼ ਤੋਂ ਹੁੰਦਾ ਹੈ। ਤੇ ਇਹ ਪਰ ਉਹਦਾ ਐਲਰਜੀ ਟੈਸਟਿੰਗ ਕਰਨਾ ਹੈ ਨਾ, ਇਹ 100% ਕਰੈਕਟ ਨਹੀਂ ਕਦੇ ਵੀ ਹੁੰਦਾ ਹੈ। ਐਲਰਜੀ ਟੈਸਟਿੰਗ ਉਹਨਾਂ ਰਫ ਜਿਹਾ ਆਈਡੀਆ ਮਿਲ ਜਾਂਦਾ ਪਿਆ ਇਸ ਚੀਜ਼ ਤੋਂ ਤੁਸੀਂ ਐਲਰਜਿਕ ਹੈਗੇ ਆ। ਤੇ ਜਿੱਦਾਂ ਆਪਾਂ ਡਸਟ ਮਾਈਟ ਦੀ ਗੱਲ ਕਰ ਰਹੇ ਸੀ ਨਾ, ਤੇ ਡਸਟ ਮਾਈਟ ਇਹ ਜਿਹੜਾ ਇੰਨਾ ਬਰੀਕ ਜੀਵ ਆ, ਇਹ ਤੁਹਾਨੂੰ ਦੀਦਾ ਨਹੀਂ, ਮਾਈਕਰੋਸਕੋਪ ਨਾਲ ਤੁਸੀਂ ਦੇਖ ਸਕਦੇ ਹੋ ਸਿਰਫ। ਹਾਂਜੀ, ਪਰ ਇਹ ਵੱਧ ਤੋਂ ਵੱਧ ਜਿਹੜੇ ਲੋਕਾਂ ਨੂੰ ਐਸਥਮਾ, ਐਲਰਜਿਕ ਐਸਥਮਾ, ਇਹ ਹਾਊਸ ਡਸਟ ਮਾਈਟ ਤੋਂ ਆ ਜੀ। ਯਾ ਤੇ ਇਹਦਾ ਤੁਸੀਂ ਇਦਾਂ ਵੀ ਦਵਾਈਆਂ ਜਿਹੜੀਆਂ ਦਿੰਦੇ ਆ ਜੀਪੀ, ਇੱਕ ਤਾਂ ਇਹ ਪੰਪ ਦਿੰਦੇ ਬਲੂ ਪੰਪ, ਇੱਕ ਬਰਾਊਨ ਪੰਪ ਦਿੰਦੇ ਇਨਹੇਲਰਸ। ਹਾਂਜੀ, ਜਿਹੜਾ ਬਲੂ ਹੁੰਦਾ ਉਹਨੂੰ ਸੈਲਬਿਊਟਾਮੋਲ ਕਹਿੰਦੇ ਆ, ਤੇ ਉਹਨੂੰ ਰਿਲੀਵਰ ਹੁੰਦਾ। ਜਦੋਂ ਤੁਹਾਡੇ ਟਾਈਟਨਸ ਹੁੰਦੀ ਚੈਸਟ ਵਿੱਚ ਜਾਂ ਸਾਹ ਰੁਕਦਾ, ਤੁਸੀਂ ਉਸ ਵੇਲੇ ਉਹਦੇ 2 ਡੋਜ਼ ਲੈ ਲਓ ਤੇ ਉਹ ਤੁਹਾਨੂੰ ਕੁਇਕ ਰਿਲੀਫ ਮਿਲ ਜਾਂਦਾ ਹੈ। ਹਾਂਜੀ, ਤੇ ਜਿਹੜੀਆਂ ਟਿਊਬਸ ਤੁਹਾਡੀਆਂ ਉਹ ਕੰਸਟ੍ਰਿਕਟ ਹੋਈਆਂ ਹੁੰਦੀਆਂ ਅੰਦਰੋਂ, ਹੈ ਨਾ, ਫੇਫੜਿਆਂ 'ਚ, ਬ੍ਰੌਂਕੀਓਲਸ, ਤੇ ਉਹਨਾਂ ਨੂੰ ਰਿਲੈਕਸ ਕਰ ਦਿੰਦਾ ਹੈ ਤੇ ਸਾਹ ਆਉਣ ਲੱਗ ਪੈਂਦਾ ਹੈ। ਤੇ ਦੂਸਰਾ ਇਨਹੇਲਰ ਹੁੰਦਾ ਹੈ ਬੈਕਲੋਮੈਥਸੋਨ, ਉਹਨੂੰ ਬਰਾਊਨ ਇਨਹੇਲਰ ਕਹਿੰਦੇ ਕਈ, ਤੇ ਉਹ ਹੁੰਦਾ ਪ੍ਰੀਵੈਂਟਰ। ਅੱਛਾ, ਉਹ ਰੈਗੂਲਰ ਤੁਹਾਨੂੰ 2 ਟਾਈਮ ਲੈਣਾ ਚਾਹੀਦਾ ਆ। ਹਾਂਜੀ, ਜੇ ਤੁਹਾਨੂੰ ਦਿੱਤਾ ਹੈ, ਲੋੜ ਹੋਵੇ ਨਾ ਹੋਵੇ, ਨਹੀਂ ਲੋੜ ਹੋਵੇ ਨਾ ਹੋਵੇ, ਤੁਹਾਨੂੰ ਰੈਗੂਲਰ ਲੈਣਾ ਹੀ ਚਾਹੀਦਾ ਹੈ। ਕਈ ਲੋਕੀ ਲੈਂਦੇ ਨਹੀਂ, ਕਹਿੰਦੇ ਨਹੀਂ ਉਹ ਜਦੋਂ ਮੈਨੂੰ ਸਾਹ ਰੁਕਦਾ ਮੈਂ ਬਲੂ ਪੰਪ ਲੈ ਲੈਣਾ ਬਸ। ਪਰ ਜਿਹੜਾ ਬਰਾਊਨ ਹੁੰਦਾ ਉਹ ਪ੍ਰੀਵੈਂਟਰ ਹੁੰਦਾ ਹੈ,
ਹਾਂਜੀ ਉਹ ਤੋਂ ਪ੍ਰੀਵੈਂਟ ਕਰਦਾ ਵੀ ਤੁਹਾਨੂੰ ਬਚਾਉਂਦਾ ਹੈ ਵੀ ਡਾਕਟਰ ਸਾਹਿਬ, ਪਹਿਲੇ ਜਿਹੜਾ ਅਟੈਕ ਨਾ ਹੋਵੇ। ਅਸੀਂ ਸ਼ੁਰੂਆਤ ਜਿਹੜੀ ਗੱਲ ਕਰਦੇ ਸੀ, ਅਸੀਂ ਆਪ ਹੀ ਡਾਕਟਰ ਬਣ ਜਾਂਦੇ ਹੋ ਹੈ, ਆਪ ਹੀ ਸ਼ੁਰੂ ਉਹੀ ਗੱਲ ਕੀਤੀ ਨਾ, ਸ਼ੁਰੂ ਤੋਂ ਉੱਥੇ ਗੱਲ ਆ ਗਈ ਨਾ ਸਾਰੀ। ਹਾਂਜੀ ਹਾਂਜੀ ਯਾ ਸੋ ਇਹ ਜ਼ਰੂਰੀ ਹੈ ਵੀ ਉਹ ਜਿਹੜਾ ਬਰਾਊਨ ਪੰਪ ਆ ਉਹ ਤੇ ਰੈਗੂਲਰ ਵਰਤੋ। ਹਾਂਜੀ ਤੇ ਇੱਕ ਗੱਲ ਇਹ ਵੀ ਹੈ ਭਾਜੀ, ਉਹ ਟੈਕਨੀਕ ਹੁੰਦਾ ਥੋੜਾ ਜਿਹਾ ਉਹਦਾ ਵੀ ਤੁਹਾਨੂੰ ਉਹ ਪ੍ਰੈਸ ਵੀ ਕਰਨਾ ਪੈਂਦਾ ਪੰਪ ਤੇ ਸਾਹ ਵੀ ਅੰਦਰ ਨੂੰ ਖਿੱਚਣਾ ਪੈਂਦਾ ਇੱਕੋ ਟਾਈਮ, ਤੇ ਕਈਆਂ ਤੇ ਹੁੰਦਾ ਨਹੀਂਗਾ ਐਕਚੁਅਲੀ, ਐਸਪੈਸ਼ਲੀ ਬਜ਼ੁਰਗਾਂ ਤੇ ਜਾਂ ਬੱਚਿਆਂ ਤੇ ਨਹੀਂ ਹੁੰਦਾ। ਜੇ ਨਹੀਂ ਹੁੰਦਾ ਤੁਸੀਂ ਇੱਕ ਸਪੇਸਰ ਲੈ ਸਕਦੇ ਆ, ਉਹ ਡੋਮ ਜਿਹਾ ਬਣਿਆ ਹੁੰਦਾ ਪਲਾਸਟਿਕ ਦਾ, ਤੇ ਉਹਦੇ ਵਿੱਚ ਇੱਕ ਪਾਸਿਓਂ ਪੰਪ ਪ੍ਰੈਸ ਕਰ ਦਿੰਦਾ, ਦੂਸਰੇ ਪਾਸੇ ਉਹ 'ਚ ਸਾਹ ਖਿੱਚ ਲਈਦਾ। ਸੋ ਜੇ ਤੁਹਾਡਾ ਕੋਈ ਪ੍ਰੋਬਲਮ ਹੈ ਨਾ ਵੀ ਤੁਸੀਂ ਵਰਤ ਨਹੀਂ ਸਕਦੇ ਇਨਹੇਲਰ ਸਹੀ ਤਰੀਕੇ ਨਾਲ, ਤਾਂ ਤੁਸੀਂ ਉਹ ਡੋਮ ਲੈ ਲਓ, ਤੇ ਉਹ ਜੀਪੀ ਵੀ ਲਿਖ ਕੇ ਤੁਹਾਨੂੰ ਦੇ ਸਕਦਾ ਸਪੇਸਰ, ਤੇ ਉਹਦੇ ਨਾਲ ਤੁਹਾਡੀ ਹੈਲਪ ਹੋ ਜਾਊਗੀ। ਡਾਕਟਰ ਮੈਂ ਕਈ ਬੰਦੇ ਦੇਖੇ ਨੇ ਜਿਹੜੇ ਇਨਹੇਲਰ ਲੈਂਦੇ ਨੇ ਇਨਹੇਲਰ, ਲੇਕਿਨ ਮੈਂ 2 ਕਲਰ ਦਾ ਨਹੀਂ ਦੇਖਿਆ, ਅੱਜ ਮੈਨੂੰ ਪਤਾ ਲੱਗਿਆ ਚੀਜ਼ ਦਾ ਨਾਰਮਲੀ ਬਲੂ ਹੀ ਹੁੰਦਾ। ਹਾਂਜੀ ਹਾਂਜੀ ਉਹੀ ਆ, ਬਹੁਤੇ ਲੋਕੀ ਬਲੂ ਹੀ ਵਰਤਦੇ ਆ। ਹਾਂਜੀ ਉਹ ਬੋਦਰ ਨਹੀਂ ਕਰਦੇ ਦੂਸਰੇ ਨਾਲ, ਪਰ ਉਹ ਪ੍ਰੀਵੈਂਸ਼ਨ ਆ। ਤੁਹਾਨੂੰ ਐਸਥਮਾ ਅਟੈਕ ਸਵੇਅਰ ਹੋ ਜਾਵੇ ਇੱਦਾਂ, ਇਹ ਵੀ ਹੈ ਗੱਲ, ਕਈਆਂ ਨੂੰ ਮਾਈਲਡ ਐਸਥਮਾ ਹੁੰਦਾ, ਜਿਨ੍ਹਾਂ ਨੂੰ ਮਾਈਲਡ ਆ ਉਹ ਚੱਲ ਬਲੂ ਨਾਲ ਹੀ ਸਾਰ ਲੈਂਦੇ। ਡਾਕਟਰ ਮਾਫੀ ਚਾਹਾਂਗਾ, ਟਾਈਮ ਬੜੀ ਫਾਸਟ ਜਾ ਰਿਹਾ, ਇੱਕਦਮ ਬ੍ਰੇਕ ਦਾ ਟਾਈਮ ਆ ਗਿਆ। ਪਲੀਜ਼ ਕੀਪ ਵਾਚਿੰਗ। ਅਸੀਂ ਥੋੜੀ ਜਿਹੀ ਬ੍ਰੇਕ ਲਾ ਕੇ ਵਾਪਸ ਆਵਾਂਗੇ। ਮੈਂ ਜ਼ਰਾ ਰਿਪੀਟ ਕਰ ਦੇਣਾ ਨੰਬਰ, ਟੈਲੀਫੋਨ ਨੰਬਰ ਉਹ ਸਕਰੀਨ ਉੱਪਰ ਥੱਲੇ ਵੀ ਆ ਰਿਹਾ, 0121551001। ਤੁਸੀਂ ਕਾਲ ਕਰਕੇ ਬਰਮਿੰਗ ਤੇ ਸਾਡੇ ਨਾਲ ਗੱਲ ਕਰ ਸਕਦੇ ਹੋ। ਛੋਟੀ ਜਿਹੀ ਬ੍ਰੇਕ ਲੈਣੇ ਆ, ਡੋਂਟ ਗੋ ਟੂ ਫਾਰ। ਸਤਿ ਸ਼੍ਰੀ ਅਕਾਲ। बोले सोने हाल सासरी अकाल। ਵੈਲਕਮ ਬੈਕ ਇਨ ਦ ਸੈਕੰਡ ਪਾਰਟ। ਆਈ ਹੋਪ ਤੁਸੀਂ ਮਿਸ ਨਾ ਕੀਤਾ। ਅਗਰ ਮਿਸ ਕੀਤਾ, ਡਾਕਟਰ ਰਾਜ ਮੇਰੇ ਨਾਲ ਹੋਮੋਪੈਥ ਐਵਰੀ ਟਿਊਜ਼ਡੇ 11 ਤੋਂ 12 ਪ੍ਰੋਗਰਾਮ ਲੈ ਕੇ ਆਉਂਦੇ ਆ। ਬੜਾ ਪਪੂਲਰ, ਬੜੇ ਲੋਕ ਲਾਈਕ ਕਰਦੇ ਆ। ਉਹਨੇ ਆਪਣੇ ਭਾਈ ਸਾਹਿਬ ਦਾ ਫੋਨ ਆਇਆ ਸੀ, ਪਰਮਿੰਦਰ ਸਿੰਘ ਸੀ ਉਹਨਾਂ ਦਾ ਨਾਮ। ਹਾਂਜੀ ਪਰਮਿੰਦਰ, ਥੈਂਕ ਥੈਂਕ ਯੂ, ਬਹੁਤ ਅੱਛਾ ਲੱਗਿਆ ਤੁਸੀਂ ਇੱਦਾਂ ਹੌਸਲਾ ਦਿੰਦੇ ਹੋ। ਓਨੈਸਟਲੀ ਬੜਾ ਫਰਕ ਪੈਂਦਾ ਹੈ। ਮੇਰੇ ਤਾਂ ਬਟਨ ਵੀ ਟਾਈਟ ਹੋ ਗਏ ਥੋੜੇ ਜਿਹੇ ਹੁਣ। ਨਹੀਂ ਇਟਸ ਨਾਈਸ, ਬਹੁਤ ਅੱਛਾ ਲੱਗਦਾ। ਫਿਰ ਪਤਾ ਲੱਗਦਾ ਕਿ ਅਸੀਂ ਲੋਕਾਂ ਦਾ ਫਾਇਦਾ ਹੋ ਰਿਹਾ ਉਹਦੇ ਨਾਲ, ਜ਼ਰਾ ਦਿਲ ਨੂੰ ਖੁਸ਼ੀ ਹੋ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਆਪਾਂ ਗੱਲ ਕਰਦੇ ਸੀ ਕਿ ਖਾਣ ਪੀਣ ਦੀ ਹੁਣ ਦਾ, ਤੇ ਪਰ ਮੈਂ ਹੋਰ ਬੜਾ ਲੋਕਾਂ ਦਾ ਦੇਖਿਆ ਕਿ ਭਾਜੀ ਉਹਨਾਂ ਨੂੰ ਨਾ ਤਕਲੀਫ ਬੜੀ ਹੈ। ਦੇਖੋ ਬੇਸ਼ੱਕ ਦੀ ਪੇਨ ਨਹੀਂ, ਬੰਦਿਆਂ ਨੂੰ ਕੋਈ ਦਰਦ ਨਹੀਂ ਹੁੰਦੀ, ਪਰ ਸਾਹ ਨਹੀਂ ਆਉਣਾ ਤਾਂ ਬੜਾ ਅਨਕੰਫਰਟੇਬਲ ਹੁੰਦਾ ਇਨਸਾਨ। ਫਿਰ ਉਹ ਮੈਂ ਕਈ ਲੋਕ ਦੇਖੇ ਆਪਣੇ ਘਰ 'ਚ ਕਾਰਪੇਟ ਨਹੀਂ ਰੱਖਦੇ, ਹੋ ਕੋਈ ਪੈਟ ਨਹੀਂ ਰੱਖ ਸਕਦੇ ਕਿਸੇ ਵੀ ਤਰ੍ਹਾਂ ਦਾ। ਹਾਂਜੀ ਹਾਂਜੀ ਤੇ ਉਹ ਡਾਕਟਰ ਸਾਹਿਬ ਜਿਹੜਾ ਪਹਿਲਾਂ ਤੁਸੀਂ ਬੜਾ ਇੰਟਰਸਟਿੰਗ ਗੱਲ ਮੈਨੂੰ ਯਾਦ ਆ ਗਿਆ, ਹੁਣ ਪੈਟ ਦੀ ਗੱਲ ਕਰ ਲਓ ਜਾਂ ਤੁਸੀਂ ਕਾਰਪੇਟ ਦੀ ਗੱਲ ਕਰੋ, ਇਹ ਕਿਉਂ ਨਹੀਂ ਉਹਨੂੰ ਚੈੱਕ ਕਰਦੇ ਨੇ ਕਿ ਮੈਨੂੰ ਉਹਦੇ ਨਾਲ ਵਾਟਸ ਰਾਈਟ ਵਰਡ? ਇਹਦਾ ਭਾਜੀ ਬਾਹਲੇ ਲੋਕੀ ਉਹਨਾਂ ਨੂੰ ਇਹ ਸੁਝਾਅ ਹੈ ਨਹੀਂਗਾ। ਹਾਂਜੀ ਕੋਈ ਦੇਣ ਵਾਲਾ ਸੁਝਾਅ ਹੈ ਨਹੀਂਗਾ। ਜੀਪੀ ਵੀ ਨਹੀਂ ਦੱਸਦੇ ਹੈਗੇ ਵੀ ਹਾਊਸ ਡਸਟ ਮਾਈਟ ਨੂੰ ਕਿੱਦਾਂ ਐਲੀਮੀਨੇਟ ਕਰਨਾ ਜਾਂ ਤੁਸੀਂ ਇਹਨੂੰ ਕੰਮ ਕਰਨਾ ਹੈ, ਤੇ ਉਹ ਸਿਰਫ ਦਵਾਈਆਂ ਲਿਖ ਕੇ ਦੇ ਦਿੰਦੇ ਆ। ਹਾਂ, ਤੇ ਪਰ ਇਹ ਹੈਗਾ ਵੀ ਜਿਹਨੂੰ ਐਸਥਮਾ ਹੈਗਾ ਆ ਉਹਨੂੰ ਵੁਡਨ ਫਲੋਰ ਚਾਹੀਦਾ, ਲੈਮੀਨੇਟ ਫਲੋਰ ਜਾਂ ਉਹ ਹੋਏ। ਜ਼ਰੂਰੀ ਹੈ। ਹਾਂਜੀ ਵੁਡਨ ਫਲੋਰ ਹੋਵੇ। ਮੈਂ ਇਹਦੀ ਗੱਲ ਕਰਾਂਗਾ, ਆਪਾਂ 1 ਮਿੰਟ ਹੋਰ ਕਾਲ ਲੈ ਲਈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਅਸੀਂ ਲੰਮੇ ਤੋਂ ਬੋਲਦੇ ਹਾਂ। ਹਾਂਜੀ ਭਾਜੀ, ਮੈਂ ਪੁੱਛਣਾ ਸੀ ਕਿ ਮੈਨੂੰ ਡਾਇਬੀਟੀਜ਼ ਆ ਔਰ ਮੈਨੂੰ ਪਿਸ਼ਾਬ ਬਹੁਤ ਜ਼ਿਆਦਾ ਆਉਂਦਾ ਰਾਤ ਨੂੰ। ਹਾਂਜੀ ਭੈਣ ਜੀ, ਹੋਰ ਤੁਸੀਂ ਆਪਣਾ ਨਾ ਲਾਊਡ ਸਪੀਕਰ ਤੋਂ ਕੱਢ ਲਓ ਫੋਨ, ਨਾਲੇ ਟੀਵੀ ਵੱਲ ਨਾ ਦੇਖੋ, ਜਰਾ ਧਿਆਨ ਦੇਵੋ ਇੱਧਰ। ਪਹਿਲਾਂ ਗੱਲ ਸੁਣ ਕੇ ਫਿਰ ਬਾਅਦ ਚ ਟੀਵੀ ਦੇਖਿਓ। ਹਾਂਜੀ 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 ਭੈਣ ਜੀ, ਕੋਈ ਹੋਰ ਵੀ ਸਿੰਪਟਮ ਹੈ ਕਿ ਜੰਗ ਸਿਰਫ ਇਹੀ ਹੈ? ਹੈਲੋ, ਹੈਲੋ ਹਾਂਜੀ ਤੁਹਾਡੇ ਡਾਕਟਰ ਸਾਹਿਬ ਕੁਝ ਪੁੱਛ ਰਹੇ, ਜਰਾ ਫੋਨ ਤੇ ਧਿਆਨ ਦੇਵੋ ਥੋੜਾ ਪਲੀਜ਼। ਓਕੇ। ਹਾਂਜੀ ਹਾਂਜੀ ਭੈਣ ਜੀ, ਹੋਰ ਵੀ ਕੋਈ ਤਕਲੀਫ ਜਾਂ ਹੋਰ ਵੀ ਕੋਈ ਸਿੰਪਟਮ ਆ? ਹੁਣ ਤਾਂ ਜਿੱਦਾਂ ਮੈਨੂੰ ਡਾਇਬੀਟੀਜ਼ ਆ ਕਾਫੀ ਪਹਿਲਾਂ ਦੇ। ਹਾਂਜੀ ਪਰ ਮੈਨੂੰ ਪਿਸ਼ਾਬ ਬਹੁਤ ਜ਼ਿਆਦਾ ਆਉਂਦਾ ਰਾਤ ਨੂੰ। ਹਾਂਜੀ ਭੈਣ ਜੀ, ਇਹ ਹੋ ਸਕਦਾ ਵੀ ਤੁਹਾਡੀ ਡਾਇਬੀਟਿਸ ਵਾਲੀ ਕੰਟਰੋਲ 'ਚ ਨਹੀਂ ਹੈਗੀ। ਰੋਜ਼ ਨਹੀਂ ਹੈ। ਹਾਂਜੀ ਇਸ ਕਰਕੇ ਤੁਹਾਨੂੰ ਪਿਸ਼ਾਬ ਜ਼ਿਆਦਾ ਆਉਂਦਾ ਜੀ, ਹਾਂਜੀ ਕਿਉਂਕਿ ਇਹ ਖਾਸ ਸਿੰਪਟਮ ਹੁੰਦਾ ਡਾਇਬੀਟਿਸ ਦਾ। ਸੋ ਤੁਸੀਂ ਵਾਪਸ ਜਾਓ ਆਪਣੇ ਜੀਪੀ ਕੋਲ ਤੇ ਆਪਣੀ ਡੋਜ਼ ਐਡਜਸਟ ਕਰਾਓ ਤੇ ਬਲੱਡ ਟੈਸਟ ਕਰਾਓ, ਠੀਕ ਹੈ ਜੀ। ਥੈਂਕ ਯੂ ਕਾਲ ਕਰਨ ਦਾ। ਭੈਣ ਜੀ ਬਾਅਦ ਵਿੱਚ ਤੁਸੀਂ 1 to 1 ਡਾਕਟਰ ਸਾਹਿਬ ਨਾਲ ਗੱਲ ਕਰ ਲਿਓ, ਜੇ ਇਹ ਕੁਝ ਕਰ ਸਕਦੇ ਤਾਂ ਜ਼ਰੂਰ ਮਦਦ ਕਰਨਗੇ। ਤੇ ਜੀ ਡਾਕਟਰ ਸਾਹਿਬ, ਅੱਛਾ ਉਹ ਜ਼ਰੂਰੀ ਹੈ ਕਿ ਕਾਰਪੇਟ ਦੇ ਨਾਲ ਫਰਕ ਪਵੇ ਨਾ ਪਵੇ ਤਾਂ ਵੁਡਨ ਫਲੋਰ ਚਾਹੀਦਾ ਹੈ? ਹਾਂਜੀ ਹਾਂਜੀ, ਕਿਉਂਕਿ ਜਿਹੜਾ ਡਸਟ ਮਾਈਟ ਉਹ ਕਾਰਪੇਟ 'ਚ ਜ਼ਿਆਦਾ ਬਸਦਾ ਆ, ਜ਼ਿਆਦਾ ਹੁੰਦਾ ਹੈ। ਹਾਂਜੀ, ਤੇ ਜੇ ਤੁਸੀਂ ਫਲੋਰ ਆਪਣਾ ਚੇਂਜ ਕਰ ਦਿਓ, ਕਾਰਪੇਟ ਕੱਢ ਦਿਓ, ਤੇ ਤੁਹਾਨੂੰ ਘੱਟ ਪ੍ਰੋਬਲਮ ਪਏਗਾ, ਸਪੈਸ਼ਲੀ ਰਾਤ ਨੂੰ, ਜਾਂ ਕਿਉਂਕਿ ਤੁਸੀਂ ਸੌਣਾ ਉੱਥੇ ਇੰਨੇ ਘੰਟੇ ਉੱਥੇ ਹੀ ਸੌਣਾ ਹੁੰਦਾ ਬੈੱਡਰੂਮ 'ਚ, ਹੈ ਨਾ। ਬਿਲਕੁਲ। ਤੇ ਇੱਕ ਜਿਹੜੀ ਤੁਸੀਂ ਮੈਟਰਸ ਹੁੰਦਾ ਤੁਹਾਡਾ, ਉੱਤੇ ਸਪੈਸ਼ਲ ਕਵਰ ਮਿਲ ਜਾਂਦਾ ਆ, Yes. ਮੈਟਰਸ ਦੇ ਉੱਤੇ ਕਵਰ ਚੜਾ ਦਿਓ। ਹਾਂਜੀ,
ਤੇ ਜਿਹੜੀਆਂ ਤੁਹਾਡੇ ਕਰਟਨਸ ਹੈ, ਕਰਟਨਸ ਦੇ ਬਜਾਏ ਬਲਾਈਂਡਸ ਲਾ ਦਿਓ ਤੁਸੀਂ, ਹਾਂਜੀ, ਤਾਂ ਉਹ ਫਿਰ ਹਾਊਸ ਡਸਟ ਮਾਈਟ ਦੀ ਇਨਸੀਡੈਂਸ ਘਟ ਜਾਂਦੀ ਤੁਹਾਡੇ ਰੂਮ ਵਿੱਚ, ਤੇ ਉਹਦੇ ਨਾਲ ਫਿਰ ਤੁਸੀਂ ਸਿਹਤ ਤੁਹਾਡੀ ਕੁਝ ਬੈਟਰ ਹੋ ਸਕਦੀ। ਡਾਕਟਰ ਸਾਹਿਬ ਵੈਰੀ ਇੰਟਰਸਟਿੰਗ ਹੋਨੈਸਟਲੀ ਦੇਖੋ ਤਾਂ ਹੀ ਮੈਂ ਕਹਿੰਦਾ ਪ੍ਰੋਗਰਾਮ ਦੇਖਿਆ ਕਰੋ, ਕੁਝ ਪਤਾ ਲੱਗਦਾ ਹੈ। ਮੈਂ ਲੋਕਾਂ ਦੇ ਘਰ ਵੁਡਨ ਫਲੋਰ ਦੇਖਿਆ ਹੈਗਾ, ਯਾ ਆਈ ਡੋਨਟ ਨੋ ਕਿ ਬੈਟਰ ਤੇ ਉੱਪਰ ਕਵਰ ਪਾਉਂਦੇ ਕਿ ਨਹੀਂ ਪਾਉਂਦੇ, ਕਰਟਨ ਦਾ ਪੱਕਾ ਲੱਗੇ ਹੁੰਦੇ ਨੇ ਉਹਨਾਂ ਦੇ 100%। ਸੋ ਉਹ ਆਬਜੈਕਟ ਤਾਂ ਬੀਟ ਨਹੀਂ ਨਾ ਹੁੰਦਾ ਫਿਰ ਉਹਦੇ ਨਾਲ। ਉਹੀ ਆ ਭਾਜੀ, ਹਾਂਜੀ ਦੈਟਸ ਰਾਈਟ। ਤੇ ਕਈ ਫਿਰ ਏਦਾਂ ਜਦੋਂ ਸਵੇਰ ਨੂੰ ਉੱਠਦੇ ਆ ਹਨਾ, ਉਹਨੂੰ ਬਹੁਤ ਤਕਲੀਫ ਹੁੰਦੀ ਸਵੇਰ ਨੂੰ ਉੱਠਦਿਆਂ ਨੂੰ, ਕਿਉਂਕਿ ਸਾਰੀ ਰਾਤ ਤੋਂ ਅੰਦਰ ਜਾਂਦਾ ਰਹਿੰਦਾ ਹਨਾ ਹਾਊਸ ਡਸਟ ਮਾਈਟ ਦਾ ਜਿਹੜਾ ਵੇਸਟ ਪ੍ਰੋਡਕਟ ਆ, ਤੇ ਉਹ ਇੰਨਾ ਬਰੀਕ ਆ, ਹਵਾ 'ਚ ਹੀ ਹੁੰਦਾ ਹਨਾ। ਬਿਲਕੁਲ। ਆਪਾਂ ਇੱਕ ਕਾਲ ਲੈ ਲਈ ਫਿਰ ਗੱਲ ਕਰਾਂਗੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਰਾ ਜੀ। ਕੌਣ ਬੋਲਦੇ ਹੋ, ਕਿੱਥੇ ਬੋਲਦੇ ਹੋ? ਮੈਂ ਇੱਥੋਂ ਭਾਜੀ ਗ੍ਰੇਜ਼ਨ ਤੋਂ ਬੋਲਦੀ ਹਾਂ, ਮੇਰਾ ਨਾਮ ਹੈਗਾ ਕਿਰਪਾਲ ਕੌਰ। ਬਿਲਕੁਲ ਸਵਾਗਤ ਕਰਦੇ ਹਾਂ, ਕੀ ਪੁੱਛਣਾ ਚਾਹੁੰਦੇ ਹੋ? ਹਾਂ, ਮੈਂ ਇਹ ਪੁੱਛਣਾ ਸੀਗਾ ਭਾਜੀ, ਇਹ ਡਾਕਟਰ ਸਾਹਿਬ ਜੀ ਗ੍ਰੇਜ਼ਨ ਤੋਂ ਹੀ ਆ, ਤੁਸੀਂ ਦੱਸਿਆ ਸੀ। ਇਹ ਤੁਹਾਡੇ ਪਿੰਡ ਹੀ ਰਹਿੰਦੇ ਨੇ, ਸੇਮ ਪਿੰਡ 'ਚ ਰਹਿੰਦੇ ਨੇ, ਤੁਹਾਡੇ ਪਿੰਡੂ ਨੇ ਇਹ ਤੁਹਾਡੇ? ਸਾਡੇ ਪਿੰਡੂ ਨੇ। ਅੱਜ ਬਹੁਤ ਸੋਹਣੀ ਗੱਲ ਹੈ। ਤੇ ਮੈਂ ਇਹਨਾਂ ਨੂੰ ਮੈਨੂੰ ਇਹ ਐਡਰੈਸ ਦੇ ਸਕਦੇ ਆ ਤੇ ਤੁਹਾਨੂੰ ਭੈਣ ਜੀ ਤੁਸੀਂ ਕੋਈ ਸਵਾਲ ਪੁੱਛਣਾ ਤੇ ਉਹ ਜਿਹੜਾ ਮੈਂ ਭਰਾਵਾ ਸਵਾਲ ਇਹ ਪੁੱਛਣਾ, ਮੇਰੇ ਗੋਡਿਆਂ ਦੀ ਦੋਨਾਂ ਦੀ ਕੀ ਹੋਲ ਸਰਜਰੀ ਹੋਈ ਸੀ ਆ। ਹਾਂ, ਇਹ ਹਜੇ ਵੀ ਦੁਖਣੋਂ ਨਹੀਂ ਹਟਦੇ। 2009 ਦੇ ਵਿੱਚ ਹੋਈ ਸੀ ਤੇ ਦੂਜੀ ਹੋਈ ਸੀ 2013 ਦੇ ਵਿੱਚ। ਪਰ ਹਜੇ ਵੀ ਜੇ ਤਾਂ ਜਦੋਂ ਮੈਂ ਉੱਠ ਰਹੀ ਹਾਂ ਨਾ, ਉਦੋਂ ਮੈਨੂੰ ਏਦਾਂ ਲੱਗਦਾ, ਫਿਰ ਜਦੋਂ ਮੈਂ ਤੁਰਨ ਫਿਰਨ ਲੱਗ ਪੈਂਦੀ ਫਿਰ ਮੈਂ ਠੀਕ ਹਾਂ, ਪਰ ਜਿੱਦਾਂ ਮਾੜੇ ਮਾੜੇ ਗੋਡਿਆਂ ਦੇ ਦਰਦ ਮੇਰੇ ਹਜੇ ਰਹਿੰਦੀ ਆ। ਮੈਂ ਇਹ ਪੁੱਛਣਾ ਸੀਗਾ ਵੀ ਜੇ ਮੈਂ ਆਪਣੀ ਡਾਈਟ ਚੇਂਜ ਕਰਾਂ ਤਾਂ ਫਿਰ ਕਿੱਦਾਂ, ਮੈਨੂੰ ਤਾਂ ਮਿਲਣਾ ਚਾਹੁੰਦੀ ਸੀ। ਹਾਂਜੀ ਭੈਣ ਜੀ, ਕੋਈ ਨਹੀਂ, ਤੁਸੀਂ ਫਿਕਰ ਨਾ ਕਰੋ, ਤੁਹਾਡਾ ਡਾਈਟ ਪਲਾਨ ਵੀ ਬਣਾਵਾਂਗੇ ਤੇ ਹੋਮਿਓਪੈਥੀ ਦਵਾਈਆਂ ਵੀ ਦੇਵਾਂਗੇ ਤੇ ਤੁਹਾਨੂੰ ਕਾਫੀ ਫਰਕ ਪੈ ਜਾਊਗਾ। ਤੁਸੀਂ ਇੱਥੇ ਕਿਸੇ ਨੂੰ ਵੀ ਪੁੱਛ ਲਓ, ਗ੍ਰੇਵਜ਼ੈਂਟ ਜਾਣਦੇ ਆ ਤਕਰੀਬਨ ਮੋਸਟਲੀ ਲੋਕੀ। ਹਾਂਜੀ ਠੀਕ ਹੈ। ਮੈਨੂੰ ਭਾਜੀ ਉਹਦਾ ਇੱਥੇ ਉਹ ਜਿਹਦਾ ਐਡਰੈਸ ਦਾ ਥੋੜਾ ਜਿਹਾ ਪਤਾ ਲੱਗ ਜਾਵੇ ਤਾਂ ਫਿਰ। ਨਹੀਂ ਭੈਣ ਜੀ, ਤੁਸੀਂ ਫਿਕਰ ਨਾ ਕਰੋ, ਅਸੀਂ ਟੀਵੀ ਤੇ ਐਡਰੈਸ ਨਹੀਂ ਦੇ ਸਕਦੇ, ਤੁਹਾਨੂੰ ਫੋਨ ਕਰਕੇ ਗੱਲਬਾਤ ਕਰਾਂਗੇ ਤਾਂ ਤੁਹਾਨੂੰ ਸਾਰਾ ਤੁਹਾਡਾ ਜੋ ਵੀ ਹੋਏਗਾ ਤੁਹਾਡੇ ਨਾਲ ਗੱਲ ਹੋ ਜਾਏਗੀ। ਕੱਲ ਬਹੁਤ ਮਿਹਰਬਾਨੀ ਭੈਣ ਜੀ, ਥੈਂਕ ਯੂ। ਬਸ ਤੁਸੀਂ ਬੈਠ ਕੇ ਫੋਨ ਰੱਖੋ ਔਰ ਪ੍ਰੋਗਰਾਮ ਦੇਖਦੇ ਰਹੋ। ਥੈਂਕ ਯੂ ਜੀ, ਥੈਂਕ ਯੂ। ਤੇ ਡਾਕਟਰ ਸਾਹਿਬ, ਮੈਂ ਵਾਪਸ ਕਰਨ ਤੋਂ ਪਹਿਲਾਂ ਥੋੜੀ ਜਿਹੀ ਭੈਣ ਜੀ ਦੀ ਗੱਲ ਕਰ ਲੈਂਦੇ ਹਾਂ। ਇਹ ਆਮ ਕਿਹਾ ਜਾਂਦਾ ਕਿ ਜਿਹੜਾ ਗੋਡਾ ਦਾ ਆਪਰੇਸ਼ਨ ਨਹੀਂ ਕਰਾਉਣਾ ਚਾਹੀਦਾ, ਸਹੀ ਕਿ ਨਹੀਂ? ਇਦਾਂ ਹੀ ਭਾਜੀ ਦੇਖੋ, ਕਹਿ ਨਹੀਂ ਸਕਦੇ ਹਨਾ, ਕਿਸੇ ਨੂੰ ਸੈੱਟ ਵੀ ਬਹਿ ਜਾਂਦਾ ਆ, ਉਹਨਾਂ ਦਾ ਆਰਾਮ ਆ ਜਾਂਦਾ ਹੈ, ਤਕਲੀਫ ਘਟ ਜਾਂਦੀ ਹੈ। ਪਰ ਮੈਂ ਮੈਜੋਰਿਟੀ ਸੁਣਿਆ ਨਹੀਂ, ਕਈਆਂ ਨੂੰ ਨਹੀਂ ਵੀ ਹੁੰਦਾ ਹੈਗਾ ਸੈੱਟ, ਹਾਂਜੀ, ਕਈਆਂ ਨੂੰ ਫਿਰ ਵੀ ਤਕਲੀਫ 'ਚ ਰਹਿੰਦੇ ਆ। ਸੋ ਇਟ ਡਿਪੈਂਡਸ ਔਨ ਦੀ ਇੰਡੀਵਿਜੂਅਲ। ਹਾਂਜੀ, ਪਰ ਹੁਣ ਜੇ ਆਪਰੇਸ਼ਨ ਕਰਕੇ ਆਰਾਮ ਨਹੀਂ ਆਇਆ ਤੇ ਫਿਰ ਤਾਂ ਦੁਗਣਾ ਤਕਲੀਫ ਹੋ ਗਈ ਨਾ ਉਹਦੀ। ਹੁਣ ਉਹੀ ਆ ਨਾ, ਦੇਖੋ ਉਹਦਾ ਦੁੱਖ, ਆਪਰੇਸ਼ਨ ਦਾ ਦੁੱਖ ਵੀ ਪਾਇਆ ਤੇ ਉਹ ਜਿਹੜਾ ਪਹਿਲਾ ਦੁੱਖ ਸੀ ਉਹ ਵੀ ਨਹੀਂ ਘਟਿਆ। ਫਿਰ ਉਹ ਜੋ ਚੀਜ਼ ਸੀ ਤਾਂ ਉਹ ਤਾਂ ਰਹੀ ਨਹੀਂ, ਹੁਣ ਆਰਟੀਫੀਸ਼ੀਅਲ ਹੋ ਗਈ। ਦੈਟਸ ਰਾਈਟ। ਪਤਾ ਨਹੀਂ ਬੋਲਟ ਤੇ ਕੀ ਅੰਦਰ ਪਾ ਦਿੰਦੇ ਨੇ। ਜਦੋਂ ਨੀ ਰਿਪਲੇਸਮੈਂਟ ਹੋ ਜਾਂਦਾ ਫਿਰ ਤਾਂ ਸਾਰਾ ਆਰਟੀਫੀਸ਼ੀਅਲ ਹੋ ਜਾਂਦਾ ਅੰਦਰੋਂ। ਹਾਂਜੀ, ਪਰ ਪ੍ਰੋਬਲਮ ਹੁੰਦਾ ਜਿਹੜੇ ਆਲੇ ਦੁਆਲੇ ਟਿਸ਼ੂਜ਼ ਆ, ਉਹਨਾਂ ਦਾ ਜ਼ਿਆਦਾ ਪ੍ਰੋਬਲਮ ਹੁੰਦਾ ਲੋਕਾਂ ਨੂੰ। ਹਾਂਜੀ, ਜਿਹੜੇ ਟੈਂਡਨਸ ਹੋਏ, ਲਿਗਾਮੈਂਟਸ ਹੋਏ, ਤੇ ਉਹਨਾਂ ਤੋਂ ਰਿਪਲੇਸਮੈਂਟ ਕਰ ਨਹੀਂ ਸਕਦੇ, ਉਹ ਤਾਂ ਉਹੀ ਰਹਿਣਗੇ। ਇੱਕ ਗੱਲ ਬਹੁਤ ਅੱਛੀ ਸੀ, ਲਾਸਟ ਵੀ ਡਾਕਟਰ ਰਾਜ ਨੇ ਗੱਲ ਕੀਤੀ ਸੀ ਕਿ ਜਦੋਂ ਸਟੰਟ ਪਾ ਦਿੰਦੇ ਨੇ, ਅਗਰ ਐਮਰਜੈਂਸੀ ਪਾਣਾ ਪੈਂਦਾ, ਕੋਈ ਉਹਦਾ ਰਸਤਾ ਨਹੀਂ ਹੈ ਤੇ ਚਲੋ ਠੀਕ ਹੈ, ਲੇਕਿਨ ਉੱਦਾਂ ਅਵੋਇਡ ਕਰੋ। ਗੋਡਿਆਂ ਦਾ ਆਪਰੇਸ਼ਨ ਹੈਗਾ, ਉਹਦੀ ਵੀ ਥੋੜੀ ਬਹੁਤੀ ਆਪਣੀ ਜੀਪੀ ਦੀ ਵੀ ਸਲਾਹ ਲਵੋ ਕਿ ਕੀ ਕਹਿੰਦਾ। ਅਗਰ ਆਮ ਦੇਖਿਆ ਜਾਂਦਾ ਭਾਜੀ, ਜੇ ਆਮ ਦੇਖਿਆ ਜਾਂਦਾ, ਤੁਸੀਂ ਜਿਹਨੂੰ ਵੀ ਪੁੱਛਦੇ ਹੋ ਕਿ ਨਹੀਂ ਮੈਨੂੰ ਫਰਕ ਨਹੀਂ ਪਿਆ, ਮੈਨੂੰ ਫਰਕ ਨਹੀਂ ਪਿਆ, ਮੈਨੂੰ ਫਰਕ ਨਹੀਂ ਪਿਆ, ਫਿਰ ਬੰਦੇ ਨੂੰ ਖੁਦ ਵੀ ਸੋਚਣਾ ਚਾਹੀਦਾ। ਹਾਂਜੀ, ਪਰ ਇਦਾਂ ਹੀ ਆ, ਹੁਣ ਉਹ ਜੋ ਜੀਪੀ ਕਹਿੰਦੇ ਜਾਂ ਕੰਸਲਟੈਂਟ ਕਹਿ ਦਿੰਦੇ ਆ, ਉਹਨਾਂ ਦੀ ਗੱਲ ਮੰਨ ਲੈਂਦੇ ਲੋਕੀ, ਕਹਿੰਦੇ ਪਏ ਇਹੀ ਐਕਸਪਰਟ ਆ, ਇਹੀ ਸਾਨੂੰ ਦੱਸਦੇ, ਸਾਨੂੰ ਉਦਾਂ ਹੀ ਕਰਨਾ ਚਾਹੀਦਾ। ਪਰ ਜਿੱਦਾਂ ਮੈਂ ਕਹਿੰਦਾ ਸੀ, ਤੁਹਾਨੂੰ ਖੁਦ ਆਪਣੇ ਆਪ ਦੀ ਰਿਸਪੌਂਸਿਬਿਲਿਟੀ ਥੋੜੀ ਜਿਹੀ ਲੈਣੀ ਚਾਹੀਦੀ ਆਪਣੀ ਸਿਹਤ ਬਾਰੇ। ਹਾਂਜੀ, ਆਫਟਰ ਆਲ ਬਾਡੀ ਤਾਂ ਤੁਹਾਡੀ ਆ। ਭਾਜੀ ਅੱਜ ਕੱਲ੍ਹ ਲੋਕ ਬੜੇ ਸਮਾਰਟ ਨੇ, ਜਿੱਦਾਂ ਤੁਸੀਂ ਕਿਹਾ ਤੁਹਾਡੀ ਆਪਣੀ ਬਾਡੀ ਹੈ ਨਾ, ਤੁਸੀਂ ਇਹਨੂੰ ਬਿਲਕੁਲ ਸਮਝਦੇ ਹੋ 100%। ਮੈਂ ਤੁਹਾਨੂੰ ਕੁਝ ਗਲਤ ਕੀਤਾ, ਅੱਜ ਮੈਂ ਕੁਝ ਗਲਤ ਖਾਦਾ, ਮੈਂ ਖੁਦ ਗਲਤ ਪੀਤਾ ਹੈ, ਤੁਹਾਨੂੰ ਖੁਦ ਹੀ ਪਤਾ ਲੱਗ ਜਾਂਦਾ। ਹਾਂਜੀ, ਪਤਾ ਲੱਗ ਜਾਂਦਾ, ਦੈਟਸ ਰਾਈਟ। ਇਸੇ ਕਰਕੇ ਤੁਹਾਨੂੰ ਆਪਣੇ ਆਪ ਅਵੇਅਰ ਹੋਣਾ ਚਾਹੀਦਾ ਹੈ ਵੀ ਜਦੋਂ ਮੈਂ ਖੁਰਾਕ ਖਾਂਦਾ ਹੈ ਵੀ ਉਹ ਮੈਨੂੰ ਪਚਦੀ ਹੈ ਕਿ ਨਹੀਂ ਪਚਦੀ, ਉਹਦੇ ਨਾਲ ਮੇਰੇ ਕਿਤੇ ਤਕਲੀਫ ਹੁੰਦੀ, ਮੇਰੇ ਕਿਤੇ ਦਰਦ ਹੁੰਦਾ। ਸੋ ਅਵੇਅਰਨੈਸ ਚਾਹੀਦੀ ਬੰਦੇ ਨੂੰ ਵੀ ਖੁਰਾਕ ਜਿਹੜੀ ਇੰਨੀ ਇੰਪੋਰਟੈਂਟ ਚੀਜ਼ ਆ। ਜਿੱਦਾਂ ਹੁਣ ਆਪਾਂ ਦਮੇ ਬਾਰੇ ਗੱਲ ਕਰਦੇ ਹਾਂ, ਜਿਹੜਾ ਮਹਾਂ ਦੀ ਦਾਲ ਖਾ ਲੈਂਦਾ ਹੈ, ਉਹਦੇ ਲਈ ਬੈਡ ਆ ਦਮੇ ਲਈ। ਹਾਂਜੀ, ਉਹਨਾਂ ਸਾਹ ਰੁਕਣ ਲੱਗ ਪੈਂਦਾ ਮਹਾਂ ਦੀ ਦਾਲ। ਭਾਜੀ ਦੈਟਸ ਵੈਰੀ ਇੰਟਰਸਟਿੰਗ। ਹੋਰ ਕੀ ਬੰਦਾ ਦੱਸੋ ਦਮੇ ਲਈ ਕੀ ਕੁਝ ਖੁਰਾਕ ਦੇ ਵਿੱਚ ਜੇ ਦੇਖਿਆ ਜਾਵੇ? ਹਾਂਜੀ, ਸੋ ਡੇਅਰੀ ਪ੍ਰੋਡਕਟਸ ਜਿਹੜੇ ਆ, ਦੁੱਧ ਤੋਂ ਬਣੀਆਂ ਚੀਜ਼ਾਂ, ਉਹਨਾਂ ਨਾਲ ਰੇਸ਼ਾ ਬਣਦੀ ਆ। ਅੱਛਾ। ਹਾਂਜੀ, ਉਹ ਵੀ ਫਿਰ ਤੁਹਾਡੇ ਜਿਹੜੇ ਟਿਊਬਸ ਆ ਅਸਥਮਾ ਵਾਲੇ ਦੀਆਂ, ਉਹ ਟਾਈਟ ਹੁੰਦੀਆਂ ਇਦਾਂ। ਹਾਂਜੀ, ਉਹਦੇ ਵਿੱਚ ਫਿਰ ਇਨਫਲੇਮੇਸ਼ਨ ਹੋ ਜਾਂਦਾ ਹੈ, ਤੇ ਜਦੋਂ ਇਨਫਲੇਮੇਸ਼ਨ ਹੁੰਦਾ ਫਿਰ ਰੇਸ਼ਾ ਬਣਨ ਲੱਗ ਪੈਂਦੀ ਹੈ। ਜੇ ਤੁਸੀਂ ਦੁੱਧ ਵਾਲੀ ਚੀਜ਼ਾਂ ਖਾਂਦੇ, ਉਹ ਰੇਸ਼ਾ ਵੱਧ ਜਾਂਦੀ ਹੈ। ਅੱਛਾ। ਤੇ ਬਿਲਕੁਲ ਫਿਰ ਤੁਹਾਡਾ ਸਾਹ ਬੰਦ ਹੋਣ ਲੱਗ ਪੈਂਦਾ ਹੈ, ਨਾਲ ਰੇਸ਼ਾ ਬਹੁਤ ਆਉਂਦੀ ਹੈ। ਰੀਅਲੀ? ਹਾਂਜੀ,
ਤੇ ਇਸੇ ਤਰ੍ਹਾਂ ਜਿਹੜੇ ਚੌਲ ਆ, ਚੌਲਾਂ ਨਾਲ ਵੀ ਇਹੀ ਕੰਮ ਹੁੰਦਾ ਹੈ। ਅਨਬਲੀਵੇਬਲ। ਯਾ ਸੋ ਇਦਾਂ ਦੀਆਂ ਖੁਰਾਕ ਦੀਆਂ ਚੀਜ਼ਾਂ ਯੂ ਹੈਵ ਟੂ ਵੈਰੀ ਕੇਅਰਫੁਲ। ਹਾਂਜੀ, ਤੇ ਕਈ ਠੰਡੀਆਂ ਚੀਜ਼ਾਂ ਨਹੀਂ ਪਚਦੀਆਂ ਕਈਆਂ ਨੂੰ, ਜਿਹੜੇ ਅਸਥਮਾ ਵਾਲੇ ਔਰੇਂਜ ਉਹਨਾਂ ਲਈ ਬੈਡ ਹੁੰਦਾ, ਬਨਾਨਾ ਬੈਡ ਹੁੰਦਾ ਹੈ। ਰੀਅਲੀ? ਹਾਂਜੀ, ਉਹਦੇ ਨਾਲ ਵੀ ਉਹਨਾਂ ਦੀਆਂ ਟਿਊਬਸ ਜਿਹੜੀਆਂ ਟਾਈਟ ਹੋ ਜਾਂਦੀਆਂ। ਹਾਂ। ਇਹ ਫਿਰ ਡਾਕਟਰ ਸਾਹਿਬ ਕਿੱਦਾਂ ਪਤਾ ਲੱਗ ਸਕਦਾ ਲੋਕਾਂ ਨੂੰ? ਬਿਕੋਜ਼ ਮੈਂ ਓਨੈਸਟਲੀ ਮੈਂ ਜੀਪੀ ਨੂੰ ਪੁੱਟ ਡਾਊਨ ਨਹੀਂ ਕਰਦਾ, ਪਰ ਮੈਨੂੰ ਲੱਗਦਾ ਜੀਪੀ ਪਾਸ ਟਾਈਮ ਹੀ ਨਹੀਂ ਹੁੰਦਾ ਬੈਠ ਕੇ ਇੱਦਾਂ ਦੀ ਗੱਲਾਂ ਦੱਸਣ ਨੂੰ, ਕਿਉਂਕਿ ਮੈਂ ਨਹੀਂ ਸੁਣਿਆ ਕਿ ਜੀਪੀ ਤੁਹਾਨੂੰ ਦੱਸੇ ਤੂੰ ਇਹ ਨਾ ਕਰ, ਉਹ ਨਾ ਕਰ, ਉਹ ਨਾ ਕਰ। ਸ਼ਾਇਦ ਦੱਸਦੇ ਹੋਣਗੇ, ਆਈ ਡੋਨਟ ਨੋ, ਬਿਕੋਜ਼ ਜਿਹੜੇ ਅਸਮੈਟਿਕ ਹੈਗੇ ਨੇ ਦੇ ਆਰ ਦ ਬੈਸਟ ਵਨ ਟੂ ਸੇ ਕਿ ਮੈਨੂੰ ਤਾਂ ਦੱਸਿਆ ਨਹੀਂ ਅੱਜ ਤੱਕ ਡਾਕਟਰ ਨੇ। ਹਾਂਜੀ, ਮੈਨੂੰ ਪੰਪ ਦੇ ਦਿੱਤੇ ਨੇ ਕਿ ਤੂੰ ਇਹ ਲੈ ਜਾ। ਹਾਂਜੀ, ਉਹੀ ਆ, ਉਹਨਾਂ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਹੈਗਾ, ਤੇ 5 ਮਿੰਟ ਦਿੰਦੇ, ਤਕਰੀਬਨ 5-7 ਮਿੰਟ ਹੁੰਦੇ ਉਹਨਾਂ ਦੇ ਐਲੋਕੇਸ਼ਨ, ਤੇ ਉਹਦੇ ਵਿੱਚ ਉਹਨੀ ਬਸ ਤੁਹਾਨੂੰ ਫਟਾਫਟ ਦਵਾਈ ਲਿਖ ਕੇ ਦੇਣੀ ਆ, ਪਿਆ ਦਵਾਈ ਲੈ ਲਓ। ਤੇ ਖਾਸ ਕਰਕੇ ਉੱਦਾਂ ਜੀਪੀ ਦੀ ਜਿਹੜੀ ਟ੍ਰੇਨਿੰਗ ਹੁੰਦੀ ਆ ਉਹਦੇ ਵਿੱਚ ਇਦਾਂ ਦੀਆਂ ਉਹਨਾਂ ਨੂੰ ਪੜ੍ਹਾਇਆ ਵੀ ਨਹੀਂ ਜਾਂਦਾ ਨਿਊਟ੍ਰੀਸ਼ਨ ਬਾਰੇ, ਵੀ ਡਾਇਟ ਤੇ ਕਿੱਦਾਂ ਤੁਸੀਂ ਕੰਟਰੋਲ ਕਰਨੀ ਹੈ, ਵੀ ਇਸ ਚੀਜ਼ ਨਾਲ ਪ੍ਰੋਬਲਮ ਪੈਂਦਾ, ਇਸ ਚੀਜ਼ ਨਾਲ, ਇਹਨਾਂ ਦੀ ਪੜ੍ਹਾਈ 'ਚ ਹੈ ਨਹੀਂਗਾ। ਮੇਨਲੀ ਉਹਨਾਂ ਦੀ ਪੜ੍ਹਾਈ ਇਹ ਹੁੰਦੀ ਵੀ ਤੁਸੀਂ ਮੈਡੀਕਲ ਐਮਰਜੈਂਸੀ ਕਿੱਦਾਂ, ਕਿਸੇ ਦੀ ਜਾਨ ਕਿੱਦਾਂ ਬਚਾਉਣੀ ਆ, ਜਿੱਦਾਂ ਵੀ ਕਿਸੇ ਦਾ ਐਸਥਮਾ ਅਟੈਕ ਹੋ ਗਿਆ, ਹਾਂਜੀ, ਜਾਂ ਐਨਾਫਿਲੈਕਟਿਕ ਸ਼ੌਕ ਹੋ ਗਿਆ, ਕਿ ਤੁਸੀਂ ਕਿਹੜਾ ਟੀਕਾ ਲਾਉਣਾ ਉਹਦੇ ਇਸੇ ਵੇਲੇ, ਉਹਦੀ ਜਾਨ ਬਚ ਜਾਵੇ ਇਮੀਡੀਏਟਲੀ। ਹਾਂ, ਦੈਟਸ ਰਾਈਟ। ਇਹ ਜਿਹੜੀ ਇੰਪੋਰਟੈਂਟ ਇੱਦਾਂ ਜ਼ਿਆਦਾ ਹੁੰਦੀ। ਜਿਹੜੀਆਂ ਲੰਮੀਆਂ ਬਿਮਾਰੀਆਂ ਬਣ ਜਾਂਦੀਆਂ, ਕ੍ਰੋਨਿਕ ਬਣ ਜਾਂਦੀਆਂ, ਇਹਨਾਂ ਬਾਰੇ ਉਹਨਾਂ ਕੋਲ ਨਾ ਹੈਗਾ ਪ੍ਰੋਪਰ ਇਲਾਜ, ਨਾ ਉਹਨਾਂ ਨੂੰ ਪੜ੍ਹਾਇਆ ਹੀ ਜਾਂਦਾ। ਪਰ ਜੀ ਜਿਹੜੀ ਹੁਣ ਅਸਮੈਟਿਕ ਦੀ ਜੇ ਮੈਂ ਗੱਲ ਕਰਾਂ, ਆਪਾਂ ਸ਼ੁਰੂਆਤ ਤੁਸੀਂ ਦੱਸਿਆ ਸੀ ਕਿ ਬੱਚਿਆਂ ਨੂੰ ਜਾਸਤੀ ਹੁੰਦਾ ਆ, ਕੋਈ ਕੇਸਿਸ ਆਏ ਨੇ ਕਿ 45-50 ਸਾਲ ਤੋਂ ਉੱਪਰ ਵੀ ਕਿਸੇ ਨੂੰ ਹੋ ਸਕਦਾ? ਹਾਂਜੀ, ਹੋ ਸਕਦਾ। ਉਹੀ ਮੈਂ ਕਹਿੰਦਾ ਸੀ ਨਾ ਵੀ ਓਕੂਪੇਸ਼ਨਲ ਹੈਜ਼ਰਡ ਵੀ ਹੈਗਾ ਇਹ। ਕਈ ਬਜ਼ੁਰਗ ਸਾਡੇ, ਅੱਛਾ, ਓਕੂਪੇਸ਼ਨਲ। ਹਾਂ, ਕਿਉਂਕਿ ਉਹ ਬੇਕਰੀ 'ਚ ਕੰਮ ਕਰਦੇ ਆ, ਉੱਥੇ ਫਾਈਨ ਆਟਾ ਜਿਹੜਾ ਹੈ ਨਾ ਉਹ ਅੰਦਰ ਚਲੇ ਜਾਂਦਾ। ਉਹ ਮੇਰੇ ਦਿਮਾਗ 'ਚ ਨਹੀਂ ਕਰ ਰਿਹਾ, ਬੜਾ ਇੰਟਰਸਟਿੰਗ ਆ ਕਿ ਉਹਨਾਂ ਨੂੰ ਕਿੱਦਾਂ ਹੋ ਸਕਦਾ। ਆਪੇ ਕਾਲ ਲੈ ਲਈਏ ਫਿਰ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਆਵਾਜ਼ ਨਹੀਂ ਆ ਰਹੀ। ਹਾਂਜੀ, ਸਤਿ ਸ਼੍ਰੀ ਅਕਾਲ। ਭਾਜੀ ਕਿੱਥੋਂ ਬੋਲਦੇ ਹੋ ਔਰ ਤੁਹਾਡਾ ਨਾਮ ਕੀ ਹੈ? ਮੈਂ ਨਾਮ ਹੀ ਦੱਸਣਾ ਚਾਹੁੰਦੀ। ਬਿਲਕੁਲ ਕੋਈ ਫਰਕ ਨਹੀਂ ਪੈਂਦਾ। ਕੀ ਪੁੱਛਣਾ ਚਾਹੁੰਦੇ ਹੋ ਡਾਕਟਰ ਸਾਹਿਬ ਨੂੰ? ਮੈਂ ਡਾਕਟਰ ਜੀ ਬਾਰੇ ਕਹਿਣਾ, ਇਹਨਾਂ ਨੇ ਮੇਰੀ ਜਾਨ ਬਚਾਈ। ਅੱਛਾ। ਕਾਫੀ ਤਕਰੀਬਨ ਬਿਮਾਰ ਸੀ, ਹਾਂ। ਮੈਂ ਫੋਨ ਕੀਤਾ ਨਹੀਂ ਤਾਂ ਫਿਰ ਮੈਨੂੰ ਬਾਅਦ ਇੱਕ ਦਿਨ ਬਾਅਦ ਫੋਨ ਆਇਆ। ਮੈਂ ਇਹਨਾਂ ਨੂੰ ਸਾਰਾ ਦੱਸਿਆ, ਮੈਨੂੰ ਇਸ ਤਰ੍ਹਾਂ ਹੋ ਰਿਹਾ ਸੀ। ਇਹਨਾਂ ਨੇ ਮੈਨੂੰ ਸਾਰਾ ਐਕਸਪਲੇਨ ਕੀਤਾ ਕਿ ਵੀ ਡਾਕਟਰ ਨੇ ਜਾ ਕੇ ਚੈੱਕ ਕਰਾਓ ਤੁਸੀਂ, ਕਿ ਮੇਰੀ ਚੈਸਟ ਬਹੁਤ ਟਾਈਟ ਹੋ ਰਹੀ ਸੀ, ਤੇ ਮੈਨੂੰ ਬੀਪੀ ਵੀ ਨਹੀਂ ਸੀ ਹੋ ਰਿਹਾ। ਮੈਨੂੰ ਕਾਫੀ ਪੈਰ ਵੀ ਸੋਚੀ ਗਈ ਸੀ, ਕਾਫੀ ਮੇਰੀ ਪਹਿਲੀ ਵਾਰੀ ਹੋਇਆ ਕਿਤੇ ਬਾਹਰ ਜਾਂਦੇ ਨਹੀਂ ਸੀਗੇ, ਇਸ ਕਰਕੇ ਮੈਨੂੰ ਕਾਫੀ ਸੋਚ ਪਈ ਪੈਰਾਂ ਤੇ। ਹਾਰਟ ਵੀ ਮੇਰਾ ਕਾਫੀ ਟਾਈਟ ਹੁੰਦਾ, ਮੈਨੂੰ ਸਾਹ ਮੱਥਾ ਲੈਂਦੀ ਸੀ ਮੈਂ। ਇਹਨਾਂ ਨੇ ਕਿਹਾ ਤੁਸੀਂ ਕਿੰਨੀ ਜਲਦੀ ਡਾਕਟਰ ਦੇ ਜਾਓ। ਇਹਨਾਂ ਨੇ ਉਹਦੀ ਜਾਨ ਬਚਾਈ। ਮੈਂ ਜਲਦੀ ਡਾਕਟਰ ਨੂੰ ਫੋਨ ਕੀਤਾ, ਉਹ ਕਹਿੰਦਾ 15 ਮਿੰਟ ਆ ਕੇ ਮੈਨੂੰ ਮਿਲਣਾ। ਉਹਨਾਂ ਨੇ ਚੈੱਕ ਕੀਤਾ ਕਿ ਮੇਰਾ ਬਲੱਡ ਪ੍ਰੈਸ਼ਰ ਬੜਾ ਹਾਈ ਹੋਇਆ ਸੀਗਾ, ਤੇ ਕਾਫੀ ਮੇਰੇ ਨਾਲ ਜਾਣੀ ਕਿ ਮੈਨੂੰ ਹਸਪੀਟਲ ਤੱਕ ਜਾਣਾ ਪਿਆ। ਜੇ ਅਗਰ ਨਾ ਮੈਂ ਇਹਨਾਂ ਨੂੰ ਫੋਨ ਕਰਦੀ, ਇਹ ਨਾ ਮੈਨੂੰ ਮਿਲਦੇ ਵਿਚਾਰੇ, ਪਤਾ ਨਹੀਂ ਅੱਜ ਮੈਂ ਪੜ੍ਹਨਾ ਨਹੀਂ ਸੀਗਾ। ਮੈਂ ਤੇ ਇਹਨਾਂ ਨੂੰ ਬਾਬਾ ਜੀ ਚੜ੍ਹਦੀਆਂ ਕਲਾਂ 'ਚ ਰੱਖਣ। ਇਹਨਾਂ ਨੇ ਮੇਰਾ ਜਿਹੜੀ ਖੁਸ਼ ਹੋ ਜਾਂਦੀ ਹੈ ਜਿਹੜੀ ਗੱਲਾਂ ਸੁਣ ਕੇ ਇਹਨਾਂ ਦੀਆਂ, ਤੇ ਮਹਾਰਾਜ ਚੜ੍ਹਦੀਆਂ ਕਲਾਂ 'ਚ ਰੱਖਿਆ, ਸਦਾ ਠੀਕ ਕਰੇ। ਕੰਮ ਕਰਨ ਨੂੰ ਵੀ ਸਦਾ ਚੜ੍ਹਦੀਆਂ ਕਲਾਂ 'ਚ ਕੇ ਪਹੁੰਚੀ, ਤੁਹਾਨੂੰ ਵੀ ਚੜ੍ਹਦੀਆਂ ਕਲਾਂ। ਭਾਜੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ। ਤੁਸੀਂ ਆਪਣੀ ਤਕਲੀਫ ਸ਼ੇਅਰ ਕੀਤੀ ਸਾਡੇ ਨਾਲ, ਲੋਕਾਂ ਨੂੰ ਵੀ ਪਤਾ ਲੱਗਦਾ। ਦੇ ਵਿੱਚ ਇਸੇ ਤਰ੍ਹਾਂ ਮੈਂ ਹਮੇਸ਼ਾ ਕਰਨ ਦਾ ਕੋਸ਼ਿਸ਼ ਕਰੋ। ਦੇਖੋ ਅਕਾਲ ਚਲਨ, ਦੇਖੋ ਅਸੀਂ ਹਮੇਸ਼ਾ ਕੋਸ਼ਿਸ਼ ਕਰੀਦੀ ਕਿ ਕਿਸੇ ਦਾ ਭਲਾ ਹੋਵੇ। ਜਿੱਦਾਂ ਤੁਸੀਂ ਹੁਣ ਗੱਲ ਦੱਸੀ ਹੈ ਨਾ, ਅੰਦਰੋਂ ਦਿਲ ਤੋਂ ਵੀ ਸਾਨੂੰ ਖੁਸ਼ੀ ਹੋਈ ਹੈ ਕਿ ਤੁਸੀਂ ਐਪਰੀਸ਼ੀਏਟ ਕਰਦੇ ਹੋ ਕਿ ਤੁਹਾਨੂੰ ਇਹਨਾਂ ਨੇ ਇੱਕ ਰੂਪ, ਰੱਬ ਦੇ ਰੂਪ ਲੈ ਕੇ ਆ ਕੇ ਥੋੜੀ ਜਾਨ ਬਚਾਈ। ਦੇਖੋ ਰੱਬ ਹੀ ਬੰਦੇ ਭੇਜ ਦਿੰਦਾ, ਕੋਈ ਬਹਾਨੇ ਹੁੰਦੇ ਨੇ ਭਾਜੀ। ਚਲੋ ਅਸੀਂ ਤਾਂ ਇੱਕ ਏਜੰਟ ਬਣ ਜਾਂਦੇ ਆ। ਬਿਲਕੁਲ ਬਿਲਕੁਲ। ਬਚਾਉਣ ਵਾਲਾ ਤਾਂ ਵਾਹਿਗੁਰੂ ਹੀ ਆ। ਵਾਹਿਗੁਰੂ। ਤੇ ਮੈਂ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਖੇਚਲ ਕੀਤੀ ਫੋਨ ਕਰਨ ਦੀ ਤੇ ਦੱਸਿਆ ਵੀ ਕੀ ਹੋਇਆ। ਤੇ ਬਾਕੀ ਆਪਾਂ ਵਾਪਸ ਚੱਲੀਏ ਉੱਥੇ ਵੀ ਓਵਰ 50s ਨੂੰ ਕਿੱਦਾਂ ਹੋ ਜਾਂਦਾ। ਹਾਂਜੀ। ਸੋ ਜਿੱਦਾਂ ਮੈਂ ਕਹਿੰਦਾ ਸੀ ਵੀ ਉਹ ਜਿੱਦਾਂ ਉਹਨਾਂ ਜੋਬ ਕਰਕੇ ਹੋ ਜਾਂਦਾ ਕਈਆਂ ਦੀ, ਵੀ ਬੇਕਰੀ ਵਿੱਚ ਬਰੀਕ ਆਟਾ ਉੱਥੇ ਉੱਡਦਾ ਹੁੰਦਾ ਹਵਾ ਵਿੱਚ, ਤੇ ਉਹ ਜਦੋਂ ਅੰਦਰ ਚਲੀ ਜਾਂਦਾ ਉਹਨਾਂ ਨੂੰ ਐਸਥਮਾ ਹੋ ਸਕਦਾ, ਮਿਲੇਜ਼ ਐਸਥਮਾ। ਤੇ ਬਾਕੀ ਜਿਹੜੀ ਸਪਰੇ ਪੇਂਟਿੰਗ ਕਰਦੇ ਆ ਕਾਰਾਂ ਦੀ ਜਾਂ ਕੋਈ ਹੋਰ ਕਿਤੇ ਸਪਰੇ ਪੇਂਟਿੰਗ ਹੁੰਦੀ ਹੈ ਨਾ, ਤੇ ਉਹ ਵੀ ਬਹੁਤ ਡੇਂਜਰਸ ਹੈ। ਉਹ ਵੀ ਡੇਂਜਰਸ ਬਹੁਤ ਆ। ਉਹ ਵੀ ਫਿਰ ਫਾਈਨ ਪਾਰਟੀਕਲਸ ਹੋ ਜਾਂਦੇ ਸਾਰੇ ਸਪਰੇ ਨਾਲ। ਤੁਸੀਂ ਉਹ ਕਰਦੇ ਹੋਵੋ, ਤੁਸੀਂ 에어ਪੋਰਟ ਦੇ ਜਹਾਜ਼ ਦੇ ਕੋਲ ਹੋਵੋ, ਕਿਤੇ 에어ਪੋਰਟ ਤੇ ਕੰਮ ਕਰਦੇ ਹੋ, ਇੰਜੀਨੀਅਰ ਦਾ ਕੰਮ ਕਰਦੇ ਹੋ, ਕੁਛ ਇੱਦਾਂ ਦਾ ਕੰਮ ਕਰਦੇ ਹੋ, ਫਾਊਂਡਰੀ 'ਚ ਕੰਮ ਕਰਦੇ ਹੋ, ਕੋਈ ਡਿਫਰੈਂਟ ਜਗ੍ਹਾ ਹੁੰਦੇ ਨੇ, ਉਹਦੇ ਨਾਲ ਤਾਂ ਫਿਰ ਬਾਕੀ ਜ਼ਾਹਿਰ ਹੈ ਕਿ ਹੁੰਦਾ ਹੋਏਗਾ ਜ਼ਰੂਰ। ਹਾਂਜੀ। ਹੋਰ ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ, ਡਿਪੈਂਡ ਕਰਦਾ ਕਿਹੜਾ ਕੈਮੀਕਲ ਹੈ ਨਾ। ਤੇ ਹੁਣ ਜਿਹੜੇ ਹੈਵੀ ਮੈਟਲਸ ਕਹਿੰਦੇ ਆ, ਮਰਕਰੀ ਹੋਈ, ਸਿਲਵਰ ਹੋਇਆ, ਹਾਂਜੀ, ਲੈਡ ਹੋਇਆ,
ਇਹ ਤੁਹਾਡੇ ਸਰੀਰ 'ਚ ਜਾ ਕੇ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦੇ ਆ, ਤੁਹਾਡੇ ਬ੍ਰੇਨ ਨੂੰ ਵੀ ਡੈਮੇਜ ਕਰਦੇ ਆ ਇਹ ਹੈਵੀ ਮੈਟਲਸ ਜਿਹੜੇ ਆ। ਤੇ ਹੈਗਾ ਤਾਂ ਇਹ ਵੀ ਬੜਾ ਡੇਂਜਰਸ ਚੀਜ਼ ਆ, ਤੇ ਇਹਦੇ ਬਾਰੇ ਫਿਰ ਆਪਾਂ ਕਿਸੇ ਦੇ ਪ੍ਰੋਗਰਾਮ ਕਰਾਂਗੇ। ਤੇ ਬਾਕੀ ਇਹ ਇੱਕ ਇੰਡਸਟਰੀ ਹੈ ਲੇਟੈਕਸ, ਜਿੱਥੇ ਰਬੜ ਯੂਜ਼ ਕਰਦੇ ਆ। ਲੇਟੈਕਸ ਐਲਰਜੀ ਬਹੁਤ ਹੁੰਦੀ ਅੱਜ ਕੱਲ੍ਹ ਲੋਕਾਂ ਨੂੰ, ਹਾਂਜੀ। ਕਈ ਉਹ ਲੇਟੈਕਸ ਦੇ ਅੱਜ ਕੱਲ੍ਹ ਗਲਵ ਸਾਰੇ ਪਾਉਂਦੇ ਆ ਨਾ, ਤੇ ਉਹ ਲੇਟੈਕਸ ਦੇ ਬਣੇ ਹੁੰਦੇ ਆ। ਕਈਆਂ ਨੂੰ ਲੇਟੈਕਸ ਐਲਰਜੀ ਹੋ ਜਾਂਦੀ, ਉਹਨਾਂ ਨੂੰ ਸਾਹ ਰੁਕਣ ਲੱਗ ਪੈਂਦਾ ਹੈ। Really? ਹਾਂਜੀ ਯਾ ਡਾਕਟਰ ਸਾਹਿਬ ਕਾਫੀ ਚੀਜ਼ਾਂ ਨੇ ਜਿਹਦਾ ਖਿਆਲ ਰੱਖਣਾ ਪੈਂਦਾ, ਤਾਂ ਬੰਦਿਆਂ ਨੂੰ ਖੁਦ ਦੇਖਣਾ ਚਾਹੀਦਾ। ਡਾਕਟਰ ਸਾਹਿਬ ਪਹਿਲਾਂ ਹੁਣ ਮੈਂ ਸ਼ੁਰੂ ਤੋਂ ਗੱਲ ਕਰਾਂਗਾ ਥੋੜੀ ਬਹੁਤੀ, ਜਦੋਂ ਮੈਂ ਤੁਸੀਂ ਦੱਸਿਆ ਕਿ ਉਹਦਾ ਇਲਾਜ ਰਿਵਰਸ ਹੋ ਸਕਦਾ ਹੈ, ਤੇ ਕਿੰਨੀ ਦੇਰ ਤੱਕ ਜੇ ਉਹਨੂੰ ਥੋੜੇ ਜ਼ਿਆਦਾ ਸਾਲ ਹੋ ਗਏ ਹੁਣ ਫਿਰ ਵੀ ਉਹਦੇ ਚਾਂਸਸ ਹੈਗੇ ਨੇ ਕਿ? ਚਾਂਸ ਹਰ ਵੇਲੇ ਹੁੰਦਾ ਹੀ ਆ ਭਾਜੀ, ਪਰ ਜਿੰਨੀ ਲੰਮੀ ਜ਼ਿਆਦਾ ਬਿਮਾਰੀ ਹੋ ਜਵੇ ਉਨਾ ਟਾਈਮ ਫਿਰ ਲੱਗਦਾ ਉਹਨੂੰ ਰਿਵਰਸ ਕਰਨੇ ਨੂੰ। ਰਿਵਰਸ ਕਰਨਾ, ਹਾਂਜੀ ਦੈਟਸ ਰਾਈਟ। ਤੇ ਮੈਂ ਤੁਹਾਨੂੰ ਇੱਕ ਕੇਸ ਦੱਸਦਾ, ਬੜਾ ਜ਼ਬਰਦਸਤ ਕੇਸ ਸੀ ਭਾਜੀ। ਤੇ ਇੱਕ ਅਫਰੀਕਨ ਲੇਡੀ ਮੇਰੇ ਕੋਲ ਆਈ, ਤੇ ਉਹਨੂੰ ਸੀਗੀ ਲੰਗ ਡਿਜ਼ੀਜ਼, ਇੰਟਰਸਟੀਸ਼ੀਅਲ ਲੰਗ ਡਿਜ਼ੀਜ਼ ਉਹਨੂੰ ਕਹਿੰਦੇ, ਬੜੀ ਸੀਰੀਅਸ ਚੀਜ਼ ਆ। ਤੇ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਸੀ ਕੰਸਲਟੈਂਟਸ ਨੇ, ਵੀ ਸਾਤੋਂ ਨਹੀਂ ਕੁਝ ਵੀ ਹੋਣਾ, ਅਸੀਂ ਟਰਾਈ ਕਰ ਲਿਆ ਸਭ ਕੁਝ, ਸਟੀਰੋਇਡਸ ਵਗੈਰਾ ਉਹਨੂੰ ਦਿੰਦੇ ਸੀ। ਤੇ ਉਹਨੂੰ ਕਹਿਤਾ ਵੀ ਤੇਰਾ ਡਬਲ ਲੰਗ ਟ੍ਰਾਂਸਪਲਾਂਟ ਹੋਣਾ ਜੀ, ਓ ਮਾਈ ਗॉड, ਡਬਲ ਲੰਗ ਟ੍ਰਾਂਸਪਲਾਂਟ। ਤੇ ਉਹ ਕਹਿੰਦੀ ਮੈਂ ਨਹੀਂ ਕਰਾਉਣਾ ਹੈਗਾ। ਤੇ ਤੇ ਮੇਰਾ ਇੱਕ ਸਟੂਡੈਂਟ ਸੀ ਅਫਰੀਕਨ, ਤੇ ਉਹਨਾਂ ਨੂੰ ਜਾਣਦਾ ਸੀ, ਉਹਨੇ ਰਿਫਰ ਕੀਤਾ ਮੇਰੇ ਕੋਲ। ਤੇ ਉਹਨਾਂ ਨੂੰ ਮੈਂ ਦਵਾਈ ਦਿੱਤੀ ਭਾਜੀ, ਹੋਮਿਓਪੈਥੀ ਦਵਾਈ। ਤੇ ਮੈਂ ਆਪਣੇ ਆਪ ਖੁਦ ਹੈਰਾਨ ਹੋਇਆ ਵੀ ਹੋਮਿਓਪੈਥੀ ਦਵਾਈ ਫਿਰ ਵੀ ਇੰਨੀ ਡੂੰਘੀ ਕਿੱਦਾਂ ਕੰਮ ਕਰ ਗਈ ਭਾਜੀ। ਉਹਦੀ ਕੰਡੀਸ਼ਨ ਸਾਰੀ ਰਿਵਰਸ ਹੋ ਗਈ, ਤੇ ਉਹ ਠੀਕ ਹੋ ਗਈ ਭਾਜੀ। ਉਹ ਹਰ ਵੇਲੇ ਆਕਸੀਜਨ ਮਸ਼ੀਨ ਕੋਲ ਰੱਖਦੀ ਸੀ ਬੈਗ ਵਿੱਚ, ਉਹਦੇ ਟਿਊਬ ਇੱਥੇ ਨੱਕ ਤੇ ਲਾਈ ਹੁੰਦੀ ਸੀ, ਸਾਲ 24 ਘੰਟੇ ਆਕਸੀਜਨ ਲੈਂਦੀ ਸੀ ਭਾਜੀ ਉਹ। ਤੇ ਉਹਨੇ ਉਹ ਆਕਸੀਜਨ ਮਸ਼ੀਨ ਵੀ ਛੱਡ ਦਿੱਤੀ, ਤੇ ਉਹ ਕੰਮ ਤੇ ਵੀ ਜਾਣ ਲੱਗ ਪਏ ਵਾਪਸ, ਉਹ ਸਿਰਫ ਹੋਮਿਓਪੈਥਿਕ ਦਵਾਈ ਨਾਲ, ਨਥਿੰਗ ਐਲਸ। ਹਾਂਜੀ ਭਾਜੀ ਬੜਾ ਅੱਛਾ ਲੱਗਿਆ ਕਿ ਉਹਦਾ ਕਈ ਦਫਾ ਬੰਦਾ ਕਹਿੰਦਾ ਮੈਨੂੰ ਬਿਮਾਰੀ ਪੈ ਗਈ ਸਾਰੀ ਉਮਰ ਦੀ ਹੈ, ਸੋ ਇਟਸ ਨੋਟ ਜ਼ਰੂਰੀ ਕਿ ਸਾਰੀ ਉਮਰ ਦੀ ਹੈ। ਨਹੀਂ, ਜ਼ਰੂਰੀ ਨਹੀਂ। ਉਹਦੇ ਇਲਾਜ ਹੈਗੇ ਨੇ, ਇਲਾਜ ਹੈਗੇ ਜੀ। ਪ੍ਰੋਪਰ ਤੁਸੀਂ ਆਪਣਾ ਉਹ ਜਿਹਦਾ ਇਲਾਜ ਕਰਦੇ ਉਹਦਾ ਕਰੋ, ਹਾਂਜੀ। ਖੁਦ ਨਾ ਡਾਕਟਰ ਬਣੋ ਕਿ ਮੈਨੂੰ ਛੱਡਦਾ ਤੇ ਜ਼ਿਆਦਾ ਖਾਣਾ ਘੱਟ ਕਰ ਲਵਾਂ। ਹਾਂਜੀ, ਬਹੁਤ ਇੰਟਰਸਟਿੰਗ ਹੈ ਜੀ ਹਾਂਜੀ। ਡਾਕਟਰ। ਆਪਣੇ ਆਪ ਤੁਸੀਂ ਰਿਸਪੌਂਸਿਬਿਲਟੀ ਹੈਲਥ ਦੀ ਲਓ, ਤੇ ਆਪਣੇ ਆਪ ਤੁਸੀਂ ਲੱਭੋ ਕੋਈ ਨਾ ਕੋਈ ਇਲਾਜ, ਆਪਣੀ ਡਾਈਟ ਐਡਜਸਟ ਕਰੋ। ਤੇ ਐਸਥਮਾ ਦੇ ਕੇਸ ਬਹੁਤ ਦੇਖੇ ਅਸੀਂ, ਬਹੁਤ ਕਿਉਰ ਹੋਏ, ਬਹੁਤ ਐਸਥਮਾ ਦੇ ਕੇਸ ਕਿਉਰ ਹੋਏ ਭਾਜੀ, ਸਿਰਫ ਬੱਚਿਆਂ ਦੇ ਨਹੀਂ ਪਰ ਐਡਲਟਸ ਦੇ ਵੀ। Adult ਦੇ ਵਿੱਚ ਹਾਂਜੀ ਦੈਟਸ ਰਾਈਟ। ਪਰ ਡਾਕਟਰ ਸਾਹਿਬ ਇੰਡੀਆ ਚ ਘੱਟ ਹੈ ਬਿਮਾਰੀ ਹੈ? ਪਹਿਲਾਂ ਦੀ ਗੱਲ ਕਰਦਾ, ਹੁਣ ਤੇ ਉੱਥੇ ਪੋਲੂਸ਼ਨ ਬਹੁਤ ਜ਼ਿਆਦਾ ਹੈ। ਹਾਂਜੀ ਹੁਣ ਤਾਂ ਵੱਡੇ ਸ਼ਹਿਰਾਂ 'ਚ ਜ਼ਿਆਦਾ, ਹਾਂ ਉੱਥੇ ਬਹੁਤ ਘੱਟ ਹੁੰਦੀ ਸੀ, ਪਿੰਡਾਂ ਵਿੱਚ ਬਹੁਤ ਘੱਟ ਹੈ ਜੀ। ਬਹੁਤ ਘੱਟ ਹੈ ਨਾ? ਹਾਂਜੀ ਬਹੁਤ ਘੱਟ ਆ। ਤੇ ਉੱਥੇ ਇਦਾਂ ਬੱਚਾ ਜਦੋਂ ਪਲਦਾ ਹੈ ਹਨਾ, ਉੱਥੇ ਫਸਲਾਂ ਹੁੰਦੀਆਂ ਜ਼ਿਆਦਾ ਹਨਾ, ਤੇ ਇੱਥੇ ਤਾਂ ਪੋਲਨ ਦੀ ਐਲਰਜੀ ਬਹੁਤ ਹੈ ਹਨਾ, ਉੱਥੇ ਨਹੀਂ ਹੁੰਦੀ ਜੀ, ਕਰਕੇ अर्ਲੀ ਐਕਸਪੋਜ਼ਰ ਹੋ ਜਾਂਦਾ ਨਾ ਸਾਰਾ। ਤੇ ਉੱਥੇ ਕਹਿੰਦੇ ਵੀ ਨਾ, ਉੱਥੇ ਹਾਊਸ ਡਸਟ ਜਿਹੜਾ ਡਸਟ ਮਾਈਟ ਆ ਉੱਥੇ ਆ, ਡਸਟ ਮਾਈਟ ਦੀ ਐਲਰਜੀ ਵੀ ਨਹੀਂ ਹੁੰਦੀ ਉੱਥੇ, ਨਾ ਪੋਲਨ ਦੀ ਐਲਰਜੀ ਹੁੰਦੀ ਹੈ। ਤੇ ਉੱਦਾਂ ਜਿਹੜੀ ਹੁਣ ਸ਼ਹਿਰਾਂ ਵਿੱਚ ਪੋਲੂਸ਼ਨ ਹੈ ਉਹਦਾ ਜ਼ਰੂਰ ਹੁੰਦਾ ਅਸਰ। ਤੇ ਡਾਕਟਰ ਸਾਹਿਬ ਦਾ ਹੋਰ ਤੁਸੀਂ ਬੜਾ ਇੰਟਰਸਟਿੰਗ ਲੱਗਿਆ ਜਿੱਦਾਂ ਤੁਸੀਂ ਗੱਲਾਂ ਦੱਸਿਆ ਪਰਦੇ ਵਗੈਰਾ ਦੇ, ਤੇ ਹੋਰ ਕੀ ਖਿਆਲ ਬੰਦਿਆਂ ਨੂੰ ਖਾਸ ਰੱਖਣਾ ਚਾਹੀਦਾ ਇਹਦੇ ਵਿੱਚ? ਬਾਕੀ ਇੱਕ ਤਾਂ ਬਹੁਤ ਇੰਪੋਰਟੈਂਟ ਗੱਲ ਹੈ, ਆਨੈਸਟਲੀ ਮੈਨੂੰ ਨਹੀਂ ਪਤਾ, ਤੁਹਾਨੂੰ ਹਰ ਇੱਕ ਨੂੰ ਪਤਾ, ਤੁਸੀਂ ਦੱਸਿਆ 2 ਇਨਹੇਲਰ ਹੁੰਦੇ ਨੇ, ਉਹ ਵੀ ਜ਼ਰੂਰੀ ਆ ਹਰ ਬੰਦੇ ਲਈ? ਉਹ ਕਿਸੇ ਨੂੰ ਦਿੱਤੇ ਜਾਂਦੇ ਕਿ ਹਰ ਨੂੰ ਦਿੱਤੇ ਨਹੀਂ, ਜਾਂਦੇ? ਤਕਰੀਬਨ ਹਰ ਨੂੰ ਐਸਥਮਾ ਕੇਸ ਵਿੱਚ ਦਿੱਤੇ ਜਾਂਦੇ ਆ, ਪਰ ਕਿਸੇ ਦਾ ਐਸਥਮਾ ਮਾਈਲਡ ਹੁੰਦਾ ਹੈ, ਉਹਨਾਂ ਨੂੰ ਲੋ ਡੋਜ਼ ਚਾਹੀਦੀ ਆ, ਤੇ ਉਹ ਇੱਕ ਇਨਹੇਲਰ ਨਾਲ ਵੀ ਕਈ ਵਾਰੀ ਸਾਰ ਲੈਂਦੇ ਆ। ਜੇ ਤੁਹਾਡੀ ਸਵੇਰ ਐਸਥਮਾ ਆ, ਫਿਰ ਤਾਂ ਤੁਹਾਨੂੰ ਬਿਲਕੁਲ ਸਾਰੀਆਂ ਦਵਾਈਆਂ ਲੈਣੀਆਂ ਚਾਹੀਦੀਆਂ, ਰੈਗੂਲਰਲੀ ਲੈਣੀਆਂ ਚਾਹੀਦੀਆਂ। ਤੇ ਉਹਨਾਂ ਨੂੰ ਫਿਰ ਕਈ ਵਾਰੀ ਟੈਬਲੇਟਸ ਵੀ ਦੇ ਦਿੰਦੇ ਆ, ਟੈਬਲੇਟਸ ਮੌਂਟੀਲੂਕਾਸਟ ਕਹਿੰਦੇ ਆ, ਉਹ ਜਿਹੜਾ ਐਲਰਜਿਕ ਰਿਐਕਸ਼ਨ ਅੰਦਰ ਫੇਫੜਿਆਂ ਵਿੱਚ ਚੱਲਦਾ ਹੈ ਨਾ, ਉਹਨੂੰ ਉਹ ਬਲੌਕ ਕਰ ਦਿੰਦਾ ਹੈ। ਤੇ ਉਹਨਾਂ ਨੂੰ ਫਿਰ ਉਹ ਟੈਬਲੇਟ ਵੀ ਇੱਕ ਰੋਜ਼ ਦੀ ਖਾਣੀ ਪੈਂਦੀ ਹੈ, ਖਾਣੀ ਚਾਹੀਦੀ ਆ। ਤੇ ਜੇ ਉਹਨਾਂ ਨੂੰ ਹੈਗਾ ਵੀ ਅਟੈਕ ਕਈ ਵਾਰੀ ਹੋ ਜਾਂਦਾ ਆ, ਫਿਰ ਉਹਨਾਂ ਨੂੰ ਆਪਣੀ ਐਸਥਮਾ ਨਰਸ ਸਰਜਰੀ 'ਚ ਹੁੰਦੀ ਹੈ, ਐਸਥਮਾ ਸਪੈਸ਼ਲਿਸਟ, ਉਹਦੇ ਨਾਲ ਸੰਪਰਕ ਕਰਕੇ ਐਸਥਮਾ ਪਲਾਨ ਬਣਾਉਣਾ, ਐਕਸ਼ਨ ਪਲਾਨ ਬਣਾਉਣਾ ਚਾਹੀਦਾ ਹੈ। ਤੇ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਮੈਨੂੰ ਬੈਕਅਪ ਸਟਾਕ ਦਿਓ, ਇੱਕ ਐਂਟੀਬਾਇਓਟਿਕ ਦਾ, ਇੱਕ ਸਟੀਰੋਇਡਸ ਦਾ, ਕਿਉਂਕਿ ਜਦੋਂ ਤੁਹਾਨੂੰ ਸਵੇਰ ਅਟੈਕ ਹੁੰਦਾ ਹੈ ਨਾ, ਉਹ ਮੈਨੇਜ ਕਰਨਾ ਬਹੁਤ ਔਖਾ ਹੈ, ਸਟੀਰੋਇਡਸ ਤੋਂ ਬਿਨਾਂ ਉਹ ਮੈਨੇਜ ਨਹੀਂ ਹੁੰਦਾ ਜੀ। ਤੇ ਉਹ ਫਿਰ ਤੁਹਾਨੂੰ ਇੱਕ ਬੈਕਅਪ ਪੈਕ ਦੇ ਦਿੰਦੇ ਆ, ਇੱਕ ਹਫਤੇ ਦਾ ਸਪਲਾਈ ਐਂਟੀਬਾਇਓਟਿਕਸ ਦਾ, ਇੱਕ ਹਫਤੇ ਦਾ ਸਪਲਾਈ ਸਟੀਰੋਇਡਸ ਦਾ। ਤੇ ਜਦੋਂ ਤੁਹਾਨੂੰ ਕਦੇ ਅਟੈਕ ਹੋ ਜਾਂਦਾ, ਤੁਸੀਂ ਉਹ ਇੱਕਦਮ ਸ਼ੁਰੂ ਕਰ ਦਿਓ ਕਿ ਤੁਹਾਨੂੰ ਤਕਲੀਫ ਨਾ ਹੋਗੀ, ਤੁਸੀਂ ਜਲਦੀ ਤੁਹਾਡਾ ਅਟੈਕ ਜਿਹੜਾ ਉਹ ਕੰਟਰੋਲ ਹੋ ਜਾਊਗਾ। ਇਹ ਡਾਕਟਰ ਮੈਨੂੰ ਦੱਸੋ, ਆਪਾਂ ਮੈਨੂੰ ਸ਼ੁਰੂ 'ਚ ਪੁੱਛਣਾ ਚਾਹੀਦਾ ਸੀ, ਇਹ ਜਾ ਕੇ ਕਿਹਨੂੰ ਅਟੈਕ ਪਹਿਲਾਂ ਲੰਗਸ ਨੂੰ ਕਰਦਾ? ਹਾਂਜੀ ਦੈਟਸ ਰਾਈਟ। ਜਦੋਂ ਐਸਥਮਾ ਅਟੈਕ ਹੁੰਦਾ ਹੈ, ਉਹ ਬਿਲਕੁਲ ਸਾਹ ਬੰਦ ਹੋ ਜਾਂਦਾ ਬੰਦੇ ਦਾ, ਨਾੜੀਆਂ ਬਹੁਤ ਜ਼ਿਆਦਾ ਟਾਈਟ ਹੋ ਜਾਂਦੀਆਂ। ਮੈਂ ਬਹੁਤ ਇੰਟਰਸਟਿੰਗ ਗੱਲ ਕਰਾਂਗੇ ਆਪਣੇ ਕੋਲ ਕਾਲ ਲਈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭਾਈ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਸੰਬਾਨਵੇਂ ਗਾਮ ਤੋਂ ਬੋਲ ਰਹੀ ਹਾਂ।
ਬਿਲਕੁਲ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਸੁਣ ਰਹੇ ਕੀ ਪੁੱਛਣਾ ਚਾਹੁੰਦੇ ਹੋ ਮੈਂ ਜ਼ਰਾ ਪੁੱਛਣਾ ਚਾਹੁੰਦੀ ਹਾਂ ਮੇਰੇ ਕੰਨਾਂ 'ਚ ਖਾਜ ਬਹੁਤ ਹੁੰਦੀ। ਹਾਂਜੀ ਭੈਣ ਜੀ, ਠੀਕ ਹੈ, ਤੁਸੀਂ ਕੋਈ ਚੀਜ਼ ਖਾ ਰਹੇ ਆ ਤੇ ਖਾਸ ਕਰਕੇ ਤੁਸੀਂ ਇਹ ਤੁਸੀਂ ਸੋਚਿਓ ਵੀ ਜਿਹੜੀ ਤੁਸੀਂ ਸ਼ੂਗਰ ਖਾਂਦੇ ਹੋ ਨਾ, ਹਾਂਜੀ ਮੈਂ ਖਾਂਦੀ ਨਹੀਂ ਸ਼ੂਗਰ। ਖਾਂਦੇ ਨਹੀਂ ਸ਼ੂਗਰ, ਹੋਰ ਕੋਈ ਮਿੱਠੇ ਵਾਲੀ ਚੀਜ਼ ਖਾਂਦੇ ਹੋਵੋਗੇ? ਮੈਂ ਨਹੀਂ ਤੇ ਹਾਂ। ਮੈਂ ਕਈ ਵਾਰ ਹਟ ਜਾਂਦਾ, ਕਈ ਵਾਰ ਉਹ ਖਾਜ ਹੁੰਦੀ ਵਿੱਚ ਫਿਰ ਹਾਂਜੀ, ਇਹ ਹੁਣ- ਖਾਜ ਹੋ ਕੇ ਹਾਂਜੀ ਮੈਂ ਹੋ ਜਾਂਦੀ। ਹਾਂਜੀ ਭੈਣ ਜੀ, ਖਾਜ ਇਹ ਐਲਰਜੀ ਦੀ ਨਿਸ਼ਾਨੀ ਹੁੰਦੀ ਹੈ ਅੱਛਾ ਜੀ। ਤੇ ਕੋਈ ਨਾ ਕੋਈ ਤੁਹਾਡੀ ਖੁਰਾਕ ਵਿੱਚ ਆਈਟਮ ਹੈਗਾ ਹੈ ਜਿਸ ਤੋਂ ਤੁਸੀਂ ਐਲਰਜਿਕ ਆ ਤੇ ਉਹਦੇ ਕਰਕੇ ਖਾਜ ਹੋ ਰਹੀ ਆ, ਅੱਛਾ ਤੇ ਅਸੀਂ ਫਿਰ ਤੁਹਾਨੂੰ ਕੰਟੈਕਟ ਕਰਾਂਗੇ, ਫਿਰ ਸੌਰਟ ਆਊਟ ਕਰਾਂਗੇ ਵੀ ਕਿਹੜੀ ਚੀਜ਼ ਤੁਸੀਂ ਛੱਡਣੀ ਚਾਹੀਦੀ। ਠੀਕ ਹੈ ਜੀ। थैंक यू जी कॉल करना जरा प्रोग्राम थोड़ा जिहा टाइम हो रहा देखते रहो। मैं फिर नंबर रिपीट करना जो स्क्रीन पर हैगा 0121551001। रात को 10 बजे तक तुम कॉल कर सकते हो, थोड़ा हर मैसेज डॉक्टर तक पहुंचेगा और तुहानू 1-to-1 कंसल्टेशन कर सकते हो। तो बाद कॉल भाई जी थैंक यू कॉल करना, डॉक्टर साहब तुहानू बाद कॉल करेंगे। थैंक यू सो मच। एक चीज़ मैं कहांगा, मैं ना एक डॉक्टर के नाल ना ENT स्पैशलिस्ट कंसल्टेंट से मैं तरह तरह के बंदे लैके ना ताकि अपनी संगत की ना फायदा हो। कार्डियोलॉजिस्ट आया सीगा वीक पिछले वीक की गल हैगी है, तो हुण तुसीं तां होम्योपैथ दे हैगे आ, ENT दे लैके आने आ, ऑर्थोपैडिक सर्जन लैके आंदे, तरह तरह के ऑपरेशन लैके असीं आए सीगे। ਇਹ ਕਹਿੰਦੇ ਨੇ ਕਿ ਉਹਦੇ ਦੱਸਿਆ ਸੀਗਾ ਉਹਨੇ ENT ਨੇ ਕਿ ਕਦੇ ਵੀ ਲੋਕਾਂ ਨੂੰ ਆਦਤ ਹੈਗੀ ਡੱਕਾ ਲੈ ਕੇ ਉਹ ਖਾਜ ਕਰਨੀ, ਕਿ ਉਹ ਨਹੀਂ ਕਦੇ ਕਰਨਾ। ਹਾਂਜੀ, ਸਾਡੇ ਉਹ ਲੋਕਾਂ ਕਹਿੰਦੇ ਮਜ਼ਾ ਆ ਰਿਹਾ ਮੈਂ ਹੋਰ ਸਾਡੇ ਲੋਕਾਂ ਨੂੰ ਖਾਸ ਆਦਤ ਹੈ ਜ਼ਿਆਦਾ ਆਦਤ ਖਾ ਲੈ ਕੇ ਮੈਚ ਸਟਿਕ ਲੈ ਕੇ ਹਨਾ ਕੁਝ ਨਾ ਕੁਝ ਕੰਨ ਵਿੱਚ ਫੇਰਨ ਦੀ, ਪਰ ਇਹ ਬਹੁਤ ਖਤਰਨਾਕ ਹੈ। ਬਹੁਤ ਖਤਰਨਾਕ ਹੈ, ਬਹੁਤ ਖਤਰਨਾਕ ਹੈ, ਬਹੁਤ ਖਤਰਨਾਕ ਹੈ। ਤੁਸੀਂ ਜਿਹੜਾ ਇਹ ਡਰਮ ਹੁੰਦਾ ਨਾ ਪਰਦਾ, ਉਹਨੂੰ ਡੈਮੇਜ ਕਰ ਸਕਦੇ ਆ। ਭਾਜੀ ਅਗਰ ਤੁਸੀਂ ਸੁਣਦੇ ਹੋ ਪਲੀਜ਼, ਅਗਰ ਤੁਹਾਨੂੰ ਆਦਤ ਹੈਗੀ ਹੈ ਕਿ ਤੁਸੀਂ ਵੀ ਡੱਕਾ ਲੈ ਕੇ ਕੰਨ 'ਚ ਫੇਰਦੇ ਹੋ, ਬੜੀ ਖਾਜ ਹੁੰਦੀ ਹੈ ਕਿ ਦਫਾ ਬੰਦੇ ਦਾ ਦਿਲ ਕਰਦਾ ਕਿ ਮੈਂ ਡੱਕਾ ਲੈ ਕੇ ਕਰਾਂ ਕੁਝ ਨਾ ਕੁਝ, ਬੰਦੇ ਨੂੰ ਨਾ ਉਹਦੇ ਨਾਲ ਸਕੂਨ ਮਿਲ ਜਾਂਦਾ ਥੋੜਾ ਜਿਹਾ। ਦੈਟਸ ਰਾਈਟ। ਕਦੇ ਵੀ ਖਾਜ ਨਾ ਕਰਿਓ, ਬਹੁਤ ਡੇਂਜਰਸ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ। ਇਹਦੇ ਉੱਪਰ ਵੀ ਅਸੀਂ ਕਦੇ ਫਿਰ ਬਾਅਦ ਚੁੱਕਾ ਬੜੇ ਮੁੱਦੇ ਨੇ, ਗੱਲਾਂ ਕਰਨ ਵਾਲੀ ਅਸੀਂ ਕਰਾਂਗੇ। ਤੇ ਹਾਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀਗੇ ਉਹਦੀ ਗੱਲਾਂ ਨਹੀਂ ਕਰਦੇ, ਅੰਦਰ ਅੰਦਰ ਹੋ ਜਾਂਦੇ, ਵਿੱਚ ਭੁੱਲ ਜਾਈਦਾ ਕੀ ਗੱਲ ਹੁੰਦੀ ਹੈ ਕਈ ਵਾਰੀ। ਹਾਂਜੀ ਚਲੋ ਕੋਈ ਨਹੀਂ, ਮੈਂ ਤੁਹਾਨੂੰ ਦੱਸਦਾ ਵੀ ਪੈਟਸ ਤੋਂ ਵੀ ਹੋ ਜਾਂਦੀ ਹੈ ਐਲਰਜੀ ਹੈ ਨਾ। ਤੇ ਕਈਆਂ ਨੇ ਕਿਸੇ ਦੇ ਘਰ ਤੁਸੀਂ ਜਾਓ ਤੇ ਉਹਨੇ ਕੁੱਤਾ ਰੱਖਿਆ ਹੁੰਦਾ ਜਾਂ ਬਿੱਲੀ ਰੱਖੀ ਹੁੰਦੀ ਹੈ, ਤੇ ਬੱਚਿਆਂ ਨੂੰ ਖਾਸ ਕਰਕੇ ਉੱਥੇ ਸਾਹ ਰੁਕਣ ਲੱਗ ਪੈਂਦਾ ਉਹਨਾਂ ਦਾ। ਤੇ ਹੁਣ ਇਹ ਤਾਂ ਸਮਝਿਆ ਜਾਂਦਾ ਵੀ ਉਹ ਜਿਹੜੇ ਵਾਲ ਆ ਨਾ ਪੈਟ ਦੇ, ਉਹਦੇ ਤੋਂ ਹੁੰਦੀ। ਐਕਚੁਅਲੀ ਉਹ ਵਾਲ ਨਹੀਂ ਹੁੰਦੇ, ਜਿਹੜੇ ਸਕਿਨ ਸੈਲਸ ਹੁੰਦੇ ਨਾ ਐਨੀਮਲ ਦੇ, ਉਹ ਸਕਿਨ ਸੈਲਸ ਬੜੇ ਬਰੀਕ ਹੁੰਦੇ, ਉਹ ਤੁਹਾਡੇ ਸਾਹ ਨਾਲ ਅੰਦਰ ਚਲੇ ਜਾਂਦੇ ਆ। ਮੈਨੂੰ ਯਾਦ ਹੈ ਡਾਕਟਰ ਸਾਹਿਬ, ਸੌਰੀ ਮੈਂ ਤੁਹਾਨੂੰ ਇੰਟਰਪਟ ਨਹੀਂ, ਮੇਰੇ ਕੋਲ ਬਹੁਤ ਇੰਪੋਰਟੈਂਟ ਸੀਗਾ। ਤੁਸੀਂ ਕਿਹਾ ਕਿ ਲੰਗਸ ਨੂੰ ਹਿੱਟ ਕਰਦਾ, ਜਿਹੜੀਆਂ ਨਾੜੀਆਂ ਉਹ ਟਾਈਟ ਹੋ ਜਾਂਦੀਆਂ। ਹਾਂਜੀ, ਉਹ ਕਿਉਂ ਟਾਈਟ ਹੁੰਦੀ ਹੈ? ਹਾਂਜੀ ਉਹੀ ਐਲਰਜੀ ਕਰਕੇ ਜੀ। ਕਿਸੇ ਚੀਜ਼ ਦੇ ਹਾਂ, ਕੋਈ ਵੀ ਚੀਜ਼ ਤੁਹਾਡੇ ਸਾਹ ਅੰਦਰ ਜਾਂਦੀ ਆ ਤੇ ਉਹ ਐਲਰਜਿਕ ਰਿਐਕਸ਼ਨ ਕਰ ਜਾਂਦੀ ਆ, ਤੇ ਜਿਹੜੀ ਟਿਊਬਸ ਆ ਉਹ ਬੜੀਆਂ ਫਾਈਨ ਚੀਜ਼ਾਂ ਹਨਾ, ਤੇ ਸਾਹ ਜਿਹਦੇ ਵਿੱਚ ਹੀ ਲੰਘਦਾ ਤੇ ਉਹ ਇਨਫਲੇਮੇਸ਼ਨ ਹੋ ਕੇ ਸੁੱਜ ਜਾਂਦੀ ਅੰਦਰੋਂ, ਜਾਂ ਸੋਜ ਪੈ ਜਾਂਦੀ ਆ, ਉਹ ਫਿਰ ਆਟੋਮੈਟਿਕਲੀ ਕੰਸਟ੍ਰਿਕਸ਼ਨ ਹੋ ਜਾਂਦੀ ਹੈ। ਹਾਂਜੀ, ਫਿਰ ਸਾਹ ਲੰਘਦਾ ਨਹੀਂਗਾ। ਜਦੋਂ ਤੁਸੀਂ ਬਾਹਰ ਨੂੰ ਸਾਹ ਕੱਢਣ ਦੀ ਕੋਸ਼ਿਸ਼ ਕਰਦੇ, ਲੰਘਦਾ, ਫਿਰ ਦਾ ਵੀਜ਼ਿੰਗ ਐਂਡ ਸਿਟੀ ਜੇ ਨਿਕਲਦੀ ਆ, ਵੀਜ਼ਿੰਗ ਜਿਹਾ ਸਾਊਂਡ ਆਉਂਦਾ। ਤੇ ਡਾਕਟਰ ਜਿਹੜੇ ਇਨਹੇਲਰ ਹੈਗੇ ਨੇ, ਇੱਕ ਦਫਾ ਪੰਪ ਲੈਂਦੇ ਨੇ ਬੇਬੀ, 2 ਦਫਾ ਮੈਕਸਿਮਮ, ਉਹ ਕਿੰਨੀ ਸਟਰੋਂਗ ਚੀਜ਼ ਹੈ ਕਿ ਉਹਦੇ ਨਾਲ ਫਰਕ ਪੈ ਜਾਂਦਾ ਇਮੀਡੀਏਟਲੀ? ਹਾਂਜੀ, ਇਹ ਅਮੇਜ਼ਿੰਗ ਚੀਜ਼ ਹੈ। ਅਮੇਜ਼ਿੰਗ ਹੈ ਨਾ। ਹਾਂ, ਜਿਹੜਾ ਬਲੂ ਪੰਪ ਆ, ਹਾਂਜੀ ਉਹ ਅੰਦਰ ਜਾਂਦਾ, ਉਸੇ ਵੇਲੇ ਜਿਹੜੀ ਮਸਲਸ ਆ ਨਾ ਟਿਊਬਸ ਦੇ, ਉਹਨਾਂ ਨੂੰ ਰਿਲੈਕਸ ਕਰ ਦਿੰਦਾ ਹੈ। ਕਮਾਲ ਦੀ ਗੱਲ। ਹਾਂਜੀ, ਉਹ ਫਿਰ ਖੁੱਲ ਜਾਂਦੇ ਆ ਤੇ ਸਾਹ ਈਜ਼ੀ ਆਉਣ ਲੱਗ ਪੈਂਦਾ। ਤੇ ਉਹ ਜ਼ਿਆਦਾ ਡੋਜ਼ ਵੀ ਨਹੀਂ ਲੈਣੀ ਚਾਹੀਦੀ, ਜਿੰਨੀ ਤੁਹਾਨੂੰ ਦੱਸੀ ਉਨੀ ਲਓ। ਜ਼ਿਆਦਾ ਡੋਜ਼ ਲਓਗੇ ਫਿਰ ਤੁਹਾਡੇ ਅੱਧਾ ਹੱਥ ਜਾਂ ਬਾਹਾਂ ਐ ਕੰਬਣ ਲੱਗ ਪੈਂਦੀਆਂ, ਉਹਦਾ ਸਾਈਡ ਇਫੈਕਟ ਹੈ। ਡਾਕਟਰ ਦੱਸਦੇ ਨੇ ਕਿ ਤੁਸੀਂ ਦਿਨ 'ਚ ਕਿੰਨੀ ਦਫਾ ਲੈ ਸਕਦੇ ਹੋ? ਨੋਰਮਲੀ ਲਿਖਿਆ ਹੁੰਦਾ 2 ਡੋਜ਼ਸ 4 ਟਾਈਮਸ ਅ ਡੇ, ਤੇ ਉਹ ਤੋਂ ਵੱਧ ਨਾ ਲਓ ਤੁਸੀਂ। ਤੇ ਜਿਹੜਾ ਬ੍ਰਾਊਨ ਆ ਉਹਦਾ ਨੋਰਮਲੀ ਹੁੰਦਾ 2 ਡੋਜ਼ਸ ਟਵਾਈਸ ਅ ਡੇ ਹੁੰਦਾ। ਡਾਕਟਰ ਸਾਹਿਬ ਜਿਨ੍ਹਾਂ ਨੂੰ ਅਸਥਮੈਟਿਕ ਹੈਗੇ ਨੇ, ਉਹਨਾਂ ਨੂੰ ਜ਼ਾਹਿਰ ਹੈ ਕਿ ਪੱਕਾ ਹੋਏਗਾ ਜਿਹੜਾ ਹੈ ਫੀਵਰ ਹੁੰਦਾ ਹੈ। ਇਹ ਹਾਂਜੀ, ਉਹ ਵੀ ਰਿਲੇਟਡ ਕੰਡੀਸ਼ਨ ਹੋ ਜਾਂਦੀ ਹੈ। ਕਈਆਂ ਨੂੰ ਜਿਹੜਾ ਜਦੋਂ ਹੈ ਫੀਵਰ ਹੁੰਦਾ ਨਾ, ਸੀਜ਼ਨ ਹੁੰਦਾ, ਪੋਲਨ ਕਰਕੇ ਵੀ ਉਹ ਅਲਰਜਿਕ ਹੋ ਜਾਂਦੇ ਆ, ਉਹਦੇ ਨਾਲ ਵੀ ਉਹਨਾਂ ਦਾ ਸਾਹ ਰੁਕਣ ਲੱਗ ਪੈਂਦਾ ਜ਼ਿਆਦਾ। ਤੇ ਕਈਆਂ ਨੂੰ ਹੈ ਫੀਵਰ ਜਿਹੜਾ ਪੋਲਨ ਦੇ, ਉਹਨਾਂ ਨੂੰ ਸਿਰਫ ਛਿੱਕਾਂ ਹੀ ਆਉਂਦੀਆਂ, ਜਾਂ ਨੱਕ ਵਗਣ ਲੱਗ ਪੈਂਦਾ, ਜਾਂ ਅੱਖਾਂ 'ਚ ਖਾਜ ਆਉਣ ਲੱਗ ਪੈਂਦੀ ਆ। ਤੇ ਹੁਣ ਇਸ ਵੇਲੇ ਤਾਂ ਸੀਜ਼ਨ ਹੈਗਾ ਹੀ ਆ ਹੈ ਫੀਵਰ ਦਾ, ਤੇ ਬਹੁਤ ਲੋਕੀ ਸਫਰ ਕਰਦੇ ਆ। ਤੇ ਹੁਣ ਐਕਚੁਅਲੀ ਸਾਡੇ ਏਸ਼ੀਅਨ ਲੋਕਸ ਨੂੰ ਹੈ ਫੀਵਰ ਨਹੀਂ ਹੁੰਦਾ ਇੰਡੀਆ ਵਿੱਚ, ਤੇ ਹੁਣ ਇੱਥੇ ਆ ਕੇ ਸਾਨੂੰ ਵੀ ਹੋਣ ਲੱਗ ਪਿਆ ਜੀ। ਹੋਣ ਲੱਗ ਗਿਆ। ਹਾਂ, ਦੈਟਸ ਰਾਈਟ। ਪਰ ਡਾਕਟਰ ਸਾਹਿਬ ਇਹਦਾ ਮੈਂ ਸੁਣਿਆ ਕੋਈ ਇਲਾਜ ਹੈਗਾ, ਤੁਹਾਡੇ ਕੋਈ ਇੰਜੈਕਸ਼ਨ ਲੱਗਦਾ ਤੇ ਉਹਦੇ ਨਾਲ ਫਿਰ ਤੁਹਾਨੂੰ ਪਰਮਨੈਂਟਲੀ ਹਟ ਜਾਂਦਾ, ਕੋਈ ਹੈ ਇਹਦਾ ਦੀ ਚੀਜ਼? ਨਹੀਂ, ਇਹ ਹੈ ਫੀਵਰ ਦੇ ਇਹ ਨਹੀਂ ਬਣਾਏ, ਉਹ ਤਾਂ ਹੈਗੇ ਐਲੋਪੈਥਿਕ ਇੰਜੈਕਸ਼ਨ, ਪਰ ਉਹ ਵਾਲੇ ਕਾਮਯਾਬ ਨਹੀਂ ਹੈਗੇ।
ਤੇ ਉਹ ਉਹਨਾਂ ਦਾ ਡੇਂਜਰ ਵੀ ਬੜਾ ਹੈ ਵੀ ਜਦੋਂ ਇੰਜੈਕਸ਼ਨ ਲਾਉਂਦੇ ਇੰਜੈਕਸ਼ਨ ਤੋਂ ਤੁਹਾਨੂੰ ਐਲਰਜੀ ਹੋ ਕੇ ਸਵੇਰ ਅਸਥਮਾ ਅਟੈਕ ਹੋ ਸਕਦਾ ਹੈ। ਤੇ ਉਹ ਹੋਮਿਓਪੈਥੀ 'ਚ ਹੈਗਾ ਵੀ ਦਵਾਈਆਂ ਅਸੀਂ ਕਨਸਟੀਟਿਊਸ਼ਨਲ ਮੈਡੀਸਨ ਦੇਈਦੀ ਆ, ਉਹਦੇ ਸਾਰੇ ਸਿੰਪਟਮ ਲੈ ਕੇ ਉਹਦੀ ਪਰਸਨੈਲਿਟੀ ਦੇਖ ਕੇ ਉਹਦੇ ਲਈ ਇੱਕ ਟੇਲਰ ਮੇਡ ਥੈਰੇਪੀ ਸਿਲੈਕਟ ਕਰੀਦੀ ਆ ਤੇ ਉਹ ਕਨਸਟੀਟਿਊਸ਼ਨ ਰੈਮਡੀ ਉਹ ਇਦਾਂ ਬਦਲ ਦਿੰਦੀ ਬੰਦੇ ਦਾ ਮੇਕਅਪ ਹੈ ਨਾ ਵੀ ਉਹ ਐਲਰਜੀ ਹਟ ਜਾਂਦੀ ਹੈ। ਡਾਕਟਰ ਸਾਹਿਬ ਜਿਹਨੂੰ ਹੈ ਫੀਵਰ ਹੁੰਦਾ ਹਮੇਸ਼ਾ ਹੀ ਉਹਦੇ ਕੀ ਚਾਂਸਸ ਹੈਗੇ ਨੇ ਕਿ ਉਹਨੂੰ ਅਸਥਮਾ ਹੋ ਸਕਦਾ ਕਿ ਨਹੀਂ ਹੋ ਸਕਦਾ? ਨਹੀਂ ਨਾਰਮਲੀ ਤਾਂ ਹੈ ਫੀਵਰ ਹੀ ਰਹਿੰਦਾ ਆ। ਹੈ ਫੀਵਰ ਹੀ ਰਹਿੰਦਾ? ਹਾਂਜੀ ਦੈਟਸ ਰਾਈਟ। ਜੇ ਤੁਸੀਂ ਉਹਨੂੰ ਸਟੈਰੋਇਡਸ ਨਾਲ ਸਪਰੈਸ ਕਰੀ ਜਾਓ ਫਿਰ ਉਹ ਛਾਤੀ ਤੇ ਪਹੁੰਚ ਸਕਦਾ ਪ੍ਰੋਬਲਮ, ਕਿਉਂਕਿ ਇੱਕ ਬਿਮਾਰੀ ਨੂੰ ਤੁਸੀਂ ਸਪਰੈਸ ਕਰ ਦਿਓ, ਉਠਾ ਦਿਓ, ਕਿਤੇ ਉਹ ਦਬਾ ਦਿਓ, ਉਹ ਹੋਰ ਕਿਤੇ ਜਾਣੀ ਆ। ਹਾਂਜੀ ਇਦਾਂ ਨਹੀਂ ਹੈਗਾ ਵੀ ਉਹ ਮਿਟ ਗਈ ਆ, ਉਹ ਬਿਮਾਰੀ ਟ੍ਰਾਂਸਫਰ ਹੋ ਜਾਂਦੀ ਹੈ, ਹੋਰ ਕਿਸੇ ਇੰਪੋਰਟੈਂਟ ਆਰਗਨ 'ਚ ਟ੍ਰਾਂਸਫਰ ਹੋ ਜਾਂਦੀ ਹੈ। ਸੋ ਕਿਸੇ ਤਰ੍ਹਾਂ ਦੀ ਤੁਸੀਂ ਆਪਣਾ ਇਲਾਜ ਕਰਦੇ ਹੋ, ਅਗਰ ਤੁਸੀਂ ਸਪਰੈਸ ਕਰਦੇ ਹੋ, ਐਕਸੈਸਿਵ ਮੈਡੀਸਨ ਲੈਂਦੇ ਹੋ ਕਿ ਮੈਂ ਇਹਦਾ ਇਲਾਜ ਕਰਾਂ, ਉਹ ਕੋਈ ਹੋਰ ਨੁਕਸਾਨ ਕਰੇਗੀ? ਹੋਰ ਨੁਕਸਾਨ ਕਰ ਸਕਦੀ ਹੈ ਐਲੋਪੈਥਿਕ ਦਵਾਈ ਤੁਹਾਨੂੰ। ਦੱਸ ਸਿਰਫ ਹੋਮਿਓਪੈਥਿਕ ਦਵਾਈ ਹੈ ਜਿਹੜੀ ਕਦੇ ਨੁਕਸਾਨ ਨਹੀਂ ਕਰਦੀ ਹੈਗੀ, ਉਹ ਸਿਰਫ ਬੋਡੀ ਨੂੰ ਸਟਿਮੂਲੇਟ ਹੀ ਕਰਦੀ ਵੀ ਆਪਣੇ ਆਪ ਨੂੰ ਹੀਲ ਕਰਨਾ। ਤੁਹਾਡੇ ਸਾਰਿਆਂ ਦੀ ਬੋਡੀ ਵੀ ਹੀਲਿੰਗ ਮੈਕੈਨਿਜ਼ਮ ਹੁੰਦਾ ਹੈ। ਜਦੋਂ ਤੁਹਾਨੂੰ ਫਲੂ ਹੁੰਦਾ ਹੈ ਜਾਂ ਕੋਈ ਮਾੜਾ ਮੋਟਾ ਜ਼ੁਕਾਮ ਹੋ ਜਾਂਦਾ, ਉਹ ਕੋਈ ਦਵਾਈ ਬਿਨਾਂ ਲਓ, ਥੋੜੇ ਦਿਨਾਂ ਤੁਸੀਂ ਆਪਣੇ ਆਪ ਠੀਕ ਹੋ ਜਾਂਦੇ ਹੋ। ਇਹ ਪ੍ਰੂਫ ਹੈ ਕਿ ਤੁਹਾਡੀ ਬੋਡੀ ਜਿਹੜਾ ਇਹਦੇ ਵਿੱਚ ਹੀਲਿੰਗ ਮੈਕੈਨਿਜ਼ਮ ਹੈਗਾ ਆ। ਹਾਂਜੀ ਤੇ ਜਿਹੜੀਆਂ ਡੂੰਘੀਆਂ ਲੰਮੀਆਂ ਬਿਮਾਰੀਆਂ ਬਣ ਜਾਂਦੀਆਂ ਉਹ ਤੁਹਾਡਾ ਸਿਰਫ ਹੀਲਿੰਗ ਮੈਕੈਨਿਜ਼ਮ ਜਿਹੜਾ ਉਹ ਬਲੌਕ ਹੋ ਗਿਆ, ਜਾਂ ਤਾਂ ਤੁਹਾਡੀ ਡਾਈਟ ਰੋਂਗ ਹੋ ਗਈ, ਜਾਂ ਤੁਸੀਂ ਕੋਈ ਸਪਰੈਸ਼ਨ ਕੀਤਾ ਐਲੋਪੈਥਿਕ ਦਵਾਈਆਂ ਲੈ ਕੇ, ਜਾਂ ਤੁਹਾਨੂੰ ਕੋਈ ਬਾਹਲੀ ਸਟ੍ਰੈਸ ਹੋਈ ਜਾਂ ਤੁਸੀਂ ਸਟ੍ਰੈਸ ਪ੍ਰੋਸੈਸ ਨਹੀਂ ਕੀਤੀ, ਤੇ ਉਹ ਫਿਰ ਦਾ ਕ੍ਰੋਨਿਕ ਬਿਮਾਰੀਆਂ ਬਣ ਜਾਂਦੀਆਂ। ਤੇ ਇਹਨਾਂ ਦਾ ਪਰਮਾਨੈਂਟ ਕਿਉਰ ਸਿਰਫ ਹੋਮਿਓਪੈਥੀ 'ਚ ਆ, ਤੇ ਐਲੋਪੈਥੀ ਤਾਂ ਇਦਾਂ ਹੈ ਵੀ ਤੁਸੀਂ ਦਵਾਈ ਖਾਈ ਜਾਓ ਤੇ ਉਹਨਾਂ ਦੀ ਪ੍ਰੋਫਿਟ ਕੰਪਨੀਆਂ ਦੀ ਬਣਦੀ ਰਹਿੰਦੀ, ਡਰੱਗ ਕੰਪਨੀਜ਼ ਦੀ, ਕਿਉਂਕਿ ਜਿਹੜੀ ਫਾਰਮਾਸਿਊਟੀਕਲ ਕੰਪਨੀਜ਼ ਆ ਤੇ ਇਹਨਾਂ ਦੀ ਇੱਕ ਬਿਜ਼ਨਸ ਆ। ਜੇ ਉਹ ਇਦਾਂ ਦੀਆਂ ਦਵਾਈਆਂ ਬਣਾਉਣ ਵੀ ਤੁਸੀਂ ਕਿਉਰ ਹੋ ਜਾਓ, ਤੁਹਾਡੀ ਬਿਮਾਰੀ ਐਨ ਕਿਉਰ ਹੋ ਜਾਵੇ, ਹਟ ਜਾਵੇ, ਉਹਨਾਂ ਦਾ ਫਿਰ ਪ੍ਰੋਫਿਟ ਨਹੀਂ ਬਣਦਾ ਹੈਗਾ। ਜੇ ਤੁਸੀਂ ਦਵਾਈਆਂ ਫੋਰ ਲਾਈਫ ਖਾਈ ਜਾਓ ਤਾਂ ਉਹਨਾਂ ਨੂੰ ਪ੍ਰੋਫਿਟ ਆਉਂਦਾ ਰਹਿੰਦਾ ਹੈ। ਹਾਂਜੀ ਸੋ ਇਟਸ ਨਾਟ ਇਨ ਦਾ ਇੰਟਰਸਟ ਟੂ ਮੇਕ ਮੈਡੀਸਿਨਸ ਟੂ ਕਿਉਰ ਯੂ। ਡਾਕਟਰ ਸਾਹਿਬ ਥੈਂਕ ਯੂ, ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਮੈਂ ਤੁਸੀਂ ਬੜੀ ਦੂਰੋਂ ਆਉਂਦੇ ਹੋ, ਰੈਡੀ ਤੁਹਾਡਾ ਸ਼ੁਕਰਾਨਾ ਕਰਦੇ ਹੋ ਕਿ ਲੋਕਾਂ ਦਾ ਫਾਇਦਾ ਹੋ ਸਕੇ, ਤੇ ਆਪਣਾ ਪ੍ਰੋਗਰਾਮ ਅਗਲੇ ਵੀਕ ਫਿਰ ਜਾਰੀ ਰੱਖਾਂਗੇ। ਪਲੀਜ਼ ਇਸੇ ਤਰ੍ਹਾਂ ਐਵਰੀ ਮੰਗਲਵਾਰ 11 ਤੋਂ 12 ਪ੍ਰੋਗਰਾਮ ਦੇਖਿਆ ਕਰੋ ਡਾਕਟਰ ਰਾਜੀ ਦੇ ਨਾਲ। ਬੜੀ ਇੰਟਰਸਟਿੰਗ ਗੱਲਾਂ ਕਰਦੇ ਨੇ। ਹੋਮਿਓਪੈਥ ਅੱਜ ਕੱਲ੍ਹ ਕੁਝ ਲੱਗਦਾ ਕਿ ਦਿਸ ਇਜ਼ ਦ ਬੈਸਟ ਵੇ ਗੋਇੰਗ ਫੋਰਵਰਡ, ਕਿਉਂਕਿ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਜਿਨ੍ਹਾਂ ਦੇ ਕਾਲ ਨਹੀਂ ਲੱਗ ਸਕੇ ਅਸੀਂ ਮਾਫੀ ਚਾਹਾਂਗੇ। ਪਲੀਜ਼ ਤੁਸੀਂ ਇਸ ਤਰ੍ਹਾਂ ਕਾਲ ਕਰਦੇ ਰਹੋ। ਨੈਕਸਟ ਵੀਕ ਸੇਮ ਟਾਈਮ ਸੇਮ ਪਲੇਸ ਮੁਲਾਕਾਤ ਹੋਗੀ। ਤੱਕ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।